ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 10th ਦਾ ਪੇਪਰ ਮੈਥ ਦਾ। ਔਰ ਮੈਂ ਇਸ ਵੀਡੀਓ ਦੇ ਵਿੱਚ ਸਿਰਫ ਇਸ ਸੈਂਪਲ ਪੇਪਰ ਨੂੰ ਸੋਲਵ ਹੀ ਨਹੀਂ ਕੀਤਾ। ਜਦ ਤੁਸੀਂ ਮੇਰੀ ਵੀਡੀਓ ਇਸ ਨੂੰ ਧਿਆਨ ਨਾਲ ਚੰਗੀ ਤਰ੍ਹਾਂ ਸਾਰੀ ਦੇਖੋਗੇ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ। ਤਾਂ ਇੱਕ ਕੁਐਸਚਨ ਦੇ ਨਾਲ ਨਾਲ ਉਸ ਤਰੀਕੇ ਦੇ ਮੈਂ ਇੱਕ ਦੋ ਕੁਐਸਚਨਾਂ ਨੂੰ ਹੋਰ ਸੋਲਵ ਕਰਕੇ ਤੁਹਾਨੂੰ ਦਿਖਾਇਆ ਹੋਇਆ, ਤਾਂ ਜੋ ਤੁਸੀਂ ਇੱਕੋ ਵੀਡੀਓ ਦੇ ਵਿੱਚ 90% ਆਪਣੇ ਪੇਪਰ ਦੀ ਤਿਆਰੀ ਕੰਪਲੀਟ ਕਰ ਲਓ। ਤੁਹਾਨੂੰ ਕੋਈ ਹੋਰ ਵੀਡੀਓ ਦੇਖਣ ਦੀ ਲੋੜ ਹੀ ਨਾ ਪਵੇ। ਪਾਰਟ ਏ ਦਾ ਫਸਟ ਕੁਐਸਚਨ ਹੈ ਸਾਡੇ ਕੋਲ, ਦਾ ਮਿਸਿੰਗ ਨੰਬਰ ਇਨ ਦਾ ਫੋਲੋਇੰਗ ਫੈਕਟਰ ਟਰੀ ਇਜ਼। ਦਿੱਤੇ ਗੁਣਨਖੰਡ ਰੁੱਖ ਵਿੱਚ ਅਗਿਆਤ ਅੰਕ ਕੀ ਹੋਵੇਗਾ। ਦੇਖੋ ਇਸ ਨੂੰ ਸੋਲਵ ਕਰਨਾ ਬਹੁਤ ਹੀ ਸਿੰਪਲ ਤਰੀਕਾ ਹੈ। देखो जिवें इत्थे 20 लिखा होया, इत्थे 5 लिखा, इत्थे एक क्वेश्चन मार्क पाया, तो ये सिंपल ये देखना है कि 5 नूं असीं किस दे नाल मल्टीप्लाई करिए कि आंसर तुहाडे कोल ये जो ऊपर लिखा है 20 आ जाए। ठीक है, तो इत्थे आंसर की भरांगे असीं 4, तो इस करके दा आंसर की हो जाएगा साडे कोल 4। सेकंड क्वेश्चन है साडे कोल, इफ अल्फा एंड बीटा आर द zeros of a quadratic polynomial ax square plus bx plus c, then what is the value of alpha plus beta। ਉਹ ਕਹਿੰਦਾ ਵੀ ਜੇ ਅਲਫਾ ਤੇ ਬੀਟਾ ਜਿਹੜੇ ਨੇ ਉਹਦੇ ਜਿਹੜੀਆਂ ਸਿਫਰਾਂ ਜਿਹੜੀਆਂ ਇਹ ਹੋਣਗੀਆਂ a ਅਲਫਾ ਐਂਡ ਬੀਟਾ, ਤਾਂ ਅਲਫਾ ਪਲੱਸ ਬੀਟਾ ਦੀ ਕੀਮਤ ਕੀ ਹੋਏਗੀ। ਜਦੋਂ ਜ਼ੀਰੋਜ਼ ਵਾਲੇ ਕੁਐਸਚਨ ਨੂੰ ਅਸੀਂ ਵੈਰੀਫਾਈ ਕਰਦੇ ਹਾਂ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ, ਵੈਰੀਫਾਈ ਦੇ ਵਿੱਚ ਅਸੀਂ ਫਾਰਮੂਲਾ ਲਗਾਉਂਦੇ ਹਾਂ ਸਮ ਆਫ ਜ਼ੀਰੋ एंड प्रोडक्ट ऑफ जीरोस। ठीक है जी, सम ऑफ जीरो की होंदा साडे कोल अल्फा प्लस बीटा इज इक्वल टू माइनस बी अपॉन ए, एंड प्रोडक्ट ऑफ जीरोस की होंदा अल्फा मल्टीप्लाई बीटा इज इक्वल टू सी अपॉन। ठीक है, हुण इहदे विच की कह रहा अल्फा प्लस बीटा, तो साडे कोल पता ही अल्फा प्लस बीटा की होंदा साडे कोल माइनस बी अपॉन ए, तो इसदा आंसर की हो जाएगा माइनस बी अपॉन ए सेकंड ऑप्शन। थर्ड क्वेश्चन है साडे कोल, नंबर ऑफ जीरोस दा पॉलीनोमियल फ्रॉम द गिवन ग्राफ। हुण इस दे विच की कह रहा, देखो इस ग्राफ दे विच तुसीं की देखना, मैं तुहानूं थोड़ा जिहा इहनूं नेड़े करके दिखा दिंदा। देखो इस ग्राफ दे विच ये देखना है कि जिहड़ी आ लाइन जा रही है ये वाली, ठीक है जी, ये किन्ने पॉइंट ते टच हो रही है। देखो पहला जिहड़ा हैगा कि 1, फिर दूजा 2, फिर 3 एंड 4। ठीक है जी, ये 4 पॉइंट ते टच होके जा रही है, तो इस करके दा आंसर की हो जाएगा 4, डी ऑप्शन इज द आंसर हो। फोर्थ क्वेश्चन है साडे कोल, इफ द पेयर ऑफ लीनियर इक्वेशन इज कंसिस्टेंट देन द लाइंस विल बी। कहना ਜਿਹੜੀਆਂ ਇਹ ਇੱਕ ਲੀਨੀਅਰ ਇਕੁਏਸ਼ਨ ਦੇ ਵਿੱਚ ਜਿਹੜਾ पेयर ਬਣਿਆ ਕੰਸਿਸਟੈਂਟ ਹੈ। if the pair of linear equation is consistent, कहना ਜਿਹੜਾ ਲੀਨੀਅਰ ਇਕੁਏਸ਼ਨ ਦਾ ਜਿਹੜਾ पेयर ਹੈ ਕੰਸਿਸਟੈਂਟ ਹੈ, then the lines will be, the lines ਕੀ ਹੋ ਜਾਣਗੀਆਂ। ਦੇਖੋ ਪੰਜਾਬੀ ਚ ਕੀ ਦੱਸ ਰਿਹਾ ਕਿ ਜੇਕਰ ਰੇਖੀ ਸਮੀਕਰਨਾਂ ਦੇ ਜੋੜੇ ਸੰਗਤ ਹੋਣ ਤਾਂ ਸਮੀਕਰਨਾਂ ਦਾ ਆਲੇਖ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਇਹਦਾ ਸਿੰਪਲ ਆਨਸਰ ਕੀ ਹੋਏਗਾ ਸਾਡੇ ਕੋਲ, ਇਹਦਾ ਆਨਸਰ ਹੋਏਗਾ ਸਾਡੇ ਕੋਲ ਇੰਟਰਸੈਕਟਿੰਗ। ਠੀਕ ਹੈ, ਥਰਡ ਪੁਆਇੰਟ ਜਿਹੜਾ ਤੁਸੀਂ ਇਹਦੇ ਵਿੱਚ ਲਗਾਉਣਾ ਹੈ ਇੰਟਰਸੈਕਟਿੰਗ। ਇਸਦਾ ਮੈਂ ਤੁਹਾਨੂੰ ਟੇਬਲ ਜਿਹੜਾ ਉਹ ਵੀ ਮੈਂ ਤੁਹਾਨੂੰ ਇੱਥੇ ਪਿਕਚਰ ਦੇ ਵਿੱਚ ਸ਼ੋ ਕਰ ਦਾਂਗਾ, ਤੁਸੀਂ ਉਸ ਨੂੰ ਦੇਖ ਸਕਦੇ ਹੋ। ਕੁਐਸਚਨ ਨੰਬਰ 4 ਦਾ ਸਾਡੇ ਕੋਲ, ਇਫ ਦਾ ਪੇਅਰ ਆਫ ਲੀਨੀਅਰ ਇਕੁਏਸ਼ਨ ਇਜ਼ ਕੰਸਿਸਟੈਂਟ ਦੈਨ ਦਾ ਲਾਈਨਸ ਵਿਲ ਬੀ। ਕਹਿੰਦੇ ਜਦੋਂ ਕੰਸਿਸਟੈਂਟ ਹੋ ਜਾਣਗੀ ਲੀਨੀਅਰ ਇਕੁਏਸ਼ਨ ਤਾਂ ਲਾਈਨਸ ਕੀ ਹੋਣਗੀਆਂ। ਦੇਖੋ ਸਟੂਡੈਂਟ ਇੱਥੇ ਮੈਂ ਪੂਰਾ ਇਹ ਟੇਬਲ ਬਣਾ ਕੇ ਤੁਹਾਨੂੰ ਦਿੱਤਾ ਹੋਇਆ, ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਦੇਖੋ ਜੇ ਇੰਟਰਸੈਕਟਿੰਗ ਲਾਈਨ ਹੁੰਦੀਆਂ ਉਹਦਾ ਮਤਲਬ ਕੀ ਹੁੰਦਾ a1 upon a2 not equal b1 upon b2, ਤਾਂ ਇੱਥੋਂ ਅਸੀਂ ਕੀ ਲਿਖ ਸਕਦੇ ਹਾਂ ਯੂਨੀਕ ਸੋਲੂਸ਼ਨ ਜਾਂ ਫਿਰ ਕੰਸਿਸਟੈਂਟ। ਠੀਕ ਹੈ ਜੀ, ਇਹ ਜਿਹੜੀਆਂ ਇਹ ਨਿਸ਼ਾਨੀਆਂ ਦੇਖੋ ਕਾਟੀ ਮਾਰੀ ਹੋਈ ਆ, ਇਹਦਾ ਮਤਲਬ ਕੀ ਆ ਇਹ ਇੰਟਰਸੈਕਟਿੰਗ ਲਾਈਨ। ਪੈਰਲਲ ਲਾਈਨ ਕੀ ਹੁੰਦੀਆਂ a1 upon a2 b1 upon b2 not equal c1 upon c2, ਤਾਂ ਇਹਦਾ ਕੀ ਹੋਊਗਾ ਨੋ ਸੋਲੂਸ਼ਨ ਐਂਡ ਇਨਕਨਸਿਸਟੈਂਟ। ਇਹ ਪੈਰਲਲ ਲਾਈਨਸ ਹੋ। ਫਿਰ ਲਾਸਟ ਵਿੱਚ ਕੀ ਹੈ, ਜੇ ਕੋਇਨਸੀਡੈਂਟ ਲਾਈਨਸ ਹੋਣਗੀਆਂ ਤਾਂ ਸਾਡੇ ਕੋਲ ਕੀ ਹੋਊਗਾ a1 upon a2 ਤੋਂ ਲੈ ਕੇ c1 upon c2 ਤੱਕ ਕੀ ਹੋ ਜਾਊਗਾ इक्वल होगा सारा कुछ, एंड की होगा फिर इनफाइनाइट सोल्यूशन एंड कंसिस्टेंट। ठीक है जी, तो ਇਹਦੇ ਵਿੱਚ ਕੀ ਪੁੱਛ ਰਿਹਾ, ਕਹਿੰਦਾ ਦੇਖੋ ਜੇ ਕੰਸਿਸਟੈਂਟ ਹੋਣਗੀਆਂ ਤਾਂ ਫਿਰ ਕੀ ਹੋ ਗਿਆ ਲਾਈਨ। ਤਾਂ ਕੀ ਕਹਿ ਰਿਹਾ ਸਾਡੇ ਕੋਲ, ਦੇਖੋ ਜੋ ਕੰਸਿਸਟੈਂਟ ਤੇ ਆ ਜਾਓ, ਇਹ ਕੰਸਿਸਟੈਂਟ ਲਿਖਿਆ ਸਾਡੇ ਕੋਲ, ਤਾਂ ਇਹ ਕੀ ਆ ਸਾਡੇ ਕੋਲ ਇੰਟਰਸੈਕਟਿੰਗ ਲਾਈਨ। ਇਸ ਦਾ ਆਨਸਰ ਹੋਊਗਾ ਸਾਡੇ ਕੋਲ ਇੰਟਰਸੈਕਟਿੰਗ ਲਾਈਨ। ਫਿਫਥ ਕੁਐਸਚਨ ਹੈ ਸਾਡੇ ਕੋਲ, ਫਰੋਮ ਦਾ ਗਿਵਨ ਗ੍ਰਾਫ ਦਾ ਸੋਲੂਸ਼ਨ ਆਫ ਪੇਅਰ ਆਫ ਇਕੁਏਸ਼ਨ x - 2y = 0 ਐਂਡ 3x + 4y = 20। ਦੇਖੋ ਜਿਹੜਾ ਇਹ ਕੁਐਸਚਨ ਹੈ ਨਾ, ਇਹ ਸਾਡੇ ਕੋਲ ਦੋ ਮੈਥਡ ਦੇ ਨਾਲ ਸੋਲਵ ਹੁੰਦਾ ਹੈ। ਇੱਕ ਸਾਡੇ ਕੋਲ ਹੁੰਦਾ ਐਲੀਮੀਨੇਸ਼ਨ ਮੈਥਡ, ਠੀਕ ਹੈ ਜੀ, ਇੱਕ ਹੁੰਦਾ ਸਾਡੇ ਕੋਲ ਸਬਸਟੀਟਿਊਟ ਮੈਥਡ। ਠੀਕ ਹੈ, ਇਹ ਦੋ ਮੈਥਡ ਜਿਹੜੇ ਨੇ ਯੂਜ਼ ਹੁੰਦੇ ਨੇ। ਦੇਖੋ ਜੇ ਤਾਂ ਤੁਹਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਵੀ ਸਬਸਟੀਟਿਊਟ ਲਾਣਾ, ਫਿਰ ਤੁਸੀਂ ਸਬਸਟੀਟਿਊਟ ਨਾਲ ਹੀ ਸੋਲਵ ਕਰਨਾ ਹੈ। ਜੇ ਤੁਹਾਨੂੰ ਕਿਹਾ ਕਿ ਐਲੀਮੀਨੇਸ਼ਨ ਨਾਲ, ਫਿਰ ਤੁਸੀਂ ਐਲੀਮੀਨੇਸ਼ਨ ਨਾਲ ਯੂਜ਼ ਕਰਨਾ ਹੈ। ਠੀਕ ਹੈ ਜੀ, ਪਰ ਜੇ ਤੁਹਾਨੂੰ ਕੋਈ ਵੀ ਨਹੀਂ ਦਿੱਤਾ ਵੀ ਕਿ ਤੁਸੀਂ ਬਸ ਤੁਹਾਨੂੰ ਜਿਸ ਤਰ੍ਹਾਂ ਉਹਨੇ ਕੁਐਸਚਨ ਦਿੱਤਾ, ਤੁਹਾਨੂੰ ਕੁਐਸਚਨ ਹੀ ਪਾ ਕੇ ਦੇ ਦਿੱਤਾ, ਤਾਂ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਤੁਸੀਂ ਉਹਦੇ ਨਾਲ ਹੀ ਮੈਥਡ ਨਾਲ ਸੋਲਵ ਕਰ ਸਕਦੇ ਹੋ। ਠੀਕ ਹੈ, ਮੈਂ ਤੁਹਾਨੂੰ ਦੋਨੋਂ ਮੈਥਡ ਕਰਾ ਦਿੰਦਾ, ਜਿਹੜਾ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸ ਨੂੰ ਸੋਲਵ ਕਰ ਸਕਦੇ ਹੋ। ਦੇਖੋ ਪਹਿਲਾਂ ਅਸੀਂ ਚੱਲਦੇ ਹਾਂ ਐਲੀਮੀਨੇਸ਼ਨ ਮੈਥਡ ਦੇ ਨਾਲ। ਇਸ ਵਿੱਚ ਕੀ ਲਿਖਾਂਗੇ, ਐਲੀਮੀਨੇਸ਼ਨ ਮੈਥਡ ਦੇ ਵਿੱਚ ਪਹਿਲਾਂ ਅਸੀਂ ਇਕੁਏਸ਼ਨ ਲਿਖ ਲੈਂਦੇ ਹਾਂ x - 2y = 0 ਐਂਡ ਨੀਚੇ ਕੀ ਆ ਸਾਡੇ ਕੋਲ 3x
प्लस 4y इज इक्वल टू 20। ठीक है जी। ਹੁਣ ਇਹਦੇ ਕੀ ਆ, ਤੁਸੀਂ ਕੀ ਕਰਨਾ, ਇਹ x ਦੇ ਨਾਲ ਦੇਖੋ ਪਹਿਲਾਂ ਕੀ ਲਿਖਿਆ, x ਦੇ ਨਾਲ ਲਿਖਿਆ ਕੁਝ ਵੀ ਨਹੀਂ ਤਾਂ ਅਸੀਂ ਲਿਖਾਂਗੇ ਇਸ ਨੂੰ 1। ਠੀਕ ਹੈ। ਹੁਣ ਇਸ 1 ਨੂੰ ਅਸੀਂ ਕੀ ਕਰਨਾ, ਇਹ ਸਾਰੀ ਇਹ ਨੀਚੇ ਜੋ ਇਕੁਏਸ਼ਨ ਹੈ ਇਸ ਦੇ ਨਾਲ ਮਲਟੀਪਲਾਈ ਕਰ ਦੇਣਾ। ਦੇਖੋ ਕਿਵੇਂ ਕਰਨਾ ਹੈ, 1 ਇਸ ਤਰ੍ਹਾਂ ਰੱਖ ਲੈਣਾ, ਫਿਰ ਬ੍ਰੈਕਟ ਦੇ ਵਿੱਚ 3x प्लस 4y इज इक्वल टू 20। ठीक है जी। ਹੁਣ ਜਿਹੜਾ ਆਹ ਵਾਲਾ 3 ਹੈ ਨੀਚੇ ਵਾਲੀ ਇਕੁਏਸ਼ਨ ਦਾ, ਇਸ ਨੂੰ ਤੁਸੀਂ ਉੱਪਰ ਸਾਰੀ ਇਕੁਏਸ਼ਨ ਦੇ ਨਾਲ मल्टीप्लाई कर देना है, एक्स का 3 बाहर रखना है और अंदर फिर इक्वेशन 1x माइनस 2y इज इक्वल टू 0। ਹੁਣ देखो इतने मल्टीप्लाई करना है 1 ਨੂੰ ਪਹਿਲਾਂ 3 ਦੇ ਨਾਲ, 1 3 ਦਾ 3x, ਫਿਰ 1 ਨੂੰ ਹੀ 4y ਦੇ ਨਾਲ ਪਲੱਸ 4y ਇਜ਼ ਇਕੁਅਲ ਟੂ 1 ਨੂੰ ਹੀ 20 ਨਾਲ ਕਰਾਂਗੇ ਤਾਂ ਕੀ ਆਊਗਾ 20। ਸੋ ਇਸੇ ਤਰੀਕੇ ਨਾਲ 3 ਨੂੰ ਫਿਰ 1x ਦੇ ਨਾਲ, ਫਿਰ 3x, ਫਿਰ ਇੱਥੇ ਸਾਈਨ ਦਾ ਪੂਰਾ ਧਿਆਨ ਰੱਖਣਾ। ਦੇਖੋ 3 ਨੂੰ 2 ਨਾਲ ਕਰਾਂਗੇ 6y, ਨਾਲ ਕੀ ਸਾਈਨ ਹੈ ਸਾਡੇ ਕੋਲ ਮਾਈਨਸ ਦਾ, ਉਹ ਇੱਥੇ ਲਗਾ ਦੇਣਾ ਇਜ਼ ਇਕੁਅਲ ਟੂ ਫਿਰ 3 0 0। ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ, ਇੱਥੇ ਲਾਈਨ ਮਾਰਨੀ ਨੀਚੇ, ਜਿਹੜੇ ਇਹਨਾਂ ਦੇ ਸਾਈਨ ਨੇ ਚੇਂਜ ਕਰ ਦੇਣੇ। ਦੇਖੋ ਇਸ ਦੇ ਨਾਲ ਕਿਹੜਾ ਸਾਈਨ ਹੈ ਇੱਥੇ, ਕੁਝ ਨਹੀਂ ਤਾਂ ਅਸੀਂ ਪਲੱਸ ਮੰਨਣਾਗੇ, ਤਾਂ ਇਹਦਾ ਸਾਈਨ ਚੇਂਜ ਕਰਕੇ ਕੀ ਹੋ ਜਾਊਗਾ ਮਾਈਨਸ। ਨੀਚੇ ਵਾਲੇ ਦੇ ਸਾਈਨ ਚੇਂਜ ਕਰਨੇ ਆ, ਇਹਦਾ ਨਾਲ ਕੀ ਆ ਮਾਈਨਸ, ਇਸ ਦਾ ਪਲੱਸ ਹੋ ਜਾਏਗਾ, ਇਹਦੇ ਨਾਲ ਕੁਝ ਨਹੀਂ ਤਾਂ ਇੱਥੇ ਵੀ ਮਾਈਨਸ ਹੋ ਜਾਏਗਾ। ਦੇਖੋ 3x ਤੋਂ 3x ਗਿਆ ਮਾਈਨਸ ਹੋ ਗਿਆ, फिर दोनों के प्लस का साइन है, 6 और 4 10, 10y इज इक्वल टू 20। ठीक है जी। तो फिर इतने की आ गया y इज इक्वल टू 20.10, 0 ਨਾਲ 0 कट गई तो y की वैल्यू साढ़े को आ गई 2। ठीक है। ਹੁਣ इस y की वैल्यू ਨੂੰ ਤੁਸੀਂ ਪੁੱਟ ਕਰੋਗੇ ਕਿਸੇ ਵੀ ਇਕੁਏਸ਼ਨ ਦੇ ਵਿੱਚ, ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਵੀ ਇਕੁਏਸ਼ਨ ਪੁੱਟ ਕਰ ਸਕਦੇ ਹੋ। ਫਰਜ਼ ਕਰੋ ਅਸੀਂ ਪੁੱਟ ਕਰਤੀ, ਪੁੱਟ y इज इक्वल टू x माइनस 2y इज इक्वल टू 0, x माइनस 2 y की जगह पे 2 पुट करता इज इक्वल टू 0, x माइनस 2 2 ਦਾ 4 इज इक्वल टू 0, x इज इक्वल टू, ਹੁਣੇ 4 ਨੂੰ ਦੂਜੀ ਸਾਈਡ ਲੈ ਜਾਾਂਗੇ ਤਾਂ ਇਹਦਾ ਕੀ ਹੋ ਜਾਏਗਾ, ਸਾਈਨ ਚੇਂਜ ਹੋ ਜਾਏਗਾ ਉਧਰ ਜਾ ਕੇ, ਤਾਂ ਇਸ ਦਾ ਆਨਸਰ ਆ ਜਾਏਗਾ x is equal to 4। ਸੋ ਸਾਡੇ ਕੋਲ x और y ਦੀ ਦੋਨੋਂ ਦੀ ਵੈਲਿਊ ਆ ਗਈਆਂ। ਠੀਕ ਹੈ ਜੀ। ਇਹ ਦੋਨੋਂ ਦੀ ਜਿਹੜੇ ਆਨਸਰ, ਹੁਣ ਅਸੀਂ ਇਸ ਨੂੰ ਕਰਦੇ ਹਾਂ ਸਬਸਟੀਟਿਊਟ ਮੈਥਡ ਦੇ ਨਾਲ। ਸਬਸਟੀਟਿਊਟ ਮੈਥਡ ਦੇ ਵਿੱਚ ਕੀ ਹੁੰਦਾ, ਉਸ ਤਰ੍ਹਾਂ ਹੀ ਪਹਿਲਾਂ ਇਕੁਏਸ਼ਨ ਲਿਖੀਆਂ ਜਾਂਦੀਆਂ, x minus 2y is equal to 0। ठीक है जी। 3x प्लस 4y इज इक्वल टू 20। ਤੁਸੀਂ ਇਹਨਾਂ ਦੋਨੋਂ 'ਚੋਂ ਕੋਈ ਵੀ ਇਕੁਏਸ਼ਨ ਲੈ ਸਕਦੇ ਹੋ, ਜਿਹੜੀ ਈਜ਼ੀ ਆ ਅਸੀਂ ਉਹੀ ਲੈਣੀ ਹੁੰਦੀ ਆ। ਤਾਂ ਅਸੀਂ ਇੱਥੇ ਇਕੁਏਸ਼ਨ ਲੈ ਲਈ, ਦੇਖੋ ਆਹ ਵਾਲੀ x minus 2y इज इक्वल टू 0। ਅਸੀਂ ਇੱਥੇ ਹੀ ਕਰਦੇ ਹਾਂ x इज इक्वल टू इस 2y ਨੂੰ ਦੂਜੀ ਸਾਈਡ ਲੈ ਜਾਾਂਗੇ, ਇਹ ਉੱਧਰ ਜਾ ਕੇ ਇਹਦਾ ਜਿਹੜਾ ਸਾਈਨ ਚੇਂਜ ਹੋ ਜਾਊਗਾ, ਇਹ ਕੀ ਹੋ ਜਾਊਗਾ ਪਲੱਸ ਦਾ ਹੋ ਜਾਏਗਾ, ਤਾਂ x ਦੀ ਵੈਲਿਊ ਬਣ ਜੂਗੀ ਸਾਡੇ ਕੋਲ 2y। ਤੁਸੀਂ ਇਸ ਨੂੰ ਕੀ ਕਰੋਗੇ, ਕਿਸੇ ਵੀ ਇਕੁਏਸ਼ਨ ਦੇ ਵਿੱਚ ਪੁੱਟ ਕਰ ਸਕਦੇ ਹੋ। ਹੁਣ ਅਸੀਂ ਫਰਜ਼ ਕਰੋ ਇਸ ਨੂੰ ਦੂਜੀ ਇਕੁਏਸ਼ਨ ਦੇ ਵਿੱਚ ਪੁੱਟ ਕਰਤਾ, 3x plus 4y is equal to 20। ਠੀਕ ਹੈ। ਇਸ ਦੇ ਵਿੱਚ ਜਿੱਥੇ x ਆ ਗਿਆ ਉੱਥੇ ਅਸੀਂ 2y ਲਗਾਤਾ, ਬਾਕੀ ਸਾਰੀ ਇਕੁਏਸ਼ਨ ਸੇਮ ਉਸੇ ਤਰੀਕੇ ਨਾਲ ਲਿਖ ਲੈਣੀ ਹੈ। ਹੁਣ 3 2 ਦਾ 6y plus 4y is equal to 20, 6y and 4y plus ਹੋ ਜਾਣਗੇ, ਕੀ ਆਨਸਰ ਆਏਗਾ 10y is equal to 20, y is equal to 20। ਇਹ ਜਿਹੜਾ ਨਾਲ ਚਿੰਬੜਿਆ ਇਸਦੇ ਉਹ ਕੀ ਜਾਏਗਾ, ਨੀਚੇ ਜਾਏਗਾ, ਤਾਂ ਇਦਾਂ ਕੀ ਹੋ ਜਾਏਗਾ 10, 0 ਨਾਲ 0 ਕੱਟ ਗਈ, ਤਾਂ ਆਨਸਰ ਕੀ ਆ ਗਿਆ ਸਾਡੇ ਕੋਲ y is equal to 2। ਦੇਖੋ y ਦੀ ਵੀ ਫਿਰ ਉਹੀ ਵੈਲਿਊ ਆ ਗਈ ਨਾ 2। ਸੋ ਇਸੇ ਤਰੀਕੇ ਨਾਲ ਤੁਸੀਂ ਕੋਈ ਵੀ ਮੈਥਡ ਲਗਾਓਗੇ ਤਾਂ ਆਨਸਰ ਸੇਮ ਹੀ ਆਏਗਾ। ਸੋ ਹੁਣ ਅਸੀਂ y ਦੀ ਵੈਲਿਊ ਨੂੰ ਕੀ ਕਰਾਂਗੇ, ਇਸ ਦੇ ਵਿੱਚ ਪੁੱਟ ਕਰ ਦਾਂਗੇ। ਠੀਕ ਹੈ ਜੀ। x is equal to 2y, ਪਹਿਲਾਂ ਉੱਪਰ ਲਿਖ ਲਾਂਗੇ ਇੱਥੇ ਪੁੱਟ y is equal to 2 in ਇਕੁਏਸ਼ਨ ਫਸਟ, ਇਸ ਨੂੰ ਅਸੀਂ ਫਸਟ ਇਕੁਏਸ਼ਨ ਮੰਨ ਲਾਂ। ਤਾਂ ਇੱਥੇ ਕਰਾਂਗੇ x is equal to 2, ਬ੍ਰੈਕਟ ਦੇ ਵਿੱਚ 2 ਪਾ ਦਾਂਗੇ ਕਿਉਂਕਿ y ਦੀ ਵੈਲਿਊ ਪੁੱਟ ਕੀਤੀ ਹੈ, x is equal to 2 2 ਦਾ 4। ਦੇਖੋ x ਦੀ ਵੈਲਿਊ ਆ ਗਈ 4। ਜਿਹੜਾ ਤੁਹਾਨੂੰ ਮੈਥਡ ਈਜ਼ੀ ਲੱਗਦਾ ਤੁਸੀਂ ਉਹ ਉਸ ਦੇ ਨਾਲ ਸੋਲਵ ਕਰ। 6th ਕੁਐਸਚਨ ਆ ਸਾਡੇ ਕੋਲ, the quadratic equation 2x² minus 5x plus 1 is equal to 0। ਦਿੱਤੀ ਦੋ ਘਾਤੀ ਸਮੀਕਰਨ। ਦੋ ਘਾਤੀ ਸਮੀਕਰਨ ਮੀਨਸ ਕੀ ਆ, ਕੁਆਡਰਿਕ ਇਕੁਏਸ਼ਨ ਕੀ ਹੁੰਦੀ ਆ, ਜਿਸ ਦੇ ਵਿੱਚ ਜਿਹੜੀ ਪਾਵਰ ਹੈ ਉਹ ਸਕੁਅਰ ਦੇ ਵਿੱਚ ਦਿੱਤੀ ਹੁੰਦੀ ਆ। ਠੀਕ ਹੈ ਜੀ। ਇਸ ਤਰੀਕੇ ਨਾਲ ਜਿਹੜੀ ਉਹਦੀ ਪਾਵਰ ਦਿੱਤੀ ਹੋਊਗੀ ਤੁਹਾਨੂੰ, ਤਾਂ ਤੁਸੀਂ ਕੀ ਦੇਖਣਾ, ਤੁਸੀਂ ਇਹ 'ਚ ਦੇਖਣਾ ਆਪਸ਼ਨ ਦਿੱਤੇ ਹੋਣੇ ਸਾਨੂੰ ਵੀ 2 ਡਿਸਟਿੰਕਟ ਰੂਲ ਆ, ਜਾਂ 2 ਇਕੁਅਲ ਰੂਟ ਆ, ਜਾਂ ਨੋ ਰੀਅਲ ਰੂਟ ਹੈ, ਜਾਂ ਫਿਰ ਕੀ ਆ more than 2 real root। ਤਾਂ ਇਸ ਨੂੰ ਦੇਖਣ ਦਾ ਇੱਕ ਫਾਰਮੂਲਾ ਹੁੰਦਾ ਸਾਡੇ ਕੋਲ, d is equal to b square minus 4ac। ਹੁਣ ਇੱਥੇ ਵੈਲਿਊ ਕਿਸ ਤਰ੍ਹਾਂ ਪੁੱਟ ਕਰਨੀ ਆ, ਤੁਸੀਂ ਇਕੁਏਸ਼ਨ ਲਿਖ ਲੈਣੀ ਆ ਆਪਣੇ ਕੋਲ 2x square minus root 5x plus 1। ਤਾਂ a ਦੀ ਵੈਲਿਊ ਕੀ ਹੋਊਗੀ, ਆ ਜਿਹੜੀ a ਦੀ ਵੈਲਿਊ ਆ ਇਹ b ਦੀ ਆ, ਇਹ c ਦੀ ਆ। ਠੀਕ ਹੈ ਜੀ। a ਦੀ ਵੈਲਿਊ ਹੋਊਗੀ 2, b ਦੀ ਵੈਲਿਊ minus root 5, ਤੁਸੀਂ ਮਾਈਨਸ ਦਾ ਪੂਰਾ ਧਿਆਨ ਰੱਖਣਾ ਹੈ, माइनस रूट 5 एंड सी की वैल्यू आ गई 1। ठीक है जी। सो यही फार्मूला ਅਸੀਂ ਇੱਥੇ ਲਿਖ ਲਾਂਗੇ ਇੱਕ ਵਾਰੀ, d is equal to b square minus ac। ਇੱਥੇ ਇਸ ਦੀ ਵੈਲਿਊ ਪੁੱਟ ਕਰ ਦਾਂਗੇ, d is equal to b ਦੀ ਵੈਲਿਊ ਕੀ ਹੈ ਸਾਡੇ ਕੋਲ minus root 5 ਉਸ ਦਾ ਸਕੁਅਰ minus 4, a ਦੀ ਵੈਲਿਊ 2, c ਦੀ ਵੈਲਿਊ 1।
ठीक है जी। हुण -√5 का स्केयर का मतलब की आ कि -√5 मल्टीप्लाई -5 ਜਦੋਂ ਵੀ ਦੇਖੋ रूट ਦੇ ਵਿੱਚ ਦੋ ਵੈਲਿਊ ਸੇਮ ਹੋ ਜਾਣ ਤਾਂ ਉਸਦਾ रूट ਟੁੱਟ ਜਾਂਦਾ ਤੇ ਜਿਹੜੀ ਵੈਲਿਊ ਹੈ ਉਹ ਜੋ ਲਿਖੀ ਹੁੰਦੀ ਆ ਉਹੀ ਆ ਜਾਂਦੀ ਆ। ਠੀਕ ਹੈ ਜੀ। तो d = 5 -4 ਦਾ 8 ਫਿਰ d = 8 ਚੋਂ 5 ਗਏ 3 ਦੋਨਾਂ ਚੋਂ ਵੱਡਾ ਕਿਹੜਾ 8 ਔਰ 8 ਦੇ ਅੱਗੇ ਸਾਈਨ ਕਿਹੜਾ ਮਾਈਨਸ ਦਾ। ਸੋ ਆਨਸਰ ਵਿੱਚ ਅਸੀਂ ਮਾਈਨਸ ਲਗਾਵਾਂਗੇ। ਸੋ ਜਦੋਂ ਵੀ d ਦੀ ਵੈਲਿਊ ਜਿਹੜੀ ਮਾਈਨਸ ਆ ਜਾਏ ਤਾਂ ਉਸਦਾ ਆਨਸਰ ਕੀ ਬਣ ਜਾਏਗਾ ਸਾਡੇ ਕੋਲ ਉਹ ਬਣ ਜਾਏਗਾ ਜੀ नो रियल रूट। ठीक है जी। 7th क्वेश्चन ਸਾਡੇ ਕੋਲ AP 2,2,2,2 ਇਸ ਦਾ ਕੀ ਹੋਏਗਾ व्हाट इज द कॉमन डिफरेंस। ਇਸ ਦਾ कॉमन डिफरेंस ਦੇਖਣਾ ਹੈ। कॉमन डिफरेंस ਦੇਖਣ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ D = A2 - A1। ਸੋ AP ਆ ਸਾਡੇ ਕੋਲ ਜੀ 2,2,2,2 ਸੋ ਇਹ ਕੀ ਆ ਸਾਡੇ ਕੋਲ A1 A2 A3 A। ਠੀਕ ਹੈ ਜੀ। ਸੋ A2 ਦੀ ਵੈਲਿਊ ਕੀ ਹੈ 2 A1 ਦੀ ਵੈਲਿਊ ਕੀ ਹੈ 2 2 - 2 ਕਰਤਾ ਫਿਰ ਆਨਸਰ ਆ ਗਿਆ ਸਾਡੇ ਕੋਲ 0। ਸੋ ਇਸ ਦਾ ਆਨਸਰ ਕੀ ਹੋ ਗਿਆ ਸਾਡੇ ਕੋਲ ਆਪਸ਼ਨ D 0। 8th क्वेश्चन ਆ ਸਾਡੇ ਕੋਲ what are the coordinate of a point which is located on both axes। ਕਹਿੰਦਾ ਉਸ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰੋ ਜੋ ਦੋਵੇਂ ਧੁਰਿਆਂ ਦੇ ਸਥਿਤ ਹੋਵੇ। ਦੇਖੋ ਸਟੂਡੈਂਟ ਇਹਨੂੰ ਸਮਝਣ ਲਈ ਥੋੜਾ ਜਿਹਾ ਬਾਅਦ ਤੁਸੀਂ ਟੇਬਲ ਨੂੰ ਸਮਝ ਲਓ। ਇਹ ਟੇਬਲ ਦੇ ਵਿੱਚ ਕੀ ਆ ਇਹ x ਦੀ ਵੈਲਿਊ ਹੁੰਦੀ ਆ ਉੱਪਰ ਜੋ ਲਿਖੀਆਂ ਹੁੰਦੀਆਂ ਦੀ ਵੈਲਿਊ ਹੁੰਦੀਆਂ ਇਸ ਸਾਈਡ ਤੁਹਾਡੇ ਕੋਲ ਪਲੱਸ ਦੇ ਵਿੱਚ ਹੁੰਦਾ ਨੀਚੇ ਜਾਈਏ ਤਾਂ ਸਾਡੇ ਕੋਲ ਮਾਈਨਸ ਦੇ ਵਿੱਚ ਹੋ ਜਾਂਦਾ। ਠੀਕ ਹੈ ਜੀ। ਇਸ ਸਾਈਡ ਜਾਈਏ ਤਾਂ ਫਿਰ ਮਾਈਨਸ ਦੇ ਵਿੱਚ ਵੈਲਿਊ ਸਟਾਰਟ ਹੋ ਜਾਂਦੀ ਆ ਉੱਪਰ ਜਾਈਏ ਤਾਂ ਫਿਰ ਸਾਡੇ ਕੋਲ ਪਲੱਸ ਸਟਾਰਟ ਹੋ ਜਾਂਦੀ ਆ। ਸੋ ਇਹ ਸਾਡੇ ਕੋਲ ਕੀ ਆ ਇਹ ਸਾਡੇ ਕੋਲ x ਐਕਸਿਸ ਆ ਐਂਡ ਇਹ ਸਾਡੇ ਕੋਲ y ਐਕਸਿਸ ਹੁੰਦੀ ਆ। ठीक है। वो की पूछ रहा व्हाट आर द कोऑर्डिनेट ऑफ ए पॉइंट विच इज लोकेटेड ऑन बोथ एक्सिस। कहना किहड़ा ऐसा पॉइंट है ऑप्शन दा विचों ਜਿਹੜੇ both एक्सिस ਤੇ ਯਾਨੀ ਦੋਨਾਂ ਲਾਈਨਾਂ ਤੇ ਸਾਡੇ ਕੋਲ ਸ਼ੋ ਹੋ ਰਿਹਾ ਹੋਵੇ। ਇਹ ਸੈਂਟਰ ਹੁੰਦਾ ਸਾਡਾ 0। ਸੋ ਤੁਸੀਂ ਦੇਖੋ ਇਹ 0 ਹੀ ਇੱਕ ਐਸਾ ਪੁਆਇੰਟ ਹੈ ਜਿਹੜਾ y ਦੇ ਵਿੱਚ ਵੀ ਜਾ ਰਿਹਾ ਹੈ ਐਂਡ x ਦੇ ਵਿੱਚ ਵੀ। ਸੋ ਇਸ ਕਰਕੇ ਇਹਦਾ ਆਨਸਰ ਕੀ ਹੋ ਜਾਏਗਾ B 0। 9th क्वेश्चन ਹੈ ਸਾਡੇ ਕੋਲ ਜੀ 9 secant square a - 9 tan square a = the value of 9 secant square - 9 tan square is ਵੈਲਿਊ ਕੀ ਹੋਊਗੀ ਸਾਡੇ ਕੋਲ। ਦੇਖੋ ਇਸ ਨੂੰ ਵੀ ਦੋ ਤਰੀਕਿਆਂ ਦੇ ਨਾਲ ਅਸੀਂ ਸੋਲਵ ਕਰ ਸਕਦੇ ਹਾਂ। ਸੋ ਪਹਿਲਾ ਮੈਥਡ ਕੀ ਹੈ ਪਹਿਲੇ ਮੈਥਡ ਨਾਲ ਤੁਸੀਂ ਕੀ ਕਰ ਸਕਦੇ ਹੋ ਦੇਖੋ 9 ਨੂੰ ਅਸੀਂ ਇਸ ਤਰ੍ਹਾਂ ਲਿਖ ਲੈਣਾ ਉਹ ਬ੍ਰੈਕਟ ਸਟਾਰਟ ਕਰਨੀ ਆ ਇੱਥੇ ਹੀ ਕਰਨਾ ਇਸ secant a square ਦੀ ਵੈਲਿਊ ਦੇਖਣੀ ਹੁੰਦੀ ਆ। secant a square ਦੀ ਵੈਲਿਊ ਸਾਡੇ ਕੋਲ ਹੋ ਜਾਂਦੀ ਆ 1 + tan square a - 9 tan square a। ਠੀਕ ਹੈ ਜੀ। ਇਸ ਨੂੰ ਤੁਸੀਂ ਇਸ ਤਰ੍ਹਾਂ ਲਿਖ ਲੈਣਾ ਇਹਨੂੰ ਬ੍ਰੈਕਟ ਬੰਦ ਕਰ ਦੇਣੀ ਹੈ ਫਿਰ 9 अंदर की आएगा साढ़े को नैक्सट स्टैप की करना तुसी 9 ਨੂੰ 1 ਨਾਲ ਮਲਟੀਪਲਾਈ ਕਰਨਾ ਹੈ 9 1 ਦਾ 9 प्लस फिर 9 ਨੂੰ tan ਸਕੁਅਰ ਨਾਲ ਮਲਟੀਪਲਾਈ ਕਰਨਾ ਹੈ 9 tan ਸਕੁਅਰ a माइनस 9 tan ਸਕੁਅਰ a। ठीक है जी। ਹੁਣ ਇਸ ਵਾਰ ਕੀ ਕਰਨਾ ਦੇਖੋ 9 tan ਸਕੁਅਰ a 9 tan ਸਕੁਅਰ a ਇਹ ਦੋਨੋਂ ਸੇਮ ਹੋ ਗਏ ਵਿੱਚ ਮਾਈਨਸ ਆ ਗਿਆ ਇਹ ਖਤਮ ਹੋ ਗਿਆ ਸਾਡੇ ਕੋਲ ਕੀ ਬਚਿਆ 9। ਸੋ ਇਹ ਇਸ ਦਾ ਆਨਸਰ ਬਣ ਗਿਆ। ਸੈਕੰਡ ਤਰੀਕਾ ਕੀ ਹੈ ਜੀ ਕੁਐਸਚਨ ਦੇ ਵਿੱਚ ਉਹਦੇ ਤੁਸੀਂ ਕੀ ਕਰਨਾ ਦੇਖੋ ਮਾਈਨਸ ਤੋਂ ਇਸ ਸਾਈਡ ਮਾਈਨਸ ਤੋਂ ਉਸ ਸਾਈਡ ਦੋਨੋਂ ਹੀ ਦੇਖ ਲੈਣਾ ਕਾਮਨ ਕੀ ਆ कॉमन ਸਾਡੇ ਕੋਲ ਕੀ ਹੈ 9 ਇਸ ਨੂੰ ਅਸੀਂ ਬਾਹਰ ਕੱਢ ਲਾਂਗੇ ਬ੍ਰੈਕਟ ਸਟਾਰਟ ਕਰਾਂਗੇ ਅੰਦਰ ਕੀ ਰਹਿ ਗਿਆ ਸਾਡੇ ਕੋਲ secant square a - tan square a ਔਰ ਇਸ ਦੀ ਜਿਹੜੀ ਵੈਲਿਊ ਹੁੰਦੀ ਆ ਇਹ ਹੁੰਦੀ ਆ ਫਾਰਮੂਲੇ ਦੇ ਅਕੋਰਡਿੰਗ 1 ਇਹ 1 ਆ ਜਾਏਗਾ ਇੱਥੇ 9 1 ਦਾ 9 ਇਹ 9 ਆਨਸਰ ਆ ਜਾਏਗਾ ਸੋਲਵ ਹੋ ਗਿਆ। ਦੇਖੋ ਦੋਨੋਂ ਤਰੀਕਿਆਂ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ ਉਸ ਮੈਥਡ ਨਾਲ ਵੀ ਜਿਸ ਸਟੂਡੈਂਟ ਨੂੰ ਉਹ ਵੈਲਿਊ ਯਾਦ ਆਉਂਦੀ ਆ ਤਾਂ ਉਹ ਵੈਲਿਊ ਨੂੰ ਪੁੱਟ ਕਰ ਦਿਓ ਜਿਸ ਨੂੰ ਇਹ ਪਤਾ ਤਾਂ ਤੁਸੀਂ ਇਹ ਵੈਲਿਊ ਨਾਲ ਵੀ ਪੁੱਟ ਕਰ। 10th ਕੁਐਸਚਨ ਆ ਸਾਡੇ ਕੋਲ what is the value of cos a from the given triangle ABC। ਹੁਣ ਇਹਦੇ ਵਿੱਚ ਕੀ ਆ ਦੇਖੋ ਇੱਕ ਤੁਹਾਡੇ ਕੋਲ ਰਾਈਟ ਟ੍ਰਾਇੰਗਲ ਦਿੱਤਾ ਹੋਇਆ। ਠੀਕ ਹੈ ਜੀ। ਰਾਈਟ ਟ੍ਰਾਇੰਗਲ ਦੇ ਵਿੱਚ ਜਦ ਤੁਹਾਡੇ ਕੋਲ ਇਹ 2-3 ਵੈਲਿਊ ਦਿੱਤੀਆਂ ਤੁਸੀਂ ਕੀ ਕਰਨਾ ਤੁਸੀਂ ਸਿੰਪਲ ਜਿਹੜਾ ਇਸ ਨੂੰ ਪੁੱਟ ਕਰ ਦੇਣਾ ਬਸ। ਠੀਕ ਹੈ ਜੀ। ਹੁਣ ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੀ ਵੈਲਿਊ ਕਿਸ ਦੀ ਪੁੱਛੀ ਜਾ ਰਹੀ ਆ cos a ਦੀ। ਸੋ cos a = ਸਾਡੇ ਕੋਲ ਕੀ ਹੁੰਦਾ b/h। ਠੀਕ ਹੈ ਜੀ। ਤਾਂ b ਦੀ ਵੈਲਿਊ ਇੱਥੇ ਦੇਖ ਲੈਣੀ ਹੈ ਬੇਸ 'ਚ ਕੀ ਆ ਸਾਡੇ ਕੋਲ 3 ਐਂਡ h ਕੀ ਆ ਸਾਡੇ ਕੋਲ 5 ਤਾਂ ਇੱਥੇ ਪੁੱਟ ਕਰ ਦੇਣੀ ਹੈ 3.5 ਤਾਂ 3.5 ਇਸ ਦਾ ਆਨਸਰ ਆ ਜਾਏਗਾ ਜਿਹੜਾ ਆਪਸ਼ਨ ਦੇ ਵਿੱਚ ਦਿੱਤਾ ਹੈ B। 11th ਕੁਐਸਚਨ ਆ ਸਾਡੇ ਕੋਲ ਦਾ ਸ਼ੇਪ ਆਫ ਅ ਗਿੱਲੀ ਇਨ ਦਾ ਗਿੱਲੀ ਡੰਡਾ ਗੇਮ ਇਜ਼ ਅ ਕੰਬੀਨੇਸ਼ਨ ਆਫ। ਕਹਿੰਦਾ ਗਿੱਲੀ ਡੰਡੇ ਦੀ ਖੇਡ ਜਿਹੜੀ ਗਿੱਲੀ ਦਾ ਆਕਾਰ ਹੁੰਦਾ ਹੈ ਉਹ ਕਿਸ ਤਰੀਕੇ ਨਾਲ ਬਣਿਆ ਹੁੰਦਾ ਇਹ ਤੁਹਾਨੂੰ ਪਿਕਚਰ ਦਿੱਤੀ ਹੈ ਜੀ ਉਹਨਾਂ ਨੇ। ਦੇਖੋ ਹੁਣ ਤੁਹਾਡੇ ਕੋਲ ਦੇਖੋ ਤੁਹਾਡੇ ਕੋਲ ਦੋ ਸਾਈਡਾਂ ਨੇ ਇੱਕ ਸਾਈਡ ਦੇ ਵਿੱਚ ਕੀ ਹੈ ਸਾਡੇ ਕੋਲ ਇੱਕ ਇਹ ਬਣਿਆ ਹੋਇਆ ਕੋਣ ਇੱਕ ਇਹ ਬਣਿਆ ਹੋਇਆ। ਠੀਕ ਹੈ ਜੀ। ਦੋ ਕੋਣ ਹੋ ਗਏ ਆ ਵਿੱਚ ਜਿਹੜਾ ਕੀ ਆ ਸਾਡੇ ਕੋਲ ਇਹ ਸਿਲੰਡਰ ਹੋ ਗਿਆ ਤਾਂ ਇਹਦਾ ਆਨਸਰ ਕੀ ਹੋ ਜਾਏਗਾ ਸਾਡੇ ਕੋਲ 2 ਕੋਣ ਐਂਡ ਅ ਸਿਲੰਡਰ ਜਿਸ ਨੂੰ ਅਸੀਂ ਕਹਿ ਦਿੰਦੇ ਆ ਦੋ ਸ਼ੰਕੂ ਅਤੇ ਬੇਲਣ। ਤਾਂ ਆਨਸਰ ਹੋ ਜਾਏਗਾ ਸਾਡੇ ਕੋਲ C ਆਪਸ਼ਨ। 11th ਕੁਐਸਚਨ ਆ ਸਾਡੇ ਕੋਲ ਹਾਊ ਮੈਨੀ ਟੈਂਜੈਂਟਸ ਕੈਨ ਅ ਸਰਕਲ ਹੈਵ। ਕਹਿੰਦੇ ਇੱਕ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਮੰਨ ਲਓ ਇਹ ਸਰਕਲ ਹੈ ਇਹ ਅਸੀਂ ਪੁਆਇੰਟ ਲਗਾ ਲਿਆ ਇੱਥੋਂ ਅਸੀਂ ਇੱਕ ਲਾਈਨ ਖਿੱਚਾਂਗੇ ਤੇ ਇੱਥੋਂ ਵੀ ਅਸੀਂ ਇੱਕ ਟੈਂਜੈਂਟ ਖਿੱਚ ਸਕਦੇ ਹਾਂ। ਇਸ ਨੂੰ ਅਸੀਂ ਕੀ ਕਰਦੇ ਹਾਂ
ਇਹ ਦੋ ਟੈਂਜੈਂਟ ਹੀ ਜਿਹੜੀਆਂ ਖਿੱਚੀਆਂ ਜਾ ਸਕਦੀਆਂ। ਸੋ ਆਨਸਰ ਕੀ ਹੋ ਜਾਏਗਾ ਇਸ ਦਾ 2। 13 ਕੁਐਸਚਨ ਹੈ ਸਾਡੇ ਕੋਲ, ਇਫ ਟ੍ਰਾਇੰਗਲ ABC ਸਿਮਿਲਰ ਟ੍ਰਾਇੰਗਲ DEF ਐਂਡ ਐਂਗਲ A is equal to 47 ਡਿਗਰੀ ਐਂਡ ਐਂਗਲ B is equal to 83 ਡਿਗਰੀ ਦੈਨ ਐਂਗਲ F is, ਕਹਿੰਦਾ ਜੇਕਰ ਇਹ ਜਿਹੜੇ ਦੋ ਟ੍ਰਾਇੰਗਲ ਨੇ ਸਿਮਿਲਰ ਹੋ ਜਾਣ ਤੇ ਇਹਨਾਂ ਦੀਆਂ A ਤੇ B ਦੀ ਵੈਲਿਊ ਦਿੱਤੀ ਹੋਣ ਤਾਂ ਤੁਸੀਂ ਇਹ F ਦਾ ਜਿਹੜਾ ਐਂਗਲ ਹੈ ਪਤਾ ਕਰਨਾ। F ਕੀ ਹੋਏ, ਦੇਖੋ ਜਦੋਂ ਤੁਹਾਨੂੰ ਇਹ ਦੋ ਟ੍ਰਾਇੰਗਲ ਦੇਖੋ ਦਿੱਤੇ ਹੋਏ ਨੇ, ਇਹ ਸਿਮਿਲਰ ਵੀ ਨੇ, ਤਾਂ ਇਸਦਾ ਮਤਲਬ ਕੀ ਹੋਇਆ, ਜਿਹੜਾ ਇਹ ਐਂਗਲ A ਹੈ, ਐਂਗਲ A ਦੀ ਜੋ ਵੈਲਿਊ ਇਸ ਸਾਈਡ ਦਿੱਤੀ ਹੈ ਉਹ ਦਿੱਤੀ ਹੈ 47, ਤਾਂ ਇਸਦਾ ਮਤਲਬ ਐਂਗਲ D ਦੀ ਵੈਲਿਊ ਵੀ ਕੀ ਹੋ ਜਾਏਗੀ 47 ਡਿਗਰੀ। ਸੋ ਇਸ ਸਾਈਡ ਸਾਡੇ ਕੋਲ ਐਂਗਲ B ਦੀ ਵੈਲਿਊ ਦਿੱਤੀ ਹੈ 83 ਡਿਗਰੀ, ਤਾਂ ਇਸ ਸਾਈਡ 3E ਦੀ ਵੈਲਿਊ ਕੀ ਹੋ ਜਾਏਗੀ, ਉਹ ਵੀ 83। ਸੋ ਇਸ ਸਾਈਡ ਸਾਡੇ ਕੋਲ C ਦੀ ਵੈਲਿਊ ਨਹੀਂ ਹੈਗੀ, ਔਰ ਅਸੀਂ C ਦੀ ਵੈਲਿਊ ਹੋਊਗੀ ਤਾਂ ਫਿਰ ਅਸੀਂ F ਦੀ ਵੀ ਕੱਢ ਸਕੀਏ। ਤਾਂ ਇਸ ਨੂੰ ਸਿੰਪਲ ਕੀ ਆ, ਇਸ ਕੁਐਸਚਨ ਨੂੰ ਸੋਲਵ ਕਰਨ ਦੇ ਤੁਸੀਂ ਕੀ ਕਰਨਾ, ਦੇਖੋ ਇਹਦੇ ਵਿੱਚ ਐਂਗਲ A ਪਲੱਸ ਐਂਗਲ B ਪਲੱਸ ਐਂਗਲ C ਇਜ਼ ਇਕੁਅਲ ਟੂ 180 ਡਿਗਰੀ। ਇਹ ਸਾਡੇ ਕੋਲ ਫਾਰਮੂਲਾ ਲੱਗ ਜਾਂਦਾ ਹੈ। ਜਦੋਂ ਵੀ ਦੋ ਵੈਲਿਊਆਂ ਦਿੱਤੀਆਂ ਹੋਣ ਔਰ ਤੀਜੀ ਫਾਈਂਡ ਕਰਨੀ ਹੋਵੇ, ਤੁਸੀਂ ਹਮੇਸ਼ਾ ਇਹੀ ਫਾਰਮੂਲਾ ਲਗਾਉਣਾ ਹੈ ਔਰ ਇਸ ਦੇ ਬ੍ਰੈਕਟ ਦੇ ਵਿੱਚ ਲਿਖਣਾ ਐਂਗਲ ਸਮ ਪ੍ਰੋਪਰਟੀ, ਕਿ ਇੱਕ ਟ੍ਰਾਇੰਗਲ ਦੇ ਵਿੱਚ ਤਿੰਨੋਂ ਐਂਗਲ ਦਾ ਸਮ ਜਿਹੜਾ 180 ਡਿਗਰੀ ਹੁੰਦਾ ਹੈ। ਸੋ ਐਂਗਲ A ਦੀ ਵੈਲਿਊ 47 ਡਿਗਰੀ ਪਲੱਸ ਐਂਗਲ B ਦੀ ਵੈਲਿਊ 83 ਡਿਗਰੀ ਪਲੱਸ ਐਂਗਲ ਜਿਹੜਾ C ਹੈ ਉਹ ਅਸੀਂ ਫਾਈਂਡ ਕਰ ਲੈਣਾ ਹੈ ਇਜ਼ ਇਕੁਅਲ ਟੂ 180 ਡਿਗਰੀ। ਹੁਣ ਇਸ ਨੂੰ ਤੁਸੀਂ ਪਲੱਸ ਕਰ ਦੇਣਾ, ਪਲੱਸ ਕਰਕੇ ਅਤੇ ਆਨਸਰ ਕੀ ਆ ਜਾਏਗਾ ਸਾਡੇ ਕੋਲ 130 ਡਿਗਰੀ ਪਲੱਸ ਐਂਗਲ C ਇਜ਼ ਇਕੁਅਲ ਟੂ 180 ਡਿਗਰੀ, ਐਂਗਲ C ਕੀ ਰੱਖ ਲੈਣਾ ਇਜ਼ ਇਕੁਅਲ ਟੂ 180 ਡਿਗਰੀ ਆਪਣੀ ਜਗ੍ਹਾ ਤੇ, ਇਹ 130 ਜਿਹੜਾ ਦੂਜੀ ਸਾਈਡ ਜਾ ਕੇ ਕੀ ਹੋ ਜਾਏਗਾ ਮਾਈਨਸ ਹੋ ਜਾਏਗਾ, ਇਸ ਨੂੰ ਮਾਈਨਸ ਕਰ ਦੇਣਾ, ਐਂਗਲ C ਇਜ਼ ਇਕੁਅਲ ਟੂ, ਤਾਂ ਆਨਸਰ ਆ ਕੋਲ 50 ਡਿਗਰੀ। ਠੀਕ ਹੈ ਜੀ। ਸੋ ਐਂਗਲ C ਜੇ ਸਾਡੇ ਕੋਲ 50 ਡਿਗਰੀ ਆ ਤਾਂ ਆਟੋਮੈਟਿਕਲੀ ਕੀ ਹੋ ਗਿਆ, ਐਂਗਲ F ਵੀ ਸਾਡੇ ਕੋਲ 50 ਡਿਗਰੀ ਹੀ ਹੋ ਗਿਆ। ਸੋ ਇੱਥੇ ਅਸੀਂ ਆਪਸ਼ਨ ਲਗਾਵਾਂਗੇ ਆਪਸ਼ਨ A 50 ਡਿਗਰੀ। ਕੁਐਸਚਨ ਨੰਬਰ 14 ਹੈ ਸਾਡੇ ਕੋਲ, ਵਨ ਆਫ ਦਾ ਮੈਥਡ ਆਫ ਡਿਟਰਮਾਈਨਿੰਗ ਮੋਡ ਇਜ਼, ਬੋਲਕ ਪਤਾ ਕਰਨ ਦਾ ਇੱਕ ਸੂਤਰ ਕੀ ਆ। ਬੋਲਕ ਪਤਾ ਕਰਨ ਦੇ ਜਾਂ ਮੋਡ ਪਤਾ ਕਰਨ ਦੇ ਲਈ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਫਾਰਮੂਲਾ ਲੱਗਦਾ, ਉਹ ਸਾਡੇ ਕੋਲ ਹੈਗਾ ਜੀ ਆਪਸ਼ਨ B, ਜਿਹਦਾ ਆਨਸਰ ਹੋਏਗਾ ਮੋਡ ਇਜ਼ ਇਕੁਅਲ ਟੂ 3 ਮਿਡੇਨ ਮਾਈਨਸ 2 ਮੀ। ਠੀਕ ਹੈ ਜੀ। ਕੁਐਸਚਨ 15 ਹੈ ਸਾਡੇ ਕੋਲ, ਇੱਕ ਬੱਚੇ ਦੇ ਕੋਲ ਇੱਕ ਅਜਿਹਾ ਪਾਸਾ ਹੈ ਜਿਸ ਦੇ ਪਲਕਾਂ ਉੱਤੇ ਹੇਠ ਲਿਖੇ ਅੰਕ ਅੰਕਿਤ ਹਨ, ਇਸ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ A ਪ੍ਰਾਪਤ ਹੋਣ ਦੀ ਕੀ ਸੰਭਾਵਨਾ। ਅ ਚਾਈਲਡ ਹੈਜ਼ ਅ ਡਾਈ whose 6 faces show the letter as given below, the die is thrown, what is the probability of getting A। probability ਜਾਂ ਸੰਭਾਵਨਾ ਪਤਾ ਕਰਨੀ ਹੈ ਅਸੀਂ ਕੀ ਹੁੰਦੀ ਆ, ਦੇਖੋ probability ਸੰਭਾਵਨਾ ਪਤਾ ਕਰਨ ਲਈ ਕੁਐਸਚਨ ਤੁਸੀਂ ਚੰਗੀ ਤਰ੍ਹਾਂ ਸਮਝ ਲਓ। ਸਿੰਪਲ ਹੈ ਜੀ, ਅ ਚਾਈਲਡ ਹੈਜ਼ ਅ ਡਾਈ whose 6 faces, ਇੱਕ ਜਿਹੜੀ ਲੂਡੋ ਖੇਡਣ ਵਾਲੀ ਡਾਈ ਆ ਉਹਦੇ ਜਿਹੜੇ ਫੇਸ ਕਿੰਨੇ ਨੇ, ਉਹ 6 ਨੇ ਜੀ, ਤੇ ਉਹਦੇ ਵਿੱਚੋਂ ਇਹ ਤੁਹਾਨੂੰ ਦਿੱਤਾ ਹੋਇਆ, ਦੇਖੋ ਕਿਹੜੀ ਚੀਜ਼ ਜਿਹੜੀ ਇਹਨਾਂ ਦੇ ਵਿੱਚੋਂ ਦੋ ਵਾਰੀ ਆ ਰਹੀ ਆ, ਉਹ ਕੀ ਆ ਰਹੀ ਆ, ਇੱਕ A ਐਂਡ ਦੁਬਾਰਾ ਫਿਰ ਦੇਖੋ A ਆ ਰਿਹਾ, ਇਹਦਾ ਮਤਲਬ ਹੈ ਕਿ ਦੋ ਵਾਰੀ ਆ ਰਿਹਾ ਹੈ, ਤਾਂ ਤੁਸੀਂ ਟੋਟਲ ਜਿਹੜਾ ਨੀਚੇ ਲਿਖ ਲੈਣਾ ਹੈ, ਜਿੱਦੀ ਜਿਹੜੀ ਪ੍ਰੋਬੇਬਿਲਿਟੀ ਉਹ ਪੁੱਛੀ ਹੈ ਉਸਨੇ, ਉਸ ਨੂੰ ਤੁਸੀਂ ਉੱਪਰ ਲਿਖਣਾ, ਉਹਦੀ ਕਾਊਂਟਿੰਗ ਗਿਣ ਲੈਣੀ ਹੈ ਕਿ ਕਿੰਨੀ ਵਾਰੀ ਆ ਰਹੀ ਆ। ਇਹ ਦੇਖੋ ਦੋ ਵਾਰੀ ਆ ਰਿਹਾ ਤਾਂ ਉੱਪਰ ਅਸੀਂ 2 ਲਿਖ ਲੈਣਾ। ਠੀਕ ਹੈ ਜੀ। ਇਸ ਨੂੰ ਅਸੀਂ ਕਟਿੰਗ ਕਰ ਲੈਣੀ ਹੈ 2 1 ਦਾ 2 3 ਦਾ। ਠੀਕ ਹੈ, 2 ਦੇ ਟੇਬਲ ਤੇ ਹੀ ਆ ਗਿਆ 6, तो ਆਨਸਰ ਕੀ ਆ ਗਿਆ 1.3, तो ਇੱਥੇ ਆਪਸ਼ਨ ਬਣ ਜਾਏਗਾ ਸਾਡੇ ਕੋਲ 1 3। ਕੁਐਸਚਨ ਨੰਬਰ 16 ਆ ਸਾਡੇ ਕੋਲ, ਸਾਈਡਸ ਆਫ ਟ੍ਰਾਇੰਗਲਸ ਆਰ ਗਿਵਨ ਬਿਲੋ, ਵਿਚ ਆਫ ਥੀਸ ਰਾਈਟ ਐਂਗਲ ਟ੍ਰਾਇੰਗਲ, ਕਹਿੰਦੇ ਤੁਹਾਨੂੰ ਇਹ ਤ੍ਰਿਭੁਜ ਦੀਆਂ ਭੁਜਾਵਾਂ ਦਿੱਤੀਆਂ, ਨੀਚੇ ਸਾਈਡਾਂ ਦਿੱਤੀਆਂ, ਤਾਂ ਇਹਨਾਂ ਚੋਂ ਕਿਹੜੀ ਜਿਹੜੀ ਸਮਕੋਣੀ ਤ੍ਰਿਭੁਜ ਹੈ, ਮਤਲਬ ਕਿ ਰਾਈਟ ਐਂਗਲ ਤ੍ਰਿਭੁਜ ਹੈ ਜਿਹੜਾ 90 ਡਿਗਰੀ ਦਾ ਸਾਈਨ ਬਣਾਉਂਦੀ ਆ। ਤਾਂ ਤੁਸੀਂ ਕੀ ਕਰਨਾ ਹੈ, ਦੇਖੋ ਸਟੂਡੈਂਟ ਨੂੰ ਸੋਲਵ ਕਰਨ ਦੇ ਲਈ ਸਾਡੇ ਕੋਲ ਫਾਰਮੂਲਾ ਹੀ ਹੁੰਦਾ h ਸਕੁਅਰ ਇਜ਼ ਇਕੁਅਲ ਟੂ p ਸਕੁਅਰ ਪਲੱਸ b ਸਕੁਅਰ। ਹੁਣ ਐਸੇ ਕੁਐਸਚਨ ਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ, ਤੁਸੀਂ ਪਹਿਲਾਂ ਸਭ ਤੋਂ ਛੋਟੀ ਵੈਲਿਊ ਲੈ ਕੇ ਪੁੱਟ ਕਰਕੇ ਦੇਖ ਲਓ, ਮੈਂ ਤੁਹਾਨੂੰ ਪੁੱਟ ਕਰਕੇ ਫਿਰ ਇਸਦਾ ਆਨਸਰ ਕੱਢ ਕੇ ਦੱਸਦਾ ਤੁਸੀਂ ਕੀ ਦੇਖਣਾ ਹੁੰਦਾ। ਦੇਖੋ ਜਿਹੜੀ ਇਸ ਦੇ ਵਿੱਚ h ਦੀ ਜਗ੍ਹਾ ਤੇ ਅਸੀਂ ਕੀ ਲਗਾਉਣਾ, ਦੇਖੋ h ਦੀ ਜਗ੍ਹਾ ਤੇ ਲਗਾਉਣਾ ਜਿਹੜੀ ਇਹਨਾਂ ਤਿੰਨਾਂ ਦੇ ਵਿੱਚੋਂ ਵੱਡੀ ਵੈਲਿਊ ਦਿੱਤੀ ਆ। ਮੰਨ ਲਓ ਹੁਣ ਆਪਾਂ ਇਹ C ਆਪਸ਼ਨ ਚੂਜ਼ ਕੀਤਾ, ਇਹਦੇ ਵਿੱਚ ਜਿਹੜੀ ਵੱਡੀ ਵੈਲਿਊ ਕੀ ਹੈ 7, ਉਹ ਅਸੀਂ h ਦੀ ਜਗ੍ਹਾ ਤੇ ਲਗਾਵਾਂਗੇ, ਉਸਦੇ ਫਾਰਮੂਲੇ ਦਾ ਸਕੁਅਰ ਉਹ ਵੀ ਲਗਾਉਣਾ ਹੈ। p ਦੀ ਵੈਲਿਊ ਫਿਰ ਉਸ ਤੋਂ 7 ਤੋਂ ਘੱਟ ਕੀ ਹੈ ਸਾਡੇ ਕੋਲ 4, ਇੱਥੇ 4 ਲਗਾ ਲਾਂਗੇ। ਠੀਕ ਹੈ ਜੀ। ਪਲੱਸ ਸਾਡੇ ਕੋਲ ਬਚਿਆ 3, ਸੋ b ਦੀ ਵੈਲਿਊ ਬਣ ਗਈ ਸਾਡੇ ਕੋਲ 3। ਉਸ ਨੂੰ ਸੋਲਵ ਕਰਾਂਗੇ, 7 ਦਾ ਸਕੁਅਰ ਮੀਨ 7 ਨੂੰ 7 ਨਾਲ ਮਲਟੀਪਲਾਈ ਕੀਤਾ, ਆਨਸਰ ਆਇਆ ਸਾਡੇ ਕੋਲ 49, 4 4 ਦਾ 16 ਪਲੱਸ 3 3 ਦਾ 9, 49 ਇਜ਼ ਇਕੁਅਲ ਟੂ 25। ਹੁਣ ਦੇਖਣਾ ਕੀ ਆ ਸੀ ਇਸ ਦੇ ਵਿੱਚ ਕਿ ਜਿਹੜੀ ਸਾਡੇ ਕੋਲ ਇਸ ਸਾਈਡ ਆ ਗਿਆ 49 ਔਰ ਸੈਕਿੰਡ ਸਾਈਡ ਆ ਗਿਆ 25, ਇਹ ਸਾਡੇ ਕੋਲ ਗਲਤ ਹੈ, ਰਾਈਟ ਐਂਗਲ ਨਹੀਂ ਬਣਦਾ। ਹੁਣ ਦੇਖਣਾ ਕੀ ਹੁੰਦਾ ਹੈ ਕਿ ਇਹ ਦੋਨੋਂ ਪਾਸੇ ਜੋ ਵੀ ਵੈਲਿਊ ਆਊਗੀ, ਜੇ ਇੱਧਰ 49 ਆ ਰਹੀ ਹੈ ਤਾਂ ਦੂਜੀ ਸਾਈਡ ਵੀ 49 ਹੀ ਆਣੀ ਚਾਹੀਦੀ ਹੈ, ਤਾਂ ਇਹ ਅਸੀਂ ਮੰਨਾਂਗੇ ਕਿ ਰਾਈਟ ਐਂਗਲ ਟ੍ਰਾਇੰਗਲ ਹੈ। ਦੇਖੋ ਕੋਈ ਵੀ ਯੂਟਿਊਬਰ ਜਿਹੜਾ ਹੈਗਾ ਉਹ ਜਦੋਂ ਕੋਈ ਕੁਐਸਚਨ ਤੁਹਾਨੂੰ ਦੱਸ ਦਿੰਦਾ ਨਾ, ਤਾਂ ਤੁਸੀਂ ਕੀ ਕਰਦੇ ਹੋ, ਉਹ ਕੁਐਸਚਨਾਂ ਨੂੰ ਫਟਾਫਟ ਮਤਲਬ ਕਿ ਉਹਦੇ ਆਨਸਰ ਰੱਟ ਕੇ ਪੇਪਰ ਦੇ ਵਿੱਚ ਫਟਾਫਟ ਆਨਸਰ ਟਿਕ ਕਰਨ ਦੀ ਕਰਦੇ ਹੋ, ਪਰ ਇਹ ਤੁਹਾਡੀ ਗਲਤ ਗੱਲ ਹੈ। ਤੁਸੀਂ ਕੀ ਕਰਨਾ, ਇਹਨਾਂ ਕੁਐਸਚਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਕਰੋ, ਜੇ ਉਸਦੇ ਨਾਲ ਦਾ ਕੁਐਸਚਨ ਤੁਹਾਡੇ ਕੋਲ ਆ ਜਾਂਦਾ, ਕੋਈ ਬਦਲ ਕੇ ਵੀ ਆ ਜਾਏ, ਤਾਂ ਤੁਸੀਂ ਕੁਐਸਚਨ ਨੂੰ ਅਟੈਂਪਟ ਕਰ ਸਕੋ। ਤੁਸੀਂ ਇਸ ਕਲਾਸ ਨੂੰ ਪਾਸ ਨਹੀਂ ਕਰਨਾ,
ਤੁਸੀਂ ਇਸ ਕਲਾਸ ਦੇ ਵਿੱਚ ਨੰਬਰ ਲੈਣੇ ਆ, ਜਿੰਨੇ ਵੱਧ ਤੋਂ ਵੱਧ ਨੰਬਰ ਹੋ ਸਕਦੇ ਆ ਤੁਸੀਂ ਉਹ ਲਗਾਣੇ ਆ, ਠੀਕ ਹੈ, ਤਾਂ ਜੋ ਤੁਹਾਡਾ ਫਿਊਚਰ ਸੇਵ ਹੋਵੇ। ਹੁਣ ਨੈਕਸਟ ਅਸੀਂ ਦੇਖ ਲੈਣੇ ਜੀ, ਅਸੀਂ ਆਪਸ਼ਨ ਲੈ ਲੈਣੇ ਆ ਵਾਲੀ B ਵਾਲੀ। ਇੱਥੇ ਪੁੱਟ ਕਰਦੇ ਹਾਂ ਅਸੀਂ 34 ਉਸਦਾ ਸਕੁਅਰ इज इक्वल टू 30 ਦਾ ਸਕੁਅਰ ਪਲੱਸ 16 ਦਾ ਸਕੁਅਰ, ਠੀਕ ਹੈ ਜੀ। 34 ਨੂੰ 34 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਆ ਜਾਏਗਾ ਸਾਡੇ ਕੋਲ 1156, ਠੀਕ ਹੈ ਜੀ। 30 ਨੂੰ 30 ਨਾਲ ਕੀਤਾ ਤਾਂ 900 ਪਲੱਸ 60 ਨੂੰ 60 ਨਾਲ ਕੀਤਾ ਤਾਂ ਆਨਸਰ ਆ ਗਿਆ ਸਾਡੇ ਕੋਲ 56, ਠੀਕ ਹੈ ਜੀ। ਹੁਣ ਇਸ ਨੂੰ ਅਸੀਂ ਪਲੱਸ ਕਰ ਦਾਂਗੇ, 900 ਪਲੱਸ 256 ਨੂੰ ਪਲੱਸ ਕੀਤਾ ਤਾਂ ਆਨਸਰ ਆ ਗਿਆ ਸਾਡੇ ਕੋਲ 1156। ਦੇਖੋ ਜੋ ਇਸ ਸਾਈਡ ਵੈਲਿਊ आई ਉਹੀ ਇਸ ਸਾਈਡ ਆ ਗਈ, ਠੀਕ ਹੈ। ਹੁਣ ਇਟ ਮੀਨਸ ਇਹ ਸਾਡੇ ਕੋਲ ਰਾਈਟ ਆਨਸਰ ਹੈ। ਸੋ ਰਾਈਟ ਆਨਸਰ ਕੀ ਹੈ ਸਾਡੇ ਕੋਲ ਆਪਸ਼ਨ B। ਨੈਕਸਟ ਆਈ ਸਾਡੇ ਕੋਲ ਟਰੂ ਫਾਲਸ ਸਟਾਰਟ ਹੋ ਜਾਂਦੇ ਨੇ। ਟਰੂ ਫਾਲਸ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈ ਜੀ, the graph of a line y is equal to -5 never meet the x axis। ਕਹਿੰਦਾ ਜਿਹੜਾ y is equal to -5 ਆ, ਇਹ ਜਿਹੜੀ ਸਮੀਕਰਨ ਹੈ, ਇਹ ਜਿਹੜੀ ਲਾਈਨ ਹੈ, ਕਿ ਇਹ x ਧੁਰੇ ਨੂੰ ਕਦੇ ਨਹੀਂ ਕੱਟਦਾ। ਅਸੀਂ ਇਸ ਦੇਣਾ ਕਿ ਸਹੀ ਹੈ ਜਾਂ ਗਲਤ ਹੈ, ਟਰੂ ਹੈ ਜਾਂ ਫਾਲਸ ਹੈ। ਤਾਂ ਦੇਖੋ ਸਾਡੇ ਸਟੂਡੈਂਟ ਇੱਥੇ ਤੁਹਾਨੂੰ ਇੱਕ ਗ੍ਰਾਫ ਮੈਂ ਦਿਖਾ ਰਿਹਾ, ਉਹਦੇ ਵਿੱਚ ਕੀ ਆ, y is equal to -5। ਹੁਣ -5 ਕਿੱਥੇ ਆ ਰਿਹਾ, ਇਹ y ਵਾਲੀ ਲਾਈਨ ਆ ਵਾਲੀ, ਠੀਕ ਹੈ ਜੀ, -5। ਹੁਣ ਅਸੀਂ ਦੇਖਣਾ ਇਹ ਕੀ ਕਹਿ ਰਿਹਾ ਕਿ ਇਹ x ਐਕਸਿਸ ਤੇ ਕੱਟਦਾ, x ਐਕਸਿਸ ਤੇ ਤਾਂ ਲਾਈਨ ਹੀ ਨਹੀਂ ਆਉਂਦੀ ਆ ਵਾਲੀ, ਇਹ ਕਿੱਥੇ ਆਉਂਦੀ ਆ, y ਤੇ ਆਉਂਦੀ। ਜੇ ਇੱਥੇ ਅਸੀਂ ਪੁਆਇੰਟ ਬਣਾ ਕੇ ਅਸੀਂ ਲਾਈਨ ਬਣਾਵਾਂਗੇ ਵੀ ਤਾਂ ਉਹ ਕੀ ਬਣੇਗੀ, ਇਸ ਤਰ੍ਹਾਂ ਬਣ ਜਾਏਗੀ, ਠੀਕ ਹੈ ਜੀ। ਤਾਂ ਇਸ ਕਰਕੇ ਇਹਦਾ ਆਨਸਰ ਹੋ ਜਾਏਗਾ ਟਰੂ। ਇੱਥੇ ਤੁਸੀਂ ਸਟੂਡੈਂਟ ਕੁਐਸਚਨ ਨੂੰ ਧਿਆਨ ਨਾਲ ਸਮਝਣਾ ਹੈ, ਉਹ ਪੁੱਛ ਕੀ ਰਿਹਾ। ਹੁਣ ਕਈ ਸਟੂਡੈਂਟ ਇੱਥੇ ਕਹਿ ਦੇਣਗੇ ਫਾਲਸ ਵੀ, ਹਾਂਜੀ ਇੱਥੇ ਤਾਂ ਕੱਟਦਾ ਨਹੀਂ, ਫਾਲਸ ਲਗਾ ਦਿਓ। ਪਰ ਫਾਲਸ ਨਹੀਂ, ਉਹ ਪਹਿਲਾਂ ਹੀ ਕਹਿ ਰਿਹਾ ਵੀ ਕਦੇ ਨਹੀਂ ਕੱਟਦਾ। ਜੋ ਗੱਲ ਕਹਿ ਰਿਹਾ ਦੇਖੋ ਉਹਦਾ ਆਨਸਰ ਕੀ ਹੋ ਜਾਏਗਾ, ਸਹੀ, ਵੀ ਹਾਂ ਠੀਕ ਹੈ, ਤੁਸੀਂ ਜੋ ਕਹਿ ਰਹੇ ਹੋ ਉਹ ਠੀਕ ਕਹਿ ਰਹੇ ਹੋ। ਸੋ ਸੈਕਿੰਡ ਕੀ ਆ, x3 plus 2x² is equal to 5 ਇੱਕ ਦੋ ਘਾਤੀ ਸਮੀਕਰਨ ਮੀਨਸ ਕੁਆਡ੍ਰਿਕ ਇਕੁਏਸ਼ਨ ਹੈ ਜਾਂ ਨਹੀਂ ਹੈ। ਕੋਈ ਤਾਂ ਅਸੀਂ ਦੇਖਣਾ ਕੁਆਡ੍ਰਿਕੇਸ਼ਨ ਦੇ ਵਿੱਚ ਕੀ ਹੁੰਦਾ, ਸਾਡੇ ਕੋਲ ਤੁਹਾਨੂੰ ਪਤਾ ਹੋਣਾ ਚਾਹੀਦਾ ax² plus bx plus c। ਉਹਦੀ ਜਿਹੜੀ ਪਾਵਰ ਹੈ ਹਮੇਸ਼ਾ 2 ਹੁੰਦੀ ਹੈ ਕੁਆਡ੍ਰਿਕੇਸ਼ਨ ਦੇ ਵਿੱਚ। ਸੋ ਇੱਥੇ ਪਾਵਰ ਕੀ ਹੈ 3, ਸੋ ਇਹ ਕੀ ਹੋ ਜਾਏਗਾ ਫਾਲਸ। ਸੋ 3 ਦੇ ਵਿੱਚ ਆ। ਥਰਡ ਕੁਐਸਚਨ ਕੀ ਆ, ਦਿੱਤੀ ਲੜੀ ਦਾ ਸੀਰੀਜ਼ ਜਿਹੜੀ ਆ ਤੁਹਾਨੂੰ ਦਿੱਤੀ ਹੋਈ ਆ, ਜਿਹੜੀ ਕੀ ਇਹ AP ਹੈ। ਹੁਣ ਤੁਹਾਨੂੰ ਪਤਾ ਜਿਹੜੀ AP ਹੁੰਦੀ ਆ, ਮੰਨ ਲਓ 4 6 8, ਉਸ ਦੇ ਵਿੱਚ ਜਿਹੜੀ डिफरेंस ਹੁੰਦਾ ਹੈ ਉਹ ਇਕੁਅਲ ਹੁੰਦਾ ਹੈ। ਹੁਣ ਇਹ 4 ਦੇ ਵਿੱਚ 6 ਦੇ ਵਿੱਚ 2 ਦਾ ਡਿਫਰੈਂਸ ਹੈ, 6 ਔਰ 8 ਚ ਫਿਰ 2 ਦਾ ਡਿਫਰੈਂਸ ਹੈ, ਜਿਹੜਾ ਡਿਫਰੈਂਸ ਆ ਉਹ ਇਕੁਅਲ ਹੁੰਦਾ ਹੈ। ਪਰ ਇਸ ਦੇ ਵਿੱਚ ਕੀ ਹੈ 1 1 1 2 2 2 ਇਸ ਤਰ੍ਹਾਂ ਬਣਾ ਕੇ ਦਿੱਤੀ ਆ, ਠੀਕ ਹੈ ਨਾ ਜੀ। ਸੋ ਇਹਦਾ ਆਨਸਰ ਕੀ ਹੋ ਜਾਏਗਾ ਸਾਡੇ ਕੋਲ ਫਾਲਸ, ਇਹ AP ਨਹੀਂ ਹੈ। ਕੁਐਸਚਨ ਨੰਬਰ 4 ਹੈ, the coordinate of any point lies on x axis is a0। ਕਹਿੰਦਾ ਜਿਹੜਾ ਉਹੀ ਆ ਤੁਹਾਨੂੰ ਗ੍ਰਾਫ ਦਿੱਤਾ ਹੋਇਆ ਦੇਖੋ ਬਣਾ ਕੇ, the coordinate of any point lies on x axis is a0। ਤਾਂ ਇਹਦਾ ਕੀ ਦੇਖਣਾ, ਜਿਹੜੇ ਕਿਸੇ ਵੀ ਪੁਆਇੰਟ ਦੇ ਜਿਹੜੇ ਕੋਆਰਡੀਨੇਟ ਨੇ ਉਹ x axis ਤੇ ਜਿਹੜੇ ਕੱਟਦੇ ਨੇ ਤਾਂ ਕੀ ਹੁੰਦਾ, a0 ਹੁੰਦਾ। ਦੇਖੋ ਇਹ ਸੈਂਟਰ ਦੇ ਵਿੱਚ 0 ਆ, ਠੀਕ ਹੈ। x axis ਜਦੋਂ ਕੱਟਣਗੇ ਤਾਂ ਉਹਦਾ ਕੀ ਬਣੇਗਾ, 0 0 ਬਣਦਾ, ਠੀਕ ਹੈ। ਜਾਂ 0 0 ਲਿਖਾਂਗੇ ਆਪਾਂ, ਜਾਂ ਕੀ ਲਿਖਦੇ ਹਾਂ ਅਸੀਂ x, 0, ਠੀਕ ਹੈ। ਪਰ ਇੱਥੇ ਕੀ ਲਿਖਿਆ a0, ਸੋ ਇਹ ਕੀ ਹੋ ਗਿਆ ਫਾਲਸ। ਦਾ ਆਨਸਰ ਕੀ ਹੋ ਜਾਏਗਾ ਜੀ ਫਾਲਸ। ਫਿਫਥ ਕੁਐਸਚਨ ਹੈ ਸਾਡੇ ਕੋਲ, tan a ਦਾ ਮੁੱਲ ਕੀ ਹੋਏਗਾ। ਕਹਿੰਦਾ the value of tan is always less than 1। ਵੀ ਕੀ ਜਿਹੜੀ tan a ਦੀ ਵੈਲਿਊ ਆ ਹਮੇਸ਼ਾ 1 ਤੋਂ ਘੱਟ ਹੁੰਦੀ ਆ। ਹੁਣ ਦੇਖੋ ਤੁਹਾਨੂੰ ਇੱਥੇ ਪਤਾ ਹੋਣਾ ਚਾਹੀਦਾ ਕਿ ਜਿਹੜੀ tan ਦੀ ਵੈਲਿਊ ਹੁੰਦੀ ਆ ਉਹ ਹਮੇਸ਼ਾ, ਇੱਥੇ ਕੁਐਸਚਨ ਪੁੱਛਿਆ ਸਾਡੇ ਕੋਲ the value of tan a is always less than 1, ਕਿ ਜਿਹੜੀ tan ਦੀ ਵੈਲਿਊ ਆ 1 ਤੋਂ ਘੱਟ ਹੁੰਦੀ ਆ। ਨਹੀਂ ਜੀ, ਇਹ ਫਾਲਸ ਹੈ, ਠੀਕ ਹੈ, ਕਿਉਂਕਿ ਜਿਹੜੀ tan ਦੀ ਵੈਲਿਊ ਹੁੰਦੀ ਆ ਉਹ 30 ਡਿਗਰੀ ਵੀ ਹੁੰਦੀ ਆ, 10 ਡਿਗਰੀ ਵੀ ਅਸੀਂ ਦੇਖਦੇ ਹਾਂ, ਠੀਕ ਹੈ। ਸੋ ਇਸ ਕਰਕੇ ਜਿਹੜੀ ਇਹਦੀ ਵੈਲਿਊ ਹੈ ਉਹ ਫਾਲਸ ਬਣੀ, ਜੋ ਇਹ ਕਹਿ ਰਹੇ ਨੇ। ਸੋ ਇਸ ਕਰਕੇ ਇਹਦਾ ਆਨਸਰ ਕੀ ਹੋ ਜਾਏਗਾ ਫਾਲਸ। ਸਿਕਸਥ ਕੁਐਸਚਨ ਹੈ ਸਾਡੇ ਕੋਲ, when one solid A is melted and recasted into another solid B। ਕਹਿੰਦੇ ਜਦੋਂ ਕਿਸੇ ਠੋਸ ਨੂੰ ਚੀਜ਼ ਨੂੰ ਪਿਘਲਾ ਕੇ B ਦੇ ਜਾਂ ਦੂਜੇ ਉਸਦੇ ਰੂਪ ਵਿੱਚ ਪਰਿਵਰਤਿਤ ਕੀਤੀ ਜਾਂਦੀ ਹੈ, then the volume of solid A and solid B are equal। ਤਾਂ ਕਹਿੰਦੇ ਜਿਹੜੀ ਦੋਨੋਂ ਚੀਜ਼ਾਂ ਨੇ ਕਿ ਉਹਨਾਂ ਦਾ ਵੋਲਿਊਮ ਜਿਹੜਾ ਇਕੁਅਲ ਹੋ ਜਾਏਗਾ, ਉਹਨਾਂ ਦਾ ਆਇਤਨ ਸਮਾਨ ਹੋਏਗਾ। ਯੈਸ, ਇਸ ਦਾ ਆਨਸਰ ਕੀ ਹੋ ਜਾਏਗਾ ਟਰੂ, ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਤੁਹਾਨੂੰ ਕੁਐਸਚਨ ਆਉਂਦਾ ਮੈਲਟਡ ਵਾਲਾ ਔਰ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਉਹਦਾ ਜਿਹੜਾ ਵੋਲਿਊਮ ਇਕੁਅਲ ਹੁੰਦਾ ਤਾਂ ਤੁਸੀਂ ਹਮੇਸ਼ਾ ਆਨਸਰ ਕੀ ਦੇਣਾ, ਟਰੂ ਦੇਣਾ। 7th ਕੁਐਸਚਨ ਆ ਸਾਡੇ ਕੋਲ, the probability of impossible event is 1। ਕਹਿੰਦੇ ਕਿ ਜਿਹੜੀ probability of impossible event ਮੀਨਸ ਕੀ ਆ, ਜਿਹੜੀ ਕਦੇ ਵੀ ਨਹੀਂ ਹੋਇਆ, ਠੀਕ ਹੈ। ਤਾਂ ਉਸਦੀ probability ਸੰਭਾਵਨਾ ਕੀ ਹੋਏਗੀ, ਤਾਂ ਡੈਸ਼ 1 ਨਹੀਂ ਜੀ, ਉਸਦੀ ਸੰਭਾਵਨਾ, ਇਹ ਜਿਹੜਾ ਆਨਸਰ ਦੇ ਰਿਹਾ ਉਹ ਫਾਲਸ ਹੈ, ਕਿਉਂਕਿ ਉਸਦੀ ਸੰਭਾਵਨਾ ਜਿਹੜੀ ਆ ਉਹ 0 ਹੁੰਦੀ ਆ, ਕਿਉਂਕਿ ਜਿਹੜੀ ਹੋਈ ਨਹੀਂ ਚੀਜ਼ ਇੰਪੋਸੀਬਲ ਆ ਤਾਂ ਉਹਦਾ ਆਨਸਰ ਕੀ ਹੋਏਗਾ 0 ਹੀ ਹੋਏਗਾ। 8th ਕੁਐਸਚਨ ਆ ਸਾਡੇ ਕੋਲ, only one tangent can be drawn from an external point of a circle to the circle। ਕਿਸੇ ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ ਚੱਕਰ ਤੇ ਸਿਰਫ ਇੱਕ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ। ਦੇਖੋ ਇਹ ਸਾਡੇ ਕੋਲ ਸਰਕਲ ਹੈ, ਇਹ ਸਾਡੇ ਕੋਲ ਐਕਸਟਰਨਲ ਪੁਆਇੰਟ ਹੈ,
ਇਹ ਇੱਥੇ ਜਿਹੜੀ ਟੈਂਜੈਂਟ ਅਸੀਂ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕੁਐਸਚਨ 'ਚ ਉੱਥੇ ਕੀ ਕਰਦੇ ਹਾਂ ਅਸੀਂ ਦੋ ਜਿਹੜੀ ਟੈਂਜੈਂਟ ਆ ਉਹ ਖਿੱਚ ਸਕਦੇ ਹਾਂ। तो ਇੱਥੇ ਹੀ ਕਹਿ ਰਿਹਾ ਕਿ ਇੱਕ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ, ਇਹ ਫਾਲਸ ਹੈ ਕਿਉਂਕਿ ਇੱਥੇ ਦੋ ਸਪਰਸ਼ ਰੇਖਾਵਾਂ ਜਾਂ ਦੋ ਟੈਂਜੈਂਟ ਜਿਹੜੀਆਂ ਉਹ ਖਿੱਚੀਆਂ ਜਾ ਸਕਦੀਆਂ। ਥਰਡ ਕੁਐਸਚਨ ਹੈ ਸਾਡੇ ਕੋਲ, ਉਹਦੇ ਵਿੱਚ ਫਿਲਿੰਗਸ ਦੀ ਬਲੈਂਕਸ। ਤਾਂ ਉਹਦੇ ਵਿੱਚ ਪਹਿਲੀ ਬਲੈਂਕਸ ਆ ਸਾਡੇ ਕੋਲ, ਵਨ ਆਫ ਦੀ ਸੋਲੂਸ਼ਨ ਆਫ ਦਾ ਇਕੁਏਸ਼ਨ 2x y is equal to 0। ਕਹਿੰਦੇ ਜਿਹੜੀ ਇਕੁਏਸ਼ਨ ਹੈ ਇਹਦਾ ਜਿਹੜਾ 0 ਆ, ਕਿਹੜੀ ਵੈਲਿਊ ਜਿਹੜੀ ਇਹਨਾਂ ਵਿੱਚੋਂ ਪੁੱਟ ਕੀਤੀ ਜਾਏਗੀ ਉਹ ਠੀਕ ਹੋਏਗੀ, ਉਹਦਾ ਸੋਲੂਸ਼ਨ ਬਣ ਕੇ ਆਏਗੀ। ਠੀਕ ਹੈ, ਤਾਂ ਅਸੀਂ ਕੀ ਕਰਨਾ, ਅਸੀਂ ਇਹਨਾਂ ਵਿੱਚੋਂ ਪਹਿਲੀ ਵੈਲਿਊ ਅਸੀਂ ਪੁੱਟ ਕਰਕੇ ਦੇਖ ਲੈਂਦੇ ਆ। ਜਿਹੜੀ ਪਹਿਲੀ ਇੱਥੇ ਲਿਖਿਆ ਹੁੰਦਾ ਹੈ 1, ਇਹ x ਦੀ ਵੈਲਿਊ ਹੁੰਦੀ ਆ, ਔਰ ਸੈਕਿੰਡ ਨੰਬਰ ਤੇ ਹਮੇਸ਼ਾ ਜਿਹੜੀ ਉਹ y ਦੀ ਵੈਲਿਊ। ਠੀਕ ਹੈ ਜੀ, 2x y is equal to 0। ਇਸ ਦੇ ਵਿੱਚ x ਦੀ ਵੈਲਿਊ ਅਸੀਂ 1 ਪੁੱਟ ਕਰ ਲਈ ਪਹਿਲਾਂ, ਐਂਡ y ਦੀ ਵੈਲਿਊ 2 ਪੁੱਟ ਕਰ ਲਈ, is equal to 0। 2 1 ਦਾ 2 -2 is equal to 0। ਦੇਖੋ 2 ਚੋਂ 2 ਗਿਆ, 0 equal 0, ਇਹ 0 equal 0 ਹੋ ਗਿਆ, ਯਾਨੀ ਜੋ ਸਾਈਡ ਦੋਨੋਂ ਸਾਈਡਾਂ ਜਿਹੜੀਆਂ ਬਰਾਬਰ ਹੋ ਗਈਆਂ। ਤਾਂ ਇਸਦਾ ਮਤਲਬ ਕੀ ਹੋਇਆ ਕਿ ਇਸਦਾ ਜਿਹੜਾ ਸੋਲੂਸ਼ਨ ਹੋਏਗਾ ਉਹ ਇਹੀ ਆਪਸ਼ਨ ਹੋਏਗਾ 1 ਔਰ 2। ਠੀਕ ਹੈ ਜੀ, ਹੁਣ ਇੱਕ ਵਾਰੀ ਮੈਂ ਤੁਹਾਨੂੰ ਇਹ 'ਚ ਦੂਜੀ ਆਪਸ਼ਨ ਹੀ ਭਰ ਕੇ ਦਿਖਾ ਦਿੰਦਾ, 2 ਔਰ 1। ਹੁਣ ਦੇਖੋ 2x y is equal to 0। ਜੇ ਅਸੀਂ x ਦੀ ਜਗ੍ਹਾ ਤੇ 2 ਭਰ ਦਈਏ, y ਦੀ ਜਗ੍ਹਾ ਤੇ 1 ਭਰ ਦਈਏ, ਤਾਂ ਸਾਡੇ ਕੋਲ ਕੀ ਹੋਏਗਾ, 2 2 ਦਾ 4 -1 is equal to 0। 4 -1 3 is equal to 0। ਦੇਖੋ ਇਸ ਸਾਈਡ 3 ਆ ਗਿਆ, ਇਸ ਸਾਈਡ 0 ਆ ਗਿਆ, ਇਹ ਸਾਡੇ ਕੋਲ ਗਲਤ। ਸੋ ਇਸ ਤਰੀਕੇ ਨਾਲ ਸਾਡੀ ਬਾਕੀ ਜਿਹੜੀ ਆਪਸ਼ਨ ਹੈ ਸਾਰੀਆਂ ਗਲਤ ਹੋ ਜਾਣਗੀਆਂ, ਕਿਉਂਕਿ ਸਾਡੇ ਕੋਲ ਪਹਿਲੀ ਵਾਰ ਦੇ ਵਿੱਚ ਪਹਿਲੀ ਆਪਸ਼ਨ ਹੀ ਮਿਲ ਗਈ। ਸੈਕਿੰਡ ਕੁਐਸਚਨ ਹੈ ਸਾਡੇ ਕੋਲ, ਏਰੀਆ ਆਫ ਸਰਕਲ ਵਿਦ ਰੇਡੀਅਸ r। ਏਰੀਆ ਆਫ ਸਰਕਲ ਦਾ ਫਾਰਮੂਲਾ ਦੱਸਣਾ ਸੀ ਕੀ ਹੋਏਗਾ, ਉਹ ਕੀ ਹੁੰਦਾ ਸਾਡੇ ਕੋਲ ਪਾਈ r ਸਕੁਅਰ। ਸੋ ਇਹਦਾ ਆਨਸਰ ਹੋ ਜਾਏਗਾ ਪਾਈ r ਸਕੁਅਰ। ਥਰਡ ਹੈ ਸਾਡੇ ਕੋਲ, the distance of the point 2 3 from the x axis is। ਦੇਖੋ ਸਟੂਡੈਂਟ ਇੱਥੇ ਤੁਸੀਂ ਕੀ ਕਰੋਗੇ, ਤੁਸੀਂ ਡਿਸਟੈਂਸ ਦਾ ਫਾਰਮੂਲਾ ਲਗਾਉਣ ਲੱਗ ਜਾਓਗੇ, ਪਰ ਜੇ ਤੁਸੀਂ ਇਸ ਤਰ੍ਹਾਂ 1-2 ਨੰਬਰ ਦੇ ਵਿੱਚ ਡਿਸਟੈਂਸ ਦਾ ਫਾਰਮੂਲਾ ਲਗਾਉਣ ਲੱਗ ਗਏ ਵੱਡਾ, ਫਿਰ ਤੁਸੀਂ ਕੁਐਸਚਨ ਅਟੈਂਪਟ ਨਹੀਂ ਕਰ ਸਕਦੇ। ਇਸ ਲਈ ਤੁਹਾਨੂੰ ਇੱਥੇ ਇੱਕ ਸ਼ੋਰਟ ਤਰੀਕਾ ਸਮਝਣਾ ਪੈਣਾ। ਉਹ ਕੀ ਹੋਏਗਾ ਸਾਡੇ ਕੋਲ, ਦੇਖੋ ਜਿਸ ਤਰ੍ਹਾਂ ਤੁਹਾਡੇ ਕੋਲ ਟੇਬਲ ਤੁਹਾਨੂੰ ਪਤਾ ਹੀ ਹੈ ਕਿ ਬਣਿਆ ਹੁੰਦਾ 1 2 3 4 5, ਉੱਪਰ ਹੁੰਦੀ ਆ -1 ਵਾਲੀਆਂ ਮਾਈਨਸ ਵਾਲੀਆਂ ਵੈਲਿਊਜ਼। ਹੁਣ ਇਹਦੇ ਵਿੱਚ ਕੀ ਕਹਿ ਰਿਹਾ, ਡਿਸਟੈਂਸ ਆਫ ਪੁਆਇੰਟ 2 3, ਇਹ ਸਾਡੇ ਕੋਲ ਤੁਹਾਨੂੰ ਪਤਾ ਕਿ x ਐਕਸਿਸ ਹੈ, ਇਹ ਸਾਡੇ ਕੋਲ y ਐਕਸਿਸ ਹੈ। ਹੁਣ ਜਿਹੜੇ ਇੱਥੇ ਅਸੀਂ ਪੁਆਇੰਟ ਲਗਾ ਲਈਏ, x ਦੀ ਵੈਲਿਊ ਦੇਖੋ ਸਾਡੇ ਕੋਲ ਕੀ ਹੈ 2, ਹੁਣ y ਦੀ ਵੈਲਿਊ ਕੀ ਹੈ ਸਾਡੇ ਕੋਲ ਦੇਖੋ 3। ਠੀਕ ਹੈ ਜੀ, तो ਇਹਦਾ ਮਤਲਬ ਇੱਥੋਂ ਔਰ ਇੱਥੇ ਤੱਕ ਜਾਣ ਲਈ ਕਿੰਨੇ ਸਟੈਪ ਸਾਨੂੰ ਚੱਲਣਾ ਪਿਆ, ਦੇਖੋ ਇਹ 1 2 ਐਂਡ 3, ਉਹ ਕਿੰਨੀ ਦੂਰੀ ਹੋਗੀ ਸਾਡੇ ਕੋਲ 3 ਪੁਆਇੰਟ ਦੀ। ਠੀਕ ਹੈ, ਸੋ ਇੱਥੇ ਆਨਸਰ ਕੀ ਹੋ ਜਾਏਗਾ ਸਾਡੇ ਕੋਲ 3। फोर्थ है ਸਾਡੇ ਕੋਲ cos ਸਕੁਅਰ a - 1 इज इक्वल टू, ਤਾਂ ਇਸਦਾ ਫਾਰਮੂਲਾ ਕੀ ਹੁੰਦਾ, ਇਸ ਆਪਸ਼ਨ ਦੇ ਵਿੱਚੋਂ ਇੱਥੇ ਅਸੀਂ ਲਿਖਾਂਗੇ cot ਸਕੁਅਰ a। ਠੀਕ ਹੈ ਜੀ, cot ਸਕੁਅਰ a ਇਸ ਦਾ ਆਨਸਰ ਹੋ ਜਾਏਗਾ। ਫਿਫਥ ਦੇ ਵਿੱਚ ਦੇਖੋ ਕੀ ਆ, ਲੈਂਥ ਆਫ ਐਨ ਆਰਕ ਆਫ ਅ ਸੈਕਟਰ ਵਿਦ ਐਂਗਲ p ਡਿਗਰੀ ਆਫ ਅ ਸਰਕਲ ਵਿਦ ਰੇਡੀਅਸ r। ਕਹਿੰਦੇ ਜਿਹੜਾ ਅਰਧ ਵਿਆਸ r ਵਾਲੇ ਚੱਕਰ ਦੇ ਉਸ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ ਕੀ ਹੋਏਗੀ, ਜਿਸ ਦਾ ਕੋਣ p ਡਿਗਰੀ ਹੈ। ਠੀਕ ਹੈ, ਤਾਂ ਅਸੀਂ ਕਰਨਾ ਲੈਂਥ ਆਫ ਆਰਕ ਦੇਖਣੀ ਹੈ, ਤਾਂ ਇਸਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ p डिग्री अपॉन 360 मल्टीप्लाई 2 पाई r। तो इसे इस ऑप्शन ए पर। सिक्स्थ क्वेश्चन है साडे कोल, इफ द रेडियस ऑफ ए स्फीयर बिकम्स 3 टाइम्स देन इट्स वॉल्यूम विल बिकम। कहने जे एक स्फीयर दा रेडियस जिहड़ा ਉਹ 3 टाइम ਹੁੰਦਾ यानी 3 गुणा ਹੁੰਦਾ ਤਾਂ ਉਸ ਦਾ ਜਿਹੜਾ ਵੋਲੀਅਮ ਫਿਰ ਕੀ ਹੋ ਜਾਏਗਾ, ਤਾਂ ਵੋਲੀਅਮ ਉਸ ਦਾ ਅਸੀਂ ਆਨਸਰ ਦੇਣਾ ਜੀ, ਉਹਦਾ ਵੋਲੀਅਮ ਹੋ ਜਾਏਗਾ 27 ਟਾਈਮਸ। ਠੀਕ ਹੈ, ਜਦੋਂ ਵੀ ਕਿਸੇ ਸਫੀਅਰ ਦਾ ਜਿਹੜਾ ਰੇਡੀਅਸ ਹੈ ਉਹ 3 ਟਾਈਮ ਹੁੰਦਾ ਤਾਂ ਉਹਦਾ ਵੋਲੀਅਮ ਜਿਹੜਾ ਉਹ ਉਸ ਤੋਂ 9 ਗੁਣਾ ਵੱਧ ਗਿਆ। ਠੀਕ ਹੈ, ਉਹ 27 ਟਾਈਮਸ ਦਾ ਆਨਸਰ ਹੋ ਜਾਏਗਾ। 7 ਦਾ ਸਾਡੇ ਕੋਲ ਡੈਸ਼ ਇਜ਼ ਨਾਟ ਅ ਮੈਜ਼ਰ ਆਫ ਸੈਂਟਰਲ ਟੈਂਡੈਂਸੀ। ਜਿਹੜੀ ਇਹਨਾਂ ਤੋਂ ਸੈਂਟਰਲ ਟੈਂਡੈਂਸੀ ਨਹੀਂ ਹੈ, ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ, ਉਹਦਾ ਆਨਸਰ ਕੀ ਹੋਏਗਾ ਸਾਡੇ ਕੋਲ ਰੇਂਜ। 8th ਕੁਐਸਚਨ ਹੈ ਸਾਡੇ ਕੋਲ, one card is drawn from a well shuffled deck of 52 cards, the probability of getting a face card is। ਕਾਰਡ ਵਾਲਾ ਕੁਐਸਚਨ ਜਿਹੜਾ ਹਮੇਸ਼ਾ ਹਰ ਸਾਲ ਜਿਹੜਾ ਕੁਐਸਚਨ ਆਉਂਦਾ ਹੀ ਆਉਂਦਾ ਹੈ, ਔਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਓ। ਜਿਹੜਾ ਫੇਸ ਕਾਰਡ ਕੀ ਹੁੰਦਾ ਹੈ, ਫੇਸ ਕਾਰਡ ਦੇ ਵਿੱਚ ਦੇਖੋ ਸਾਰੇ ਜਿਹੜੇ ਆਪਣੇ ਸਟੂਡੈਂਟ ਨੇ ਉਹ ਤਾਸ਼ ਕਈ ਖੇਡਦੇ ਹੋਣਗੇ, ਉਹਨਾਂ ਨੂੰ ਪਤਾ ਹੈ ਫੇਸ ਕਾਰਡ ਦੇ ਵਿੱਚ ਦੇਖੋ 4 ਜਿਹੜੇ ਨੇ ਉਹ ਜੈਕ ਹੁੰਦੇ ਨੇ। ਠੀਕ ਹੈ ਜੀ, 4 ਹੀ ਇਹਦੇ ਵਿੱਚ ਕੁਈਨਸ ਹੁੰਦੀਆਂ। ਠੀਕ ਹੈ ਜੀ, 4 ਹੀ ਇਹਦੇ ਵਿੱਚ ਕਿੰਗ ਹੁੰਦੇ ਨੇ। ਠੀਕ ਹੈ ਜੀ, ਇਸ ਨੂੰ ਅਸੀਂ ਰਾਜਾ ਵੀ ਕਹਿ ਦਿੰਦੇ ਹਾਂ, ਇਸ ਨੂੰ ਅਸੀਂ ਰਾਣੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਟੋਟਲ ਕਿੰਨੇ ਹੋ ਗਏ ਜੀ, ਇਹ 12 ਹੋ ਗਏ। ਇਹ ਹੋ ਗਏ ਸਾਡੇ ਕੋਲ ਫੇਸ ਕਾਰਡ। ਠੀਕ ਹੈ ਜੀ, ਹੁਣ ਇਹ ਟੋਟਲ ਕਿੰਨੇ ਹੋ ਗਏ 12। ਤਾਂ ਅਸੀਂ ਕੀ ਲਿਖਾਂਗੇ ਇਹਦੀ ਜਦੋਂ ਪ੍ਰੋਬੇਬਿਲਿਟੀ ਕੱਢਣੀ ਆ, ਤਾਂ ਟੋਟਲ ਵੈਸੇ ਜਿਹੜੇ ਤਾਜ ਦੇ ਪੱਤੇ ਨੇ ਉਹ ਕਿੰਨੇ ਹੁੰਦੇ ਸਾਡੇ ਕੋਲ 52। ਉਸ ਨੂੰ ਅਸੀਂ ਨੀਚੇ ਰੱਖਣਾ ਹੈ ਔਰ ਉੱਪਰ ਕੀ ਰੱਖਾਂਗੇ, ਜਿਸ ਦੀ ਪ੍ਰੋਬੇਬਿਲਿਟੀ ਪੁੱਛੀ ਜਾ ਰਹੀ ਆ। ਹੁਣ ਫੇਸ ਕਾਰਡ ਦੀ ਪੁੱਛੀ ਜਾ ਰਹੀ ਆ ਤਾਂ ਕਿੰਨੇ ਹੋ ਗਏ ਸਾਡੇ ਕੋਲ 12। 4 ਦੇ ਟੇਬਲ 12 ਕਿੱਥੇ ਆ ਗਿਆ 3 ਦੇ, ਐਂਡ 4 ਦੇ ਟੇਬਲ ਜੀ 52 ਕਿੱਥੇ ਆਇਆ 13 ਤੇ। ਠੀਕ ਹੈ ਜੀ, तो इसका आंसर की हो जाएगा ਸਾਡੇ ਕੋਲ 3/13। देखो ਸਾਡੇ ਕੋਲ ਅੱਗੇ ਕੀ ਹੈ, ਨੈਕਸਟ ਪਾਰਟ B ਸਟਾਰਟ ਹੋ ਗਿਆ ਜੀ। ਉਸ ਦੇ ਵਿੱਚ ਪਹਿਲਾ ਕੁਐਸਚਨ ਜਿਹੜਾ ਇਹਦੇ ਵਿੱਚ ਹਰੇਕ ਕੁਐਸਚਨ ਜਿਹੜਾ ਤੁਹਾਡੇ ਕੋਲ 2 ਨੰਬਰ ਦਾ ਹੋਏਗਾ। ਫਸਟ ਕੁਐਸਚਨ ਆ ਸਾਡੇ ਕੋਲ, find HCF of 12 15 and 21 by applying prime factorization method। ਇਸ ਦਾ ਤੁਸੀਂ HCF and LCM ਦੋਨੋਂ ਫਾਈਂਡ ਕਰਨੇ ਆ।
देखो एचसीएफ एंड एलसीएम फाइंड करने ਦੇ ਲਈ ਤੁਸੀਂ ਸਿੰਪਲ ਕਰਨਾ ਪਹਿਲਾਂ ਇਹਦਾ ਇੱਕ ਐਲਸੀਐਮ ਲੈ ਲਾਂਗੇ 12 ਦਾ ਲੈ ਲਾਂਗੇ ਆਪਾਂ 2 6 2 3 ਠੀਕ ਹੈ ਜੀ 3 1 ਦਾ ਇਸੇ ਤਰੀਕੇ ਨਾਲ ਅਸੀਂ 15 ਦੇ ਫੈਕਟਰ ਬਣਾ ਲਾਂਗੇ 3 5 ਦਾ 5 1 ਦਾ ਸੋ ਇਸ ਤਰੀਕੇ ਨਾਲ ਅਸੀਂ 21 ਦੇ ਫੈਕਟਰ ਬਣਾਵਾਂਗੇ 3 7 ਦਾ 7 1 ਠੀਕ ਹੈ ਜੀ ਉਹ ਇੱਥੇ ਅਸੀਂ ਲਿਖ ਲਾਂਗੇ 12 = *3 ਇਹ ਜਿਹੜਾ ਕੰਮ ਹੈ ਇਹ ਤੁਸੀਂ ਰਫ ਦੇ ਵਿੱਚ ਕਰਨਾ ਹੈ ਔਰ ਇੱਥੇ ਜਿਹੜਾ ਤੁਸੀਂ ਸਾਫ਼-ਸਾਫ਼ ਉਸ ਨੂੰ ਆਨਸਰ ਲਿਖ ਕੇ ਠੀਕ ਹੈ ਜੀ 15 ਦੇ ਲਿਖ ਲਾਂਗੇ ਇੱਥੇ 3 × 5 ਐਂਡ 21 ਦੇ ਲਿਖ ਲਾਂਗੇ 3 × ਹੁਣ ਦੇਖੋ ਤਿੰਨਾਂ ਦੇ ਵਿੱਚੋਂ ਕੋਈ ਵੀ ਐਸਾ ਕਾਮਨ ਜਿਹੜਾ ਕੀ ਆ ਰਿਹਾ ਉਹ ਕੀ ਆ ਰਿਹਾ ਇਸ ਸਾਈਡ ਦੇਖੋ 3 ਇਸ ਦੇ ਵਿੱਚ ਵੀ 3 ਔਰ ਇਸ ਦੇ ਵਿੱਚ ਇਹ ਕੀ ਹੋਗਾ ਸਾਡੇ ਕੋਲ ਇਹ ਹੋਗਾ ਸਾਡੇ ਕੋਲ HCF3 ਠੀਕ ਹੈ ਜੀ ਇਹ HCF ਹੋ ਗਿਆ ਹੁਣ ਜਦੋਂ LCM ਕੱਢਣਾ ਹੈ ਤਾਂ LCM ਕੱਢਣ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜਾ HCF ਕੱਢਿਆ ਪਹਿਲਾਂ ਤੁਸੀਂ ਉਹ ਲਿਖ ਲੈਣਾ 3 ਫਿਰ ਮਲਟੀਪਲਾਈ फिर ऊपर जो वैल्यूज बाकी रह गई देखो ये 2 मल्टीप्लाई आ वाला 2 ठीक है जी मल्टीप्लाई 5 मल्टीप्लाई 7 ठीक है ये तुसी लिख लेना हुण इसनूं तुसी मल्टीप्लाई करके इसदा आंसर लिख लेना तुसी यही ध्यान रखना बस भी जिहड़ी पहला असीं वैल्यू कॉमन कर चुके हैं वो नहीं लिखनी इत्थे दोबारा ਉਹਦਾ ਜਿਹੜਾ HCF ਵਾਲਾ ਆਨਸਰ ਹੈ ਉਹ ਹੀ ਲਿਖਣਾ ਇੱਥੇ ਠੀਕ ਹੈ ਜੀ ਹੁਣ ਅਸੀਂ ਮਲਟੀਪਲਾਈ ਕਰਾਂਗੇ 3 2 ਦਾ 6 6 2 ਦਾ 12 12 5 ਦਾ 60 ਐਂਡ 67 ਦਾ 420 ਸੋ LCM ਕੀ ਆ ਗਿਆ ਸਾਡੇ ਕੋਲ 4 ਫਿਫਥ ਕੁਐਸਚਨ ਆ ਸਾਡੇ ਕੋਲ x² - 2x - 8 ਇਸ ਦੀਆਂ ਜ਼ੀਰੋਜ਼ ਪਤਾ ਕਰਨੀਆਂ ਯਾਨੀ ਸਿਫਤਾਂ ਪਤਾ ਕਰਨੀਆਂ ਦੇਖੋ ਇਸ ਨੂੰ ਬਹੁਤ ਹੀ ਸਿੰਪਲ ਮੈਥਡ ਨਾਲ ਤੁਹਾਨੂੰ ਮੈਂ ਕਰਾ ਦਿੰਦਾ ਅੱਜ ठीक है जी तुसीं की करना इस दे नाल देखो इस इक्वेशन दे विच x दे नाल की लिखिया कुछ नहीं था 1 इस 1 नूं तुसीं लास्ट आइल दे नाल मल्टीप्लाई करना है इत्थे की आ गया आंसर 8 और तुसीं इत्थे लिख लेना फटाफट 1 मल्टीप्लाई भी 1 नूं किस नाल मल्टीप्लाई करिए = 8 आंसर आ जाए तो 8 2 नूं किस नाल करिए 4 नाल 8 अगे 3 नूं टेबल च आउंदा नहीं 4 नूं किस नाल करिए 2 = 8 ठीक है जी इस तरीके नाल तुसीं फटाफट टेबल लिख लेना 2-3 स्टैप अगे जाके लिख लेना और इत्थे की देखना सी इन्हां विचों ਉਹ डिजिट फाइंड आउट करने आ ਜਿਹੜੇ लिखे हुए ने इन्हां विचों फाइंड आउट करने आ कि जिस ਨੂੰ ਅਸੀਂ प्लस ਜਾਂ माइनस ਕਰਨ ਦੇ ਨਾਲ आंसर ਸਾਡੇ ਕੋਲ ਕੀ ਬਣ ਕੇ ਆ ਜਾਏ ਜੋ ਇਹ ਸੈਂਟਰ ਦੇ ਵਿੱਚ ਸੈਂਟਰ 'ਚ ਕੀ ਲਿਖਿਆ ਸਾਡੇ ਕੋਲ -2 ਠੀਕ ਹੈ ਸਾਡੇ ਕੋਲ ਬਣਨਾ ਚਾਹੀਦਾ ਹੁਣ ਤੁਹਾਨੂੰ ਪਤਾ ਹੈ ਕਿ 4 - 2 ਦਾ ਆंसर ਆਉਂਦਾ ਸਾਡੇ ਕੋਲ 2 ਪਰ ਸਾਨੂੰ ਕੀ ਚਾਹੀਦਾ ਇੱਥੇ ਦੇਖੋ -2 ਠੀਕ ਹੈ ਪਰ -2 ਕਰਨ ਲਈ ਕੀ ਕਰੋਗੇ ਤੁਸੀਂ ਵੱਡੇ ਅੱਗੇ ਸਾਈਨ ਲਗਾ ਦੋਗੇ ਮਾਈਨਸ ਦਾ एंड छोटे अगे लगा दोगे प्लस का = प्लस माइनस माइनस और आंसर आ जाएगा साडे कोल माइनस सो यही जेडे फैक्टर ने तुसी इत्थे पुट करने आ और पुट करन लई करना की आ तुसी देखो जेड़ा -4 है इत्थे लगा के जो भी इत्थे x या y दिता होया उसदे नाल लगा ठीक है x फिर +2 फिर x नाल लगा देना है -8 देखो असीं की कीता इत्थे हुण जो पहला लिखिया सी उहनूं एज इट इज लिख लिया लास्ट वाले नूं भी एज इट इज लिख लिया इसके ਜਿਹੜੇ ਫੈਕਟਰ ਬਣ ਕੇ ਆਏ ਸੀਗੇ ਆਪਾਂ ਇੱਥੇ ਕੱਢੇ ਸੀਗੇ ਉਸ ਨੂੰ ਅਸੀਂ ਸੈਂਟਰ ਦੇ ਵਿੱਚ ਠੀਕ ਹੈ ਹੁਣ ਇਸ ਨੂੰ ਤੁਸੀਂ ਕਾਮਨ ਕਰ ਲੈਣਾ ਇਹ ਦੋਨਾਂ ਚੋਂ ਪਹਿਲਾਂ ਕਾਮਨ ਕੱਢਣਾ ਦੇਖੋ x² - 4x x² ਦਾ मतलब कि x मल्टीप्लाई x -4 मल्टीप्लाई x माइनस तो लेफ्ट साइड एंड माइनस तो राइट साइड कॉमन देख लेना की है कॉमन साडे कोल x ते x देखना x है हाँ जी हैगा जी इत्थे x बाहर कट लेना उस तो बाद ये x हैगा नहीं हैगा तो इसका की करांगे तो ब्रैकेट स्टार्ट करांगे x माइनस इस साइड की रह गया साडे कोल x माइनस दूसरी साइड की रह गया 4 तो इसी ब्रैकेट ਨੂੰ ਅਸੀਂ ਇੱਥੇ ਲਿਖ ਲੈਣਾ x माइनस इसी तरीके ਨਾਲ ਅਸੀਂ 2x - 8 ਇਸ ਦੇ ਵਿੱਚੋਂ ਕਾਮਨ ਕੱਢ ਲੈਣਾ ਦੇਖੋ 2 × x ਮਾਈਨਸ ਇਸ ਦੇ ਫੈਕਟਰ ਬਣਾ ਲਾਂਗੇ 2 2 ਦਾ 4 4 2 ਦਾ 8 ਠੀਕ ਹੈ ਹੁਣ देखो ये 2 and 2 ਇਹ ਕਾਮਨ ਆ ਗਿਆ और x ਜਿਹੜਾ ਹੈ ਨਹੀਂ ਉਸ ਦਾ ਬ੍ਰੈਕਟ ਸਟਾਰਟ ਕੀਤੀ ਮਾਈਨਸ ਸਾਈਡ ਕੀ ਰਹਿ ਗਿਆ x ਮਾਈਨਸ ਹੁਣ ਇਹ 2 × 2 ਨੂੰ ਇੱਥੇ ਮਲਟੀਪਲਾਈ ਕਰਕੇ ਇੱਥੇ ਆਨਸਰ ਲਿਖ ਲਾਂਗੇ 4 तो ਇੱਥੇ ਬ੍ਰੈਕਟ ਪੁੱਟ ਕਰ ਦਾਂਗੇ 2x - 4 ਠੀਕ ਹੈ ਜੀ तो ਇੱਥੇ ਕੀ ਤੁਸੀਂ ਧਿਆਨ ਰੱਖਣਾ ਹੈ ਜਿਹੜੀ ਇਹ ਬ੍ਰੈਕਟ ਹੈ ਇਹ ਹਮੇਸ਼ਾ ਜਿਹੜੀਆਂ ਇਹ ਦੋ ਬ੍ਰੈਕਟਾਂ ਨੇ ਇਹ ਹਮੇਸ਼ਾ ਜਿਹੜੀਆਂ ਤੁਹਾਡੇ ਕੋਲ ਸੇਮ ਆਣੀ ਚਾਹੀਦੀਆਂ ਠੀਕ ਹੈ ਤੁਸੀਂ ਇਹ ਧਿਆਨ ਰੱਖੋ ਔਰ ਇਸ ਕੁਐਸਚਨ ਨੂੰ ਤੁਸੀਂ ਆਪਣੇ ਆਪ ਚੈੱਕ ਵੀ ਕਰ ਸਕਦੇ ਹੋ ਕਿਵੇਂ ਦੇਖੋ x ਨੂੰ x ਨਾਲ ਮਲਟੀਪਲਾਈ ਕੀਤਾ ਕੀ ਬਣ ਜਾਊਗਾ ਸਾਡੇ ਕੋਲ x² ਫਿਰ x ਨੂੰ 4 ਨਾਲ ਕੀਤਾ ਕੀ ਬਣ ਗਿਆ 4x ਆ ਮਾਈਨਸ ਵਾਲਾ ਸਾਈਨ ਵਿੱਚ ਲਗਾਤਾ ਉਹ ਜਿਹੜੀ ਇਕੁਏਸ਼ਨ ਬਣ ਕੇ ਆਊਗੀ ਤੁਹਾਡੇ ਕੋਲ ਸੇਮ ਆਈ ਚੀਜ਼ ਉੱਪਰ ਲਿਖੀ ਹੋਊਗੀ ਇਹੀ ਚੀਜ਼ ਬਣਨੀ ਚਾਹੀਦੀ ਠੀਕ ਹੈ ਹੁਣ ਤੁਸੀਂ ਕਰਨਾ ਹੁਣ ਜਿਹੜੇ ਬਾਹਰ ਲਿਖੇ ਹੋਏ ਨੇ x and 2 ਠੀਕ ਹੈ ਇਸ ਨੂੰ ਤੁਸੀਂ x फिर 2 ਦੇ ਅੱਗੇ ਕਿਹੜਾ ਸਾਈਨ ਹੈ ਕੁਝ ਨਹੀਂ ਤਾਂ ਅਸੀਂ ਪਲੱਸ ਦਾ ਲਗਾਵਾਂਗੇ +2 ਇਸ ਨੂੰ ਇੱਕ ਬ੍ਰੈਕਟ 'ਚ ਬੰਦ ਕਰ ਦੇਣਾ ਐਂਡ ਇਹ x - 4 x - 4 ਇੱਕੋ ਬ੍ਰੈਕਟ ਹੈ ਸੇਮ ਬ੍ਰੈਕਟ ਹੈ ਇਸ ਨੂੰ ਅਸੀਂ ਇੱਕ ਵਾਰੀ ਲਿਖ ਲੈਣਾ x - ਠੀਕ ਹੈ ਹੁਣ ਨੀਚੇ ਚਲੋ ਅਸੀਂ 0 ਕੱਢਣੀ ਆ ਫਿਰ ਤੁਸੀਂ ਕੀ ਕਰਨਾ ਹੈ x + 2 = 0 x - 4 = 0 ਠੀਕ ਹੈ ਜੀ ਹੁਣ x + ਹੁਣੇ 2 ਨੂੰ ਤੁਸੀਂ ਦੂਜੀ ਸਾਈਡ ਲੈ ਕੇ ਜਗਾਣਾ ਹੈ ਕੀ ਹੋ ਜਾਏਗਾ ਪਲੱਸ ਦੀ ਜਾ ਕੇ ਇੱਥੇ ਕੀ ਹੋ ਜਾਏਗਾ -x = -2 ਐਂਡ x = 4 ਠੀਕ ਹੈ ਜੀ ਹੁਣ ਇਹ ਕੀ ਆ ਗਈਆਂ ਜ਼ੀਰੋਸ ਆ ਗਈਆਂ
ਸੋ ਇਹੀ ਇਜ਼ ਦਾ ਆਨਸਰ। 6th ਕੁਐਸਚਨ ਆ ਸਾਡੇ ਕੋਲ, ਸੋਲਵ ਦਾ ਪੇਅਰ ਆਫ ਲੀਨੀਅਰ ਇਕੁਏਸ਼ਨ 3x y 10 2x 2y 2। ਠੀਕ ਹੈ ਜੀ, ਇੱਥੋਂ ਦੇਖੋ ਸਭ ਤੋਂ ਪਹਿਲਾਂ ਅਸੀਂ ਇਕੁਏਸ਼ਨ ਲਿਖ ਲੈਂਦੇ ਆ 3x 4y 10 2x 2y 2। ਇਸ ਕੁਐਸਚਨ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ, ਜਿਹੜੇ ਪਹਿਲਾਂ ਪਿੱਛੇ ਕੁਐਸਚਨ ਆਇਆ, ਕਿ ਤੁਸੀਂ ਇਸ ਨੂੰ ਦੋ ਤਰੀਕਿਆਂ ਨਾਲ ਕਰ ਸਕਦੇ ਹੋ, ਐਲੀਮੀਨੇਸ਼ਨ ਐਂਡ ਸਬਸਟੀਟਿਊਟ। ਠੀਕ ਹੈ ਜੀ, ਤੁਹਾਨੂੰ ਜਿਹੜਾ ਵੀ ਤਰੀਕਾ ਸੌਖਾ ਲੱਗਦਾ ਤੁਸੀਂ ਉਹ ਕਰ ਸਕਦੇ ਹੋ। ਇੱਥੇ ਪਰ ਅਸੀਂ ਹੁਣ ਇਸ ਨੂੰ ਐਲੀਮੀਨੇਸ਼ਨ ਨਾਲ ਕਰਾਂਗੇ ਕਿਉਂਕਿ ਥੋੜਾ ਜਿਹਾ ਵੱਡਾ ਆ ਗਿਆ। तो इसनू करने लिए तुहानू पता ही की करांगे, पहला असीं नीचे वाली इक्वेशन नू उपर वाले नाल मल्टीप्लाई कर दांगे, जिस नाल 2 है इसनू उपर वाली इक्वेशन नू सारे दे नाल 2 नाल मल्टीप्लाई कर दांगे। ठीक है जी, और नीचे वाली इक्वेशन नू जो उपर लिखा है 3 इसनू इस सारी इक्वेशन दे नाल मल्टीप्लाई 3 फिर 2x 2y इज इक्वल टू, ठीक है जी, 2 3 दा 6x प्लस फिर 2 नू 4 दे नाल 2 4 दा 8y इज इक्वल टू 2 10 दा t फिर 3 2 दा 6 फिर 3 2 दा 6y साइन की है इत्थे माइनस दा वो लगाना है इज इक्वल 3 2 दा 6। ठीक है, लाइन मार के नीचे इहदे साइन चेंज कर दांगे, इसदा प्लस बन जाएगा। ठीक है, इत्थे ही माइनस बन जाएगा, एक खत्म हो गया। 8 और 6 14y इज इक्वल टू 20 जो गए 14, सो y इज इक्वल टू 14 अपॉन 14, इत्थे कटिंग हो गई, y इज इक्वल टू 1 ਜਿਹੜਾ इसदा आंसर आ गया। ਹੁਣ ਇਹ y ਦੀ ਵੈਲਿਊ ਨੂੰ ਤੁਸੀਂ ਕਿਸੇ ਵੀ ਇਕੁਏਸ਼ਨ ਦੇ ਵਿੱਚ ਪੁੱਟ ਕਰ ਸਕਦੇ ਹੋ, ਪੁੱਟ y is equal to 1 in equation first। ਠੀਕ ਹੈ, ਅਸੀਂ ਫਸਟ ਪੁੱਟ ਕਰ ਦਾਂਗੇ 3x plus 4y is equal to 10। ਠੀਕ ਹੈ ਜੀ, 3x plus 4y ਦੀ ਵੈਲਿਊ 1 is equal to 10, 3x plus 4 is equal to 10, 3x is equal to 10 minus 4, 4 ਨੂੰ ਸਾਈਡ ਲੈ ਜਾਾਂਗੇ। ਠੀਕ ਹੈ ਜੀ, ਸੋ ਕੀ ਆ ਜਾਏਗਾ ਸਾਡੇ ਕੋਲ 3x is equal to 6, तो 3 फिर ये जड़ा कहते कि लिखांगे x इज इक्वल टू 6 अपॉन 3। ठीक है जी, 3 की वैल्यू नीचे चल जाएगी, सो कटिंग हो जाएगी 3 2 दा 6, सो x की वैल्यू की आ गई साडे कोल 2x की वैल्यू बन। सो ये साडी जेडी लीनियर इक्वेशन आ वो सॉल्व हो। नेक्स्ट 7 क्वेश्चन है साडे कोल, अ 15 मीटर हाई टावर कास्ट अ शैडो 24 मीटर लॉन्ग एट अ सर्टेन टाइम। ठीक है जी, कहंदा एक 15 मीटर जेड़ा हैगा उच्चा टावर है। ठीक है, शैडो जो परछावां पा रहा 24 मीटर लॉन्ग। देखो ये साडे कोल मैं इत्थे पिक्चर बनाई हुई है, 50 मीटर जो हो रहा है लंबा और ये जी 24 मीटर जो दूर से परछावां पा रहा है। एंड द सेम टाइम कहना फिर उस टाइम ही अ टेलीफोन पोल कास्ट अ शैडो 16 मीटर लॉन्ग। कहना जो उस टाइम भी जो टेलीफोन खंबे का परछावां जो 16 मीटर लंबा है, देखो उस टाइम वो पा रहा। ठीक है, सो टेलीफोन खंबे की उचाई पता करना है। इस जरा टेलीफोन वाला है इसकी जी एच है यानी उचाई है हाइट है, ये तुसीं पता करनी है, जिसनों मैं इत्थे एक्स लिखा और इसनों असीं एक्स मान के। ठीक है जी, तो इसनों सॉल्व करने असीं की लिखांगे ए बी अपॉन डी ई। ठीक है जी, आ वाली ए एंड बी और दूजे ट्रायंगल दी डी अपॉन ई, इसनों प्रपोर्शन दे विच लिखांगे ए बी अपॉन डी ई फिर बी सी अपॉन ई एफ। ठीक है जी, ਹੁਣ ए बी की वैल्यू की है साढ़े को 15, डी ई की वैल्यू एक्स की हुई है, बी सी की वैल्यू 24 एंड ई एफ की वैल्यू 16। इसको ਅਸੀਂ क्रॉस मल्टीप्लाई करांगे। ठीक है जी, 16 15 मल्टीप्लाई 16 इज इक्वल टू 24 मल्टीप्लाई एक्स। 15 ਨੂੰ 16 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਕੀ ਆ ਗਿਆ ਸਾਡੇ ਕੋਲ, ਮੈਥਡ ਕਰਾਂਗੇ 15 ਮਲਟੀਪਲਾਈ 16 upon 24 इज इक्वल टू एक्स, ਕਿਉਂਕਿ ਜਿਹੜਾ ਮਲਟੀਪਲਾਈ ਦੇ ਵਿੱਚ ਜਿਹੜੀ ਵੈਲਿਊ ਹੁੰਦੀ ਆ चलो दूसरी साइड जाती है, वो की होंगी है नीचे चले जाए। तो असं कटिंग कर देंगे 8 2 का 8 3 का और नीचे 3 आ गया, फिर 3 टेबल 15 कितने आए 5 थे, 5 मल्टीप्लाई 2 एक ही आ गया साढ़े को 10। सो एक्स इज इक्वल टू होगी 10 यानी एच जी आ गई साढ़े को 10 मीटर साड़ी ये हाइट। ठीक है, नैक्सट 8 क्वेश्चन है साढ़े को, फाइंड द डिस्टेंस बिटवीन द पॉइंट 2 3 एंड 4 1। ठीक है, तुम पॉइंट के डिस्टेंस फाइंड करना है। तो ये देखो ये साढ़े को लिखा हुआ डिस्टेंस का फार्मूला। ठीक है जी, इधर जी पहली वैल्यू दी हुई है x1 जी 3 है y1 है और 4 जी x2 1 जी y, इसनों तुसीं इस फार्मूले दे विच पुट कर देना। ठीक है जी, x2 की वैल्यू आ गई साढ़े को 4 फिर -2 इहदा स्केयर प्लस y2 की वैल्यू आ गई 1 माइनस y1 की वैल्यू 3 बाहर स्केयर। ठीक है जी, 4 माइनस 2 2 आ गया, इधर स्केयर लगा देंगे प्लस 1 माइनस 3 मीनस -2। इत्थे माइनस का बहुत ध्यान रखना है, बड़े अगे साइन हमेशा माइनस का जो लगाया तो माइनस ही लगाना है। 2 का स्केयर मीनस 2 टू द 4 प्लस -2 का स्केयर इत्थे की हो जाएगा -2 मल्टीप्लाई -2 2 टू द 4 माइनस माइनस प्लस। तो वैल्यू जी साढ़े को प्लस के बन के आ जाएगी 4।
ਸੋ 4 + 4 8। ਹੁਣ ਤੁਸੀਂ ਇੱਥੇ ਹੀ ਕਰਨਾ, ਇਸ ਦੇ ਅੰਦਰ ਹੀ ਫੈਕਟਰ ਬਣਾ ਦੇਣੇ ਆ। 8 ਦੇ ਫੈਕਟਰ ਕੀ ਹੁੰਦੇ ਆ 2 × 2 × 2। ਦੇਖੋ ਜਿਹੜਾ ਇਹ ਚੋਂ पेयर बन गया वो 2 का बन गया, उसमें बाहर कट लेना है, अंदर की रह गया √2। सो इसका आंसर की बन गया 2√2। ठीक है जी। क्वेश्चन नंबर 9 था साडे कोल, फाइंड द एरिया ऑफ सेक्टर ऑफ ए सर्कल विद रेडियस 6 सेंटीमीटर इफ एंगल ऑफ द सेक्टर इज 60 डिग्री। कहना तुसी सेक्टर दा एरिया फाइंड करना है। ठीक है जी। जिसका रेडियस जिहड़ा वो 6 सेंटीमीटर है, तो इसका सेक्टर जिहड़ा दिता वो 60 डिग्री है। ठीक है, इत्थे सिंपल है जी। इत्थे की लगाना सी, फार्मूला लगाना है, एरिया ऑफ सेक्टर इज इक्वल टू थीटा अपॉन 360 मल्टीप्लाई पाई आर स्केयर। ठीक है जी। थीटा की वैल्यू 60 अपॉन 360 मल्टीप्लाई पाई की वैल्यू 22.7, आर की वैल्यू दी है सानू उसने 6, इसका स्केयर है। इतने लिख लांगे 60 मल्टी 0 ना देखो 0 कटिंग होगी, 6 द टेबल स्टैटिस्टिक्स कितने आया 6 ते। ठीक है जी। 1.6 मल्टीप्लाई 22.7 मल्टीप्लाई 6 मल्टीप्लाई 6 नाल फिर 6 कट गया, फिर 22 एंड 6 नाल मल्टीप्लाई किया तो आंसर आया साडे कोल 132/7। इसमें तुसी डिवाइड कर दोगे, डिवाइड करके साडे कोल की आंसर आ जाएगा 7 1 दा 7, 6 2 7 8 दा 56। साडे कोल बचा नीचे 6, फिर इतने पॉइंट इतने 0, फिर 7 8 का 56, 6 4 0 7 5 का 35। ठीक है जी। इसका पॉइंट के आंसर लिख देंगे असं, 2 पॉइंट ही अगे जाना है बस। जो उत्थे तक तुहाडा कवर हो जाता तो ठीक है, नहीं तुसीं उही आंसर इत्थे लिख देना और इत्थे तुसीं अप्रोक्सीमेटली जरूर लिख देना। 11वें क्वेश्चन दे की आ, इफ साइन ए इज इक्वल टू 3.5 दैन फाइंड द वैल्यू ऑफ कोस ए। कहना जे तुहानूं साइन ए की वैल्यू 3.5 दी है तो तुसीं कोस ए की वैल्यू फाइंड करनी है। देखो इस क्वेश्चन में तुसीं करना है, पहला तुसीं इसनूं पाइथागोरस की थ्योरम दे नाल समझ लेना है, राइट एंगल ट्रायंगल बना लांगे। ठीक है जी। हुण जिहड़ी तुहानूं पता है साइन जिहड़ा हैगा उसकी वैल्यू की होंदी है P/H, तो इत्थे वैल्यू उन्होंने दी है 3.5, तो इसका मतलब P की वैल्यू होगी 3 एंड H की वैल्यू होगी 5। ठीक है, इत्थे पुट कर लांगे असीं। हुण साडे कोल बचिआ की, साडे कोल बेस की वैल्यू नहीं हैगी, तो इत्थे असीं पाइथागोरस वाला ही फार्मूला लगावांगे, h² इज इक्वल टू p² प्लस स्केयर, h की वैल्यू 5 का स्केयर इज इक्वल टू p की वैल्यू 3 का स्केयर प्लस b की वैल्यू नहीं 5 का 5 का 25 इज इक्वल टू 9 प्लस का स्केयर। जेड़ा 9 है दूसरी साइड जाएगा, इधर आके माइनस हो जाएगा, इज इक्वल टू b का स्केयर। इसको माइनस करके आंसर आ जाएगा 16 इज इक्वल टू b²। हुण जेड़ा स्केयर है दूसरी साइड जाएगा तो की होएगा, है रूट बन जाएगा। ठीक है जी, इज इक्वल टू b। सो 16 का रूट का मतलब की है कि केड़ा ऐसा डिजिट है जिसनों उस नाल मल्टीप्लाई कर देना 16 बन जाता है, आंसर आ जाएगा साडे कोल 4। तो b की वैल्यू आ गई साडे कोल 4। ठीक है जी। हुण इसे तरीके नाल इथों असीं पुट कर दांगे। हुण cos की हुंदा है, cos इज इक्वल टू हुंदा है b/h। सो b की वैल्यू की आ गई साडे कोल, b की वैल्यू की है साडे कोल 4 एंड h की वैल्यू की है साडे कोल 5। वही इत्थे असीं पुट कर। 11वां क्वेश्चन है साडे कोल, बैग कंटेन 3 रेड बॉल एंड 5 ब्लैक बॉल। कहना एक बैग दे विच साडे कोल 3 रेड बॉल ने ते 5 ब्लैक बॉल ने। अ बॉल इज ड्रॉन एट रैंडम फ्रॉम द बैग। कहना एक जिहड़ी बॉल आ उहदे विचों अचानक ही बाहर कट ली गई। वट इज द प्रोबेबिलिटी दैट द बॉल ड्रॉन। कहना फिर उसदी प्रोबेबिलिटी की होगी, संभावना की होगी कि रैड दी और नॉट रैड दी दोनों ही तुसीं प्रोबेबिलिटी कढनी है। सब तो पहला असीं लिखांगे इत्थे टोटल नंबर ऑफ बॉल इज इक्वल टू, टोटल नंबर बॉल साडे कोल हो गया एक 3 सीगे, एक 5 टोटल हो गया साडे कोल 8। ठीक है जी। सो नंबर ऑफ प्रोबेबिलिटी असीं किसदी कढनी है, प्रोबेबिलिटी ऑफ रेड बॉल। तो असीं कढना अगे प्रोबेबिलिटी ऑफ रेड बॉल, प्रोबेबिलिटी ऑफ रेड बॉल। ठीक है जी। रेड बॉल की प्रोबेबिलिटी कढने से की करांगे, नंबर ऑफ रेड बॉल ऊपर लिखना एंड टोटल नंबर ऑफ बॉल्स ये तुसीं नीचे रखना। ठीक है। हुण रेड बॉल कितनी है साडे कोल 3 ते टोटल बॉल कितनी है साडे कोल 8। हुण इहदे देखो जे कटिंग होंदी है ठीक है, नहीं तुसीं इसनूं यही आंसर इसका बन के आ जाएगा 3.8। सो इस तरीके असीं कढना है प्रोबेबिलिटी ऑफ नॉट रेड। इसका इत्थे फार्मूला लगावांगे PE प्लस P नॉट E। नॉट E दे लई कितना ऊपर असीं इस तरह बाहर लगा दिंदे, इसनूं असीं कह दिंदे नॉट E। ठीक है ना। सो PE मतलब कि जिहड़ी वैल्यू असीं कढी प्रोबेबिलिटी दी 3.8 प्लस P नॉट E इज इक्वल टू 1। हुण P नॉट E इस साइड इज इक्वल टू 1। ये जिहड़ी वैल्यू है दूसरी साइड की हो जाएगी जाके माइनस दी -3.8। ठीक है। इसनूं सॉल्व करने लई इत्थे असीं एलसीएम लवांगे। 1 दे टेबल 'च 8 कित्थे आ रहा 8 ते 8 नूं उपर मल्टीप्लाई कीता, 8 1 दा 8 माइनस 8 दे टेबल 'च फिर 8 कित्थे आया 1 ते 1 नूं उपर मल्टीप्लाई कीता 3। तो इसमें माइनस करके आंसर की आ गया साडे कोल
5/8। तो इसकी नॉट रेड की प्रोबेबिलिटी आ गई 5/8 एंड रेड की प्रोबेबिलिटी आ गई 3/8। नैक्सट साडे कोल पार्ट सी स्टार्ट हो गया जी। पार्ट सी दे विच साडे कोल 12 नंबर ते क्वेश्चन की है, सॉल्व द क्वाड्रेटिक इक्वेशन 2x² - 6x + 3 = 0। देखो इक्वेशन लिख ली, इस दे विच ਅਸੀਂ ਕੀ ਲਿਖਿਆ ਹੋਇਆ, a ਦੀ ਵੈਲਿਊ 2, b ਦੀ ਵੈਲਿਊ -6 ਐਂਡ c ਦੀ ਵੈਲਿਊ 3। ਠੀਕ ਹੈ ਜੀ। ਸੋ ਇਹਨੂੰ ਸੋਲਵ ਕਰਨ ਲਈ ਪਹਿਲਾਂ ਅਸੀਂ ਕੱਟਾਂਗੇ d = b² - 4ac। ਇਸ ਫਾਰਮੂਲੇ 'ਚ ਅਸੀਂ ਵੈਲਿਊ ਪੁੱਟ ਕਰਕੇ ਦੇਖਾਂਗੇ इसका आंसर की आता है कि इसके ਜਿਹੜੇ रूट ने कड्ढे भी जा सकते हैं या नहीं। ठीक है जी। तो इसकी वैल्यू जी पुट करती, तो इसकी वैल्यू जी असी, सो b की जगह की आ गया -6 फिर अगे -4, a की वैल्यू 2, c की वैल्यू 3, -6 मीनस -6 मल्टीप्लाई -6, आंसर आएगा साढ़े को 6 6 36 ते -4 2 8 8 3 24 -24, आंसर की आ गया साढ़े को 12। ये आंसर साढ़े को पॉजिटिव विच आया। तो इट मीनस की होया इधर जिहड़े रियल एंड डिस्टिंक्ट रूट जिहड़े ने वो बन के इत्थे लिख दांगे देयरफॉर इट हैज रियल एंड डिस्टिंक्ट रूट। ठीक है जी। तो उसनू कट लिए इत्थे फार्मूला की हुंदा है, x = -b ± √b² - 4ac। ठीक है जी। तो ਅਸੀਂ वैल्यू पुट कर दांगे, -b की वैल्यू की आ -6। ਇੱਥੇ ਤੁਸੀਂ ਇਹ ਧਿਆਨ ਰੱਖਣਾ, ਦੇਖੋ ਜਿਹੜਾ a ਮਾਈਨਸ ਹੈ ਇਹ ਆ ਇੱਥੇ ਲੱਗ ਗਿਆ, ਔਰ b ਦੀ ਵੈਲਿਊ ਕੀ ਹੈ ਉਹ -6 ਉਹ ਅੰਦਰ ਪੁੱਟ ਕਰ। ਠੀਕ ਹੈ ਜੀ। ਪਲੱਸ ਮਾਈਨਸ b² - 4ac ਵੈਲਿਊ ਅਸੀਂ ਕੱਢੀ ਸੀਗੀ 12। ਠੀਕ ਹੈ ਜੀ। ਮਾਈਨਸ ਮਾਈਨਸ ਪਲੱਸ 6 ਪਲੱਸ ਮਾਈਨਸ 12। ਸੋ ਇਦਾਂ ਕੇ ਰੂਟ ਕੱਢਣ ਲਈ ਅਸੀਂ ਕੀ ਕਰਾਂਗੇ, ਤੇ ਫਾਰਮੂਲਾ ਲਗਾਵਾਂਗੇ x = -b ± b² - 4ac/2a। ठीक है जी। तो ਅਸੀਂ ਕਰਾਂਗੇ -b ਦੀ ਵੈਲਿਊ ਕੀ ਆ ਮਾਈਨਸ, ਫਿਰ -6 ਇੱਥੇ ਕਿਵੇਂ ਲਗਾਇਆ ਸੀ, ਦੇਖੋ ਇਹ ਮਾਈਨਸ ਦਾ ਇਹ ਵਾਲਾ ਲੱਗ ਗਿਆ ਇੱਥੇ, ਐਂਡ b ਦੀ ਵੈਲਿਊ ਐਗਜ਼ੈਕਟ ਦੇ ਵਿੱਚ ਕੀ ਆ ਸਾਡੇ ਕੋਲ, ਉਹ ਕੀ ਆ -6। ਠੀਕ ਆ। ਉਹ ਅਸੀਂ ਅੰਦਰ ਪੁੱਟ ਕਰ ਦੇਣੀ ਆ, ਪਲੱਸ ਮਾਈਨਸ, ਹੁਣ b² - 4ac ਦੀ ਵੈਲਿਊ ਅਸੀਂ ਕੱਢੀ ਆ, ਦੇਖੋ ਇੱਥੇ 12/2, ਫਿਰ a ਦੀ ਵੈਲਿਊ ਕੀ ਆ ਗਈ ਸਾਡੇ ਕੋਲ ਮਲਟੀਪਲਾਈ 2। ਠੀਕ ਹੈ। ਹੁਣ ਇਹ ਦੋਨਾਂ ਦੇ ਵਿੱਚ ਕੋਈ ਸਾਈਨ ਨਹੀਂ ਤਾਂ ਅਸੀਂ ਮਲਟੀਪਲਾਈ ਪਾਵਾਂਗੇ, ਮਾਈਨਸ ਮਾਈਨਸ ਪਲੱਸ 6, ਫਿਰ ਪਲੱਸ ਮਾਈਨਸ √12/4। ਠੀਕ ਹੈ ਜੀ। तो इसका आंसर की लिखांगे, देखो ਅਸੀਂ ਇੱਕ ਵਾਰੀ ਅਸੀਂ ਇਸ ਦੀ ਪਲੱਸ ਦੇ ਵਿੱਚ ਵੈਲਿਊ ਲਿਖ ਦਾਂਗੇ। ਠੀਕ ਹੈ ਜੀ। /4 ਇੱਕ ਵਾਰੀ ਅਸੀਂ ਮਾਈਨਸ ਦੇ ਵਿੱਚ ਲਿਖ ਦਾਂਗੇ 6 -√12/4। ਇਹੀ ਇਸਦਾ ਆਂਸਰ ਲਿਖ ਦਾਂਗੇ। 12 ਕੁਐਸਚਨ ਦਾ ਹੀ ਨੈਕਸਟ ਔਰ ਪਾਰਟ ਦੇ ਵਿੱਚ ਸਾਡੇ ਕੋਲ ਕੀ ਆ ਕਿ ਅਸੀਂ ਇਸ ਨੂੰ ਮਿਲਾਨ ਕਰਨਾ ਹੈ, ਮੈਚ ਕਰਨੀ ਹੈ। तो पहला ਕੀ ਆ, ਦੇਖੋ ਸਾਡੇ ਕੋਲ रूट्स आर रियल एंड डिफरेंट। तो इसका आंसर की होएगा साढ़े को b² - 4ac << 0। ठीक है जी। तो सेकंड की है रूट्स आर रियल एंड इक्वल। तो इसका की बन जाएगा इक्वल वाला, देखो इक्वल तुसी इक्वल याद रखना है कि इक्वल वाले ते टिक करना है। ठीक है। नो रियल रूट का मतलब की आ कि ग्रेटर दैन 0। ठीक है जी। ए वाला ऑप्शन हो जाएगा b² - 4ac। फिर नेक्स्ट की है साढ़े को रूट्स आर रियल, इसका आंसर की बचा साढ़े को सी, ऑप्शन सी। 30 नंबर ते क्वेश्चन है साढ़े को, हाउ मैनी मल्टीपल्स ऑफ 4 लाई बिटवीन 10 एंड 250। कहते 4 ਦੇ ਮਲਟੀਪਲ ਜਿਹੜੇ ਨੇ ਉਹ ਕਿੰਨੇ ਨੇ 10 ਐਂਡ 20 ਦੇ ਵਿੱਚ। ਠੀਕ ਹੈ। ਜਿਹੜੇ 4 ਨਾਲ ਡਿਵਾਈਡ ਹੋ ਜਾਣ ਜਾਂ 4 ਦੇ ਟੇਬਲ ਤੇ। ਹੁਣ ਦੇਖੋ ਤੁਸੀਂ ਕੀ ਕਰਨਾ, ਤੁਸੀਂ ਪਹਿਲਾਂ ਇੱਥੇ AP ਬਣਾਣੀ ਹੈ। AP ਬਣਾਉਣ ਲਈ ਤੁਸੀਂ ਦੇਖਣਾ ਕਿ 10 ਤੋਂ ਬਾਅਦ ਕਿਹੜਾ ਐਸਾ ਡਿਜਿਟ ਹੈ ਜਿਹੜਾ 4 ਦੇ ਟੇਬਲ 'ਚ ਆਉਂਦਾ ਹੈ। ਤਾਂ ਸਾਰਿਆਂ ਨੂੰ ਪਤਾ ਇੱਥੇ ਆਉਂਦਾ ਹੈ 12। ठीक है। और 4 का ही फिर अगे डिफरेंस पा देना, 12 एंड 4 16, फिर अगे 4 का डिफरेंस पा के 20, फिर अगे डैश डैश डैश, फिर नैक्सट असीं की लिखांगे लास्ट दे विच असीं की लिखना, जिसमें AP बनाउंदे आ असीं की लिखना, जिथे जिहड़ा लास्ट डिजिट लिखांगे इत्थे की दित्ता साडे कोल 250, फिर 250 तो घट देखांगे किहड़ा ऐसा डिजिट है जिहड़ा वो 4 ਦੇ ਟੇਬਲ 'ਚ ਆਉਂਦਾ है। तो साडे कोल आंसर आएगा 248। ਇਹ ਸਾਡੇ ਕੋਲ AP ਬਣ ਜਾਏਗੀ। बस तुसीं इसनूं असीं सॉल्व कर लेना। पहलां असीं इसदा d कट लेना है, d = a2 - a1। a2 है साढ़े को 16 - a1 12, इसनूं माइनस करके आंसर आएगा साढ़े को 4। सो इसदा डिफरेंस आ गया 4। फिर इत्थे an दा फार्मूला लगावांगे, an = a + n - 1 बाहर d है। सो इत्थे an दी वैल्यू की है साढ़े को दित्ती हुई है लास्ट विच 248 = a दी वैल्यू की है साढ़े को 12 प्लस n सानू पता नहीं, नंबर ही असीं फाइंड करना है कि कितने नंबर ने। सो d की वैल्यू की है 4। ठीक है जी। फिर 248 - 12, इस 12 ਨੂੰ ਅਸੀਂ ਇਸ ਸਾਈਡ ਲੈ ਕੇ ਆਵਾਂਗੇ, ਔਰ ਇੱਥੇ ਕੀ ਰਹੇਗਾ ਸਾਡੇ ਕੋਲ, ਇੱਥੇ ਕੀ ਕਰਾਂਗੇ ਅਸੀਂ 4 ਨੂੰ 9 ਨਾਲ ਮਲਟੀਪਲਾਈ, 4n ਮਾਈਨਸ, ਫਿਰ 4 ਨੂੰ 1 ਨਾਲ ਮਲਟੀਪਲਾਈ,
4 1 ਦਾ 4 248 ਚੋਂ -12 कितने ਤਾਂ ਕੀ ਆਇਆ ਆਨਸਰ ਕੋ 236 ਹੁਣ ਇਹ -4 ਹੈ ਇਸ ਨੂੰ ਦੂਜੀ ਸਾਈਡ ਲੈ ਕੇ ਜਾਵਾਂਗੇ ਕੀ ਹੋ ਜਾਏਗਾ +4 4 ਐਂਡ ਦੂਜੀ ਸਾਈਡ ਹੀ ਲਿਖ ਦਾਂਗੇ ਇਸ ਨੂੰ ਪਲੱਸ ਕੀਤਾ ਆਨਸਰ ਆ ਗਿਆ ਸਾਡੇ ਕੋਲ 240 4n ਫਿਰ 240 upon 4 n ਉੱਥੇ ਰਹਿ ਜਾਏਗਾ 4 ਨੂੰ ਇਸ ਨਾਲ ਕਟਿੰਗ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ t n ਠੀਕ ਹੈ ਜਦੋਂ n ਦੀ ਵੈਲਿਊ ਆ ਗਈ ਸਾਡੇ ਕੋਲ 60 ਯਾਨੀ 60 ਐਸੇ ਜਿਹੜੇ ਨੰਬਰ ਨੇ ਜਿਹੜੇ 10 ਔਰ 20 ਦੇ ਵਿੱਚ 10 ਔਰ 2 ਵਿੱਚ ਆਣਗੇ ਕੁਐਸਚਨ 13 ਦਾ ਹੀ ਸਾਡੇ ਕੋਲ ਸੈਕਿੰਡ ਪਾਰਟ ਹੈ ਹਾਊ ਮੈਨੀ ਟਰਮਸ ਆਫ AP 9 17 ਐਂਡ 25 ਮਸਟ ਬੀ ਟੇਕਨ ਟੂ ਗਿਵ ਅ ਸਮ ਆਫ 636 ਠੀਕ ਹੈ ਜੀ ਇਸ ਨੂੰ ਸੋਲਵ ਕਰਨ ਲਈ ਅਸੀਂ ਪਹਿਲਾਂ ਕੀ ਕਰਾਂਗੇ ਦੇਖੋ ਇੱਥੇ AP ਲਿਖ ਲਈ 9 17 ਐਂਡ 25 ਇੱਥੇ ਪਹਿਲਾਂ D ਦਾ ਫਾਰਮੂਲਾ ਲਗਾਇਆ D A2 A1 17 9 ਸਾਡੇ ਕੋਲ ਆ ਗਿਆ 8 ਡਿਫਰੈਂਸ ਕੱਢਣਾ ਸਾਡੇ ਕੋਲ ਪਹਿਲਾਂ ਬਹੁਤ ਜ਼ਰੂਰੀ ਹੈ फिर इतने Sn का यानी सम का फार्मूला n upon 2a plus n minus 1 ब्रैकेट च फिर बाहर की आ जाएगा साढ़े को d ठीक है जी सो Sn की वैल्यू साढ़े को दी है उसने 636 n upon 2 ही असी कढ़ना फिर 2a की वैल्यू की है 18 तो a की वैल्यू की है साढ़े को इतने 9 प्लस n माइनस 1 बाहर की है d की वैल्यू a ठीक है जी सो ये 2 ਜਿਹੜਾ ਦੂਜੀ ਸਾਈਡ ਲੈ ਕੇ ਜਾਵਾਂਗੇ ਇਸ ਨੂੰ ਮਲਟੀਪਲਾਈ ਹੋਊਗਾ ਜਦੋਂ ਨੀਚੇ ਵੈਲਿਊ ਦੂਜੀ ਸਾਈਡ ਜਾਂਦੀ ਹੈ ਤਾਂ ਕੀ ਹੁੰਦਾ ਇਹ ਮਲਟੀਪਲਾਈ ਹੋ ਕੇ ਜਾਂਦੀ ਹੈ ਠੀਕ ਹੈ ਜੀ n 2 9 ਦਾ 3 ਫਿਰ ਪਲੱਸ 8 ਨੂੰ n ਦੇ ਨਾਲ 8n फिर 8 ਨੂੰ 1 ਦੇ ਨਾਲ -8 ਠੀਕ ਹੈ ਜੀ ਫਿਰ ਇੱਥੇ ਇਸ ਨੂੰ ਮਲਟੀਪਲਾਈ ਕਰਾਂਗੇ ਸਾਡੇ ਕੋਲ ਆਨਸਰ ਆ ਜਾਏਗਾ 1272 n ਸੋ ਅੰਦਰ ਅਸੀਂ ਪਹਿਲਾਂ ਇੱਥੇ 8n ਲਿਖਾਂਗੇ ਠੀਕ ਹੈ ਜੀ ਫਿਰ ਅੱਗੇ 18 ਔਰ -8 ਇਸ ਨੂੰ ਸੋਲਵ ਕਰਾਂਗੇ 18 ਚੋਂ -8 ਗਿਆ +10 ਠੀਕ ਹੈ ਜੀ ਫਿਰ ਇੱਥੇ ਕੀ ਆ ਗਿਆ ਸਾਡੇ ਕੋਲ 1272 ਫਿਰ n ਨਾਲ ਬ੍ਰੈਕਟ ਓਪਨ ਕਰਨੀ ਹੈ n ਨੂੰ 8 ਨਾਲ ਕੀਤਾ 8n ਦਾ ਸਕੁਅਰ ਪਲੱਸ ਫਿਰ n ਨੂੰ 10 ਨਾਲ ਕੀਤਾ 10n ਠੀਕ ਹੈ ਜੀ ਇੱਥੇ ਅਸੀਂ ਲਿਖਾਂਗੇ 8n ਦਾ ਸਕੁਅਰ ਪਲੱਸ 10 ਇਸ 1272 ਤੋਂ ਵੈਲਿਊ ਅਸੀਂ ਉਧਰ ਲੈ ਕੇ ਜਾਵਾਂਗੇ ਉੱਤੇ ਕੀ ਹੋ ਜਾਏਗਾ ਮਾਈਨਸ ਹੋ ਜਾਏਗਾ ਸੋ ਇਹ ਸਾਡੇ ਕੋਲ ਇੱਕ ਇਕੁਏਸ਼ਨ ਬਣ ਕੇ ਆ ਗਈ ਠੀਕ ਹੈ ਜੀ ਹੁਣ ਇੱਥੇ ਹੀ ਕਰਾਂਗੇ ਦੇਖੋ ਇਹਦੇ ਵਿੱਚ ਅਸੀਂ ਨਾ ਕਾਮਨ ਕੱਢ ਲਾਂਗੇ ਕਾਮਨ ਕੱਢਣ ਲਈ ਕੀ ਦੇਖਣਾ ਹੁੰਦਾ ਹੈ ਬਸ ਵੀ ਜਿਹੜੀਆਂ ਤਿੰਨ ਵੈਲਿਊਜ਼ ਹੈ ਇਹਨਾਂ ਵਿੱਚੋਂ ਕਿਹੜਾ ਐਸਾ ਡਿਜਿਟ ਹੈ ਜਿਹੜਾ ਬਾਹਰ ਨਿਕਲ ਕੇ ਆ ਜਾਏਗਾ ਉਹ ਕੀ ਹੈ ਸਾਡੇ ਕੋਲ ਅਸੀਂ ਇਸ ਨੂੰ 2 ਬਾਹਰ ਕੱਢ ਦਾਂਗੇ ਅੰਦਰ ਕੀ ਲੈ ਕੇ ਸਾਡੇ ਕੋਲ 4n ਦਾ ਸਕੁਅਰ ਪਲੱਸ 25 ਦਾ 10 ਮਾਈਨਸ ਫਿਰ 1272 ਕਿਵੇਂ ਆ ਗਏ ਇਹ ਸਾਡੇ ਕੋਲ ਆਊਗਾ 636 ਨਾਲ ਮਲਟੀਪਲਾਈ ਕਰ ਠੀਕ ਹੈ ਜੀ ਇਜ਼ੀਕਲ ਟੂ 0 ਠੀਕ ਹੈ ਹੁਣ ਇਹ 2 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ ਯਾਨੀ ਨੀਚੇ ਚਲ ਜਾਏਗਾ 0 ਦੇ ਨੀਚੇ ਆ ਜਾਏਗਾ ਤਾਂ ਵੈਲਿਊ ਕੀ ਬਣ ਜਾਏਗੀ ਜੀ 0 ਸਾਡੇ ਕੋਲ ਇਕੁਏਸ਼ਨ ਕੀ ਬਚ ਕੇ ਆਏਗੀ 4n ਸਕੁਅਰ ਪਲੱਸ 5n ਮਾਈਨਸ 36 ਠੀਕ ਹੈ ਜੀ ਹੁਣ ਇਸ ਨੂੰ ਤੁਸੀਂ ਦੋ ਤਰੀਕੇ ਨਾਲ ਸੋਲਵ ਕਰ ਸਕਦੇ ਹੋ ਇਸ ਇਕੁਏਸ਼ਨ ਨੂੰ ਜਾਂ ਤਾਂ ਤੁਸੀਂ ਫੈਕਟਰਾਈਜ਼ ਤਰੀਕੇ ਨਾਲ ਕਰ ਲਓ ਜਿਵੇਂ ਅਸੀਂ ਪੋਲੀਨੋਮੀਅਲ ਕਰਦੇ ਜ਼ੀਰੋਜ਼ ਕੱਢਦੇ ਹਾਂ ठीक है जी या फिर तुसी D वाला फार्मूला लगा लो मैं तुहानू दोने फार्मूले दे नाल करके दिखा देना तुसी जिहड़ा तुहानू ईजी लगदा तुसी उस नाल सॉल्व कर सकदे हो पहला असीं D लगावांगे D इज इक्वल टू B स्क्वायर माइनस 4AC ठीक है जी फिर इत्थे की आ D इज इक्वल टू B दी वैल्यू की आ जो दूजे नंबर दित्ती आ ये साडे कोल A दी ए B दी एंड C दी ठीक है जी तो B दी वैल्यू की है 5 उसका स्क्वायर माइनस 4 A दी वैल्यू 4 C दी वैल्यू 6 ठीक है जी तो 5 5 दा 25 माइनस इस तीनों ਨੂੰ ਅਸੀਂ ਮਲਟੀਪਲਾਈ ਕਰਾਂਗੇ ਤਾਂ ਆਨਸਰ ਕੀ ਆਏਗਾ ਸਾਡੇ ਕੋਲ ਇੱਥੇ ਅਸੀਂ ਮਾਈਨਸ ਲਗਾ ਲੈਣਾ ਹੈ -63 ਠੀਕ ਹੈ ਜੀ ਇੱਥੇ ਆਨਸਰ ਕੀ ਆਏਗਾ ਸਾਡੇ ਕੋਲ 25 1017 ਠੀਕ ਹੈ ਜੀ ਫਿਰ ਇਸ ਨੂੰ ਅਸੀਂ ਦੋਨਾਂ ਨੂੰ ਪਲੱਸ ਕਰਾਂਗੇ ਆਨਸਰ ਕੀ ਆ ਜਾਏਗਾ ਸਾਡੇ ਕੋਲ 10201 ਫਿਰ ਇੱਥੇ ਅਸੀਂ x -b माइनस √d upon 2a ਇਸ ਦੇ ਵਿੱਚ ਵੈਲਿਊ ਪੁੱਟ ਕਰ ਦਾਂਗੇ -b ਦੀ ਵੈਲਿਊ ਕੀ ਹੈ ਸਾਡੇ ਕੋਲ 5 ਮਾਈਨਸ ਜਿਹੜਾ ਫਾਰਮੂਲੇ ਵਾਲਾ ਪਲੱਸ ਮਾਈਨਸ ਠੀਕ ਹੈ ਜੀ d ਦੀ ਵੈਲਿਊ ਕੀ ਆਈ ਸਾਡੇ ਕੋਲ 1001 upon 2 ਮਲਟੀਪਲਾਈ 4 ਠੀਕ ਹੈ ਜੀ ਫਿਰ ਅੱਗੇ ਕੀ ਆ ਗਿਆ -5 ਪਲੱਸ ਮਾਈਨਸ ਹੁਣ ਇਹਦਾ ਜਿਹੜਾ ਰੂਟ ਹੈ ਉਹ ਕੀ ਹੋਏਗਾ 101 ठीक है जी अपॉन 8 ਹੁਣ ਅੱਗੇ ਅਸੀਂ ਇਸ ਨੂੰ ਕੀ ਕਰਾਂਗੇ ਇੱਕ ਵਾਰੀ ਅਸੀਂ ਇਸ ਨੂੰ ਪਲੱਸ ਲਿਖ ਕੇ ਸੋਲਵ ਕਰਾਂਗੇ ਇਜ਼ ਇਕੁਅਲ ਟੂ -5 ਪਲੱਸ 101 अपॉन 8 ਇੱਕ ਵਾਰ ਅਸੀਂ -5 101 अपॉन 8 ਠੀਕ ਹੈ ਜੀ ਇਸ ਨੂੰ ਅਸੀਂ ਪਲੱਸ ਮਾਈਨਸ ਆਨਸਰ ਕੀ ਆਇਆ ਸਾਡੇ ਕੋਲ 90 अपॉन 8 ਦੂਜੀ ਸਾਈਡ ਕੀ ਆਇਆ ਮਾਈਨਸ ਪਲੱਸ ਆਨਸਰ ਆ ਗਿਆ ਸਾਡੇ ਕੋਲ 106 ਇਹ ਮਾਈਨਸ ਦਾ ਕਿਉਂਕਿ ਵੱਡੇ ਅੱਗੇ ਸਾਈਨ ਮਾਈਨਸ ਦਾ
ਸੋ ਆਨਸਰ ਆ ਗਿਆ ਸਾਡੇ ਕੋਲ -106/8। ਦੇਖੋ ਮਾਈਨਸ ਦੀ ਵੈਲਿਊ ਤਾਂ ਕਦੇ ਵੀ ਕਾਊਂਟ ਨਹੀਂ ਕਰਨੀ ਤੁਸੀਂ, ਇਸ ਕਰਕੇ ਇਸ ਨੂੰ ਖਤਮ ਕਰ ਦੇਣਾ, ਇਹ ਤੁਸੀਂ ਨਹੀਂ ਕਾਊਂਟ ਕਰਨੀ। ਸੋ ਇੱਥੇ ਕੀ ਹੈ ਪਲੱਸ ਦੀ ਵੈਲਿਊ ਹੈ, ਤੁਸੀਂ ਕਟਿੰਗ ਕਰ ਸਕਦੇ ਹੋ। 8 1 ਦਾ 96 8 ਦੇ ਟੇਬਲ 'ਚ ਕਿੱਥੇ ਆਉਂਦਾ 12 ਤੇ। ਸੋ ਇੱਥੇ ਸਾਡੇ ਕੋਲ ਆਨਸਰ ਆ ਗਿਆ 12। ਠੀਕ ਹੈ ਜੀ, ਇੱਥੇ ਸਾਡੇ ਕੋਲ n ਦੀ ਵੈਲਿਊ ਆ ਗਈ 12। ਹੁਣ ਨੈਕਸਟ ਅਸੀਂ ਦੇਖਦੇ ਹਾਂ ਫੈਕਟਰਾਈਜ਼ ਤਰੀਕਾ। ਫੈਕਟਰਾਈਜ਼ ਤਰੀਕੇ ਨੂੰ ਕਿਵੇਂ ਕਰਨਾ, ਦੇਖੋ 4n ਦਾ ਸਕੁਅਰ ਪਲੱਸ 53n, ਜੋ ਇਹ ਇੱਥੇ ਲਿਖਿਆ n ਜਾਂ x ਜੋ ਵੀ ਲਿਖਿਆ ਹੋਏਗਾ ਇਹ ਦੋਨੋਂ ਫੈਕਟਰਾਂ ਦੇ ਨਾਲ ਤੁਸੀਂ ਲਗਾ ਦੇਣਾ -48n फिर -636 इज इक्वल टू 0। ਅਤੇ ਕਾਮਨ ਕੱਢਾਂਗੇ, ਕਾਮਨ ਕੀ ਆ ਗਿਆ ਸਾਡੇ ਕੋਲ n, ਅੰਦਰ ਕੀ ਰਹਿ ਜਾਏਗਾ ਸਾਡੇ ਕੋਲ 4n + 53। ਠੀਕ ਹੈ ਜੀ, ਮਾਈਨਸ ਇਸ ਸਾਈਡ ਵੀ ਸਾਡੇ ਕੋਲ 4n + 53, ਦੋਨੋਂ ਸੇਮ ਬ੍ਰੈਕਟਾਂ ਹੀ ਬਣਨਗੀਆਂ। ਸੋ ਬਾਹਰ ਇੱਥੇ ਕੀ ਲਿਖਾਂਗੇ, ਜਿਸ ਨੂੰ ਮਲਟੀਪਲਾਈ ਕਰਨ ਦੇ ਨਾਲ ਆਨਸਰ ਸਾਡੇ ਕੋਲ 48 ਬਣ ਜੇ ਤਾਂ ਇੱਥੇ ਬਾਹਰ ਲਿਖਾਂਗੇ ਅਸੀਂ -12। ਠੀਕ ਹੈ ਜੀ, ਜਿਹੜੇ ਬਾਹਰ ਵਾਲੀ ਵੈਲਿਊਜ਼ ਨੇ ਇਹਨੂੰ ਤੁਸੀਂ ਇੱਕ ਬ੍ਰੈਕਟ ਦੇ ਵਿੱਚ ਬੰਦ ਕਰ ਦੇਣਾ। ਠੀਕ ਹੈ ਜੀ, ਐਂਡ ਜਿਹੜੀ ਦੋ ਸੇਮ ਵੈਲਿਊਜ਼ ਨੇ ਇਹਨੂੰ ਤੁਸੀਂ ਇੱਕ ਬ੍ਰੈਕਟ 'ਚ ਬੰਦ ਕਰ ਦੇਣਾ 4n + 53। ਤੁਸੀਂ ਜਦੋਂ ਇਸ ਨੂੰ ਸੋਲਵ ਕਰਾਂਗੇ ਤਾਂ ਕੀ ਆਏਗਾ 9 - 12 = 0। n = ਇਹ -12 ਦੂਜੀ ਸਾਈਡ ਜਾ ਕੇ ਕੀ ਹੋ ਜਾਏਗਾ ਪਲੱਸ ਦਾ, ਤਾਂ ਵੈਲਿਊ ਬਣ ਜਾਏਗੀ ਸਾਡੇ ਕੋਲ n 12। ਠੀਕ ਹੈ ਜੀ, तो इस करके इतने ही प्लस की वैल्यू साढ़े को बन गई, पर इतने जो ਅਸੀਂ ਕਰਕੇ ਦੇਖ ਦਾਂਗੇ 4n + 53 = 0, 4n = -53। ਇਹ ਪਲੱਸ ਦੀ ਵੈਲਿਊ ਦੇ ਅੱਗੇ ਮਾਈਨਸ ਹੋ ਜਾਏਗੀ, तो इस करके ਇੱਥੇ ਹੀ ਤੁਸੀਂ ਤੁਹਾਨੂੰ ਅੱਗੇ ਸੋਲਵ ਕਰਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਮਾਈਨਸ ਦੀ ਵੈਲਿਊ ਨਹੀਂ ਲੈਣੀ ਔਰ ਪੋਜ਼ਿਟਿਵ ਵਾਲੀ ਹੀ ਵੈਲਿਊ ਲੈਣੀ ਹੈ। तो इसका आंसर आ जाएगा ਸਾਡੇ ਕੋਲ 12। नेक्स्ट 14 क्वेश्चन है ਸਾਡੇ ਕੋਲ। Two poles of equal heights are standing opposite to each other on either side of a road। ਕਹਿੰਦਾ ਇੱਕ 80 ਮੀਟਰ ਜਿਹੜੀ ਚੌੜੀ ਸੜਕ ਦੇ ਦੋਵੇਂ ਪਾਸਿਆਂ ਤੇ ਆਮਣੇ ਸਾਹਮਣੇ ਬਰਾਬਰ ਲੰਬਾਈ ਵਾਲੇ ਦੋ ਖੰਭੇ ਲੱਗੇ ਹੋਏ ਹਨ। ਦੇਖੋ ਇਹ ਪਿਕਚਰ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਦੋ ਜਿਹੜੇ ਨੇ ਪੋਲ ਜਿਹੜੇ ਲੱਗੇ ਹੋਏ ਨੇ। ਠੀਕ ਹੈ ਜੀ, ਵਿਚ ਇਜ਼ 80 ਮੀਟਰ ਵਾਈਡ, ਜਿਹੜੇ 80 ਮੀਟਰ ਜਿਹਨਾਂ ਦੀ ਦੂਰੀ ਆ ਆਪਸ ਦੇ ਵਿੱਚ। ਫਰੋਮ ਅ ਪੁਆਇੰਟ ਬਿਟਵੀਨ them on the road the angle of elevation of the top of the poles are 60 degree and 30 degree respectively। ਕਹਿੰਦਾ ਜਿਹੜੇ ਦੋਨੋਂ ਜਿਹੜੇ ਪੋਲਸ ਨੇ ਉਹ ਕੀ ਕਰ ਰਹੇ ਨੇ, ਇੱਕ ਟੌਪ ਤੋਂ ਐਲੀਵੇਸ਼ਨ ਬਣਾ ਰਹੇ ਨੇ। ਇੱਕ ਬਣਾ ਰਿਹਾ 60 ਡਿਗਰੀ ਐਂਡ ਦੂਜਾ ਜਿਹੜਾ ਬਣਾ ਰਿਹਾ ਉਹ ਕਿੰਨਾ ਬਣਾ ਰਿਹਾ 30 ਡਿਗਰੀ ਦਾ ਐਂਗਲ ਬਣਾ ਰਿਹਾ। ਫਾਈਂਡ ਦਾ ਹਾਈਟ ਆਫ ਦਾ ਪੋਲਸ, ਕਹਿੰਦਾ ਦੋਨਾਂ ਦੀ ਜਿਹੜੀ ਹਾਈਟ ਫਾਈਂਡ ਕਰਨੀ ਹੈ ਆਫ ਦਾ ਪੁਆਇੰਟ ਫਰੋਮ ਦਾ ਫੁੱਟ ਆਫ ਦਾ ਪੋਲਸ। ਠੀਕ ਹੈ, ਦੋਨਾਂ ਦੇ ਫੁੱਟ ਤੋਂ ਜਿਹੜੇ ਪੁਆਇੰਟ ਜਿਹੜੀ ਹਾਈਟ ਅਸੀਂ फाइंड करनी है। देखो ਅਸੀਂ ਪਹਿਲਾਂ ਇਹਦੇ 'ਚ ਇੱਕ ਗੱਲ ਸਮਝ ਲਓ, 80 ਮੀਟਰ ਜਿਹੜੀ ਆ ਟੋਟਲ ਹੈ ਔਰ ਇੱਥੇ ਤੱਕ ਮੰਨ ਲਓ ਅਸੀਂ x ਮੰਨ ਲਈ, ਉਹ ਦੂਜੀ ਕੀ ਬਚ ਗਈ ਸਾਡੇ ਕੋਲ ਫਿਰ 80 - x। ਠੀਕ ਹੈ ਜੀ, ਇੱਥੇ ਅਸੀਂ ਲਿਖਾਂਗੇ ਆਪਾਂ let the height of poles = h ਮੀਟਰ। ਠੀਕ ਹੈ, ਹਾਈਟ ਜਿਹੜੀ ਆ ਉਹ ਅਸੀਂ h ਮੰਨ ਲੈਣੀ ਹੈ। ਠੀਕ ਹੈ ਜੀ, ਉਸ ਅਸੀਂ ਕੀ ਲਿਖਾਂਗੇ in triangle ABO ਇੱਥੇ ਲਿਖਾਂਗੇ in triangle ABO tan 60 डिग्री। ठीक है जी, tan की ਹੁੰਦਾ ਸਾਡੇ ਕੋਲ P/h। ਠੀਕ ਹੈ ਜੀ, ਹੁਣ ਇੱਥੇ ਕੀ ਆ ਸਾਡੇ ਕੋਲ P ਦੀ ਵੈਲਿਊ ਐਂਡ ਇੱਥੇ ਅਸੀਂ ਲਵਾਂਗੇ tan 60 डिग्री। tan 60 डिग्री ਕਿਉਂ ਲਿਆ, ਸਾਡੇ ਕੋਲ ਜਿਹੜੀ tan ਦੀ ਵੈਲਿਊ ਹੁੰਦੀ ਹੈ B/h। ਠੀਕ ਹੈ ਜੀ, B ਸਾਡੇ ਕੋਲ x ਐਂਡ h ਅਸੀਂ ਕੱਢਣੀ ਹੈ। ਸੋ ਇਹ ਤਰੀਕੇ ਨਾਲ ਅਸੀਂ tan ਦੀ ਹੀ ਵੈਲਿਊ ਲਈ ਹੈ। ਸੋ tan 60 ਕੀ ਹੈ, ਜਿਹੜਾ ਸਾਡੇ ਕੋਲ ਥੀਟਾ ਜਾਂ ਐਂਗਲ ਦਿੱਤਾ ਹੁੰਦਾ ਹੈ ਉਹ ਅਸੀਂ ਵੈਲਿਊ ਨਾਲ ਲਗਾਣੀ ਹੁੰਦੀ ਹੈ। tan 60 डिग्री = AB/BO। ਠੀਕ ਹੈ ਜੀ, ABH ਐਂਡ BO ਕੀ ਹੈ ਬੇਸ। ਸੋ ਇੱਥੇ tan 60 ਦੀ ਵੈਲਿਊ ਵੀ ਆ ਗਈ ਸਾਡੇ ਕੋਲ √3 = AB ਦੀ ਵੈਲਿਊ h ਔਰ ਨੀਚੇ B ਦੀ ਵੈਲਿਊ x। ਇਸਨੂੰ ਅਸੀਂ ਕ੍ਰੋਸ ਕਰ ਦਾਂਗੇ, √3 ਨਾਲ ਜੇ ਮਲਟੀਪਲਾਈ ਕਰਾਂਗੇ x ਨੂੰ ਤਾਂ ਕੀ ਬਣ ਜਾਏਗਾ √3x = h। ਤਾਂ ਸਾਡੇ ਕੋਲ h ਦੀ ਵੈਲਿਊ ਕੀ ਬਣ ਗਈ √3x। ਸੋ ਨੈਕਸਟ ਅਸੀਂ ਦੇਖਾਂਗੇ ਇਨ ਟ੍ਰਾਇੰਗਲ DCO। ਠੀਕ ਹੈ, ਇਸ ਤਰੀਕੇ ਨਾਲ DCO ਦੇਖਾਂਗੇ। ਇਸ ਦੇ ਵਿੱਚ ਕੀ ਹੈ tan 30 डिग्री = DC/OC। ਠੀਕ ਹੈ, tan 30 डिग्री ਦੀ ਵੈਲਿਊ ਕੀ ਹੈ 1/√3 = h/80 - x। ਇੱਥੇ ਵੀ ਅਸੀਂ ਉਹਨੂੰ ਕ੍ਰੋਸ ਕਰ ਦਾਂਗੇ, 80 - x ਨੂੰ ਅਸੀਂ 1 ਨਾਲ ਮਲਟੀਪਲਾਈ ਕੀਤਾ ਤਾਂ ਕੀ ਆਇਆ ਸਾਡੇ ਕੋਲ 80 - x = √3h। ਸੋ ਨੈਕਸਟ ਅਸੀਂ ਲਿਖਾਂਗੇ, ਦੇਖੋ 80 - x = √3h ਦੀ ਵੈਲਿਊ ਅਸੀਂ ਉੱਪਰ ਕੱਢੀ ਸੀਗੀ √3x। ਇਸ ਨੂੰ ਅਸੀਂ ਮਲਟੀਪਲਾਈ ਪਾ ਕੇ ਲਿਖਾਂਗੇ √3x। ਇੱਥੇ ਲਿਖ ਲਾਂਗੇ ਫਰੋਮ ਇਕੁਏਸ਼ਨ 1। ਫਿਰ ਨੈਕਸਟ ਅਸੀਂ ਲਿਖਾਂਗੇ 80 - x। ਠੀਕ ਹੈ ਜੀ, ਔਰ √3 ਮਲਟੀਪਲਾਈ √3। ਜਦੋਂ ਵੀ ਦੋ ਜਿਹੜੇ ਰੂਟ ਨੇ ਉਹਨਾਂ ਦੀ ਵੈਲਿਊ ਸੇਮ ਹੋ ਜਾਂਦੀ ਹੈ ਤਾਂ ਉਹਨਾਂ ਦਾ ਰੂਟ ਜਿਹੜਾ ਆਪਸ ਵਿੱਚ ਖਤਮ ਹੋ ਜਾਂਦਾ ਹੈ ਔਰ ਵੈਲਿਊ
ਉਹੀ ਆ ਜਾਂਦੀ ਹੈ ਜੋ ਲਿਖੀ ਹੁੰਦੀ ਹੈ। ਠੀਕ ਹੈ ਜੀ। ਸੋ ਇੱਥੇ ਕੀ ਬਣ ਗਿਆ ਸਾਡੇ ਕੋਲ 3x। ਨੈਕਸਟ ਅਸੀਂ ਲਿਖਾਂਗੇ 80 ਇਜ਼ ਇਕਲ ਟੂ 3x। ਇਹ ਮਾਈਨਸ x ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ, ਉਸ ਸਾਈਡ ਤੇ ਕੀ ਹੋ ਗਿਆ ਸਾਡੇ ਕੋਲ ਪਲੱਸ ਦਾ x। ਸੋ 80 ਇਜ਼ ਇਕਲ ਟੂ 4x। 80 ਅਪੋਨ 4, ਹੁਣ ਜਿਹੜੀ x ਦੇ ਨਾਲ ਜਿਹੜੀ ਵੈਲਿਊ ਦੇਖੋ ਜਿਹੜੀ ਇਹ ਚਿਮੜੀ ਹੋਈ ਆ ਉਹ ਕੀ ਜਾਏਗੀ, ਨੀਚੇ ਜਾਏਗੀ, ਇਜ਼ ਇਕਲ ਟੂ x। 4 ਦੇ ਟੇਬਲ 'ਚ 80 ਕਿੱਥੇ ਆਇਆ, 4 2 ਦਾ 0 20, ਯਾਨੀ x ਦੀ ਵੈਲਿਊ ਸਾਡੇ ਕੋਲ ਕੀ ਆ ਗਈ 20। ਹੁਣ ਦੇਖੋ ਸਟੂਡੈਂਟ ਜਦੋਂ ਇਹ x ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ 20, ਤਾਂ ਇੱਥੇ ਅਸੀਂ ਲਿਖਾਂਗੇ ਪਹਿਲਾਂ ਅਸੀਂ ਡਿਸਟੈਂਸ ਕੱਢ ਲਾਂਗੇ ਕਿ ਕਿੰਨਾ ਆ ਰਿਹਾ ਸਾਡੇ ਕੋਲ ਡਿਸਟੈਂਸ ਟੋਟਲ ਕਿੰਨਾ ਸਾਡੇ ਕੋਲ B ਐਂਡ O। ਠੀਕ ਹੈ ਜੀ। BO ਇਜ਼ ਇਕਲ ਟੂ 20 ਮੀਟਰ। ਤਾਂ ਅਸੀਂ ਪਹਿਲਾਂ ਡਿਸਟੈਂਸ ਕੱਢ ਲਾਂਗੇ, ਡਿਸਟੈਂਸ ਕਿੰਨਾ ਸਾਡੇ ਕੋਲ B ਐਂਡ O। ਠੀਕ ਹੈ ਜੀ। ਸੋ ਇਹ ਕੀ ਹੈ x ਦੀ ਵੈਲਿਊ ਸੀਗੀ, ਇੱਥੇ ਲਿਖ ਦਾਂਗੇ BO ਇਜ਼ ਇਕਲ ਟੂ 20 ਮੀਟਰ ਐਂਡ OC ਇਜ਼ ਇਕਲ ਟੂ 80 ਮਾਈਨਸ x। ਸੋ OC ਦੀ ਵੈਲਿਊ ਕੀ ਬਣ ਗਈ 80 ਮਾਈਨਸ 20। x ਦੀ ਵੈਲਿਊ 20 ਆਈ ਸੀ, ਇੱਥੇ 20 ਪੁੱਟ ਕਰ ਦਾਂਗੇ। ਸੋ OC ਦੀ ਵੈਲਿਊ ਕੀ ਬਣ ਗਈ ਸਾਡੇ ਕੋਲ 60 ਮੀਟਰ। ਫਿਰ ਅੱਗੇ ਅਸੀਂ ਕੱਢਣਾ h ਯਾਨੀ ਮੀਨਸ ਹਾਈਟ ਆਫ ਪੋਲ। ਠੀਕ ਹੈ ਜੀ। ਇਸ ਨੂੰ ਹੀ ਕੱਢ ਕਰਾਂਗੇ ਰੂਟ 3x। ਇਹ ਅਸੀਂ h ਜਿਹੜੀ ਆਪਾਂ ਉੱਪਰ ਕੀ ਲਈ ਸੀਗੀ ਰੂਟ 3x। तो x ਦੀ ਵੈਲਿਊ ਕੀ ਆ ਗਈ ਸਾਡੇ ਕੋਲ 20, ਫਿਰ ਤੇ ਮਲਟੀਪਲਾਈ 20। ਸੋ ਆਨਸਰ ਕੀ ਆ ਜਾਏਗਾ 20 ਰੂਟ। ਨੈਕਸਟ ਕੁਐਸਚਨ ਆ ਸਾਡੇ ਕੋਲ 16, ਹਾਊ ਮੈਨੀ ਸਿਲਵਰ ਕੋਇਨਸ 1.75 ਸੈਂਟੀਮੀਟਰ ਇਨ ਡਾਇਆਮੀਟਰ ਐਂਡ ਆਫ ਥਿਕਨੈਸ ਆਫ 2 ਮਿਲੀਮੀਟਰ। ਕਹਿੰਦੇ ਵੀ ਕਿੰਨੇ ਸਿਲਵਰ ਕੋਇਨ ਜਿਹੜੇ ਨੇ ਉਹ 1.75 ਸੈਂਟੀਮੀਟਰ ਜਿਸ ਦਾ ਡਾਇਆਮੀਟਰ ਹੋਏਗਾ ਐਂਡ ਥਿਕਨੈਸ ਜਿਸ ਦੀ 2 ਮਿਲੀਮੀਟਰ ਹੋਏਗੀ, ਮਸਟ ਬੀ ਮੈਲਟਡ ਟੂ ਫਾਰਮ ਆਫ ਅ ਕਿਊਬਾਈਡ ਡਾਈਮੈਂਸ਼ਨ। ਕਹਿੰਦਾ ਜਦੋਂ ਉਸਨੂੰ ਅਸੀਂ ਮੈਲਟਡ ਕਰ ਦਾਂਗੇ ਕਿਊਬਾਈਡ ਦੇ ਵਿੱਚ, ਉਹਦੀ ਡਾਈਮੈਂਸ਼ਨ ਜਿਹੜੀ ਇਹ ਬਣ ਕੇ ਆਏਗੀ, ਤਾਂ ਮੈਲਟਡ ਕਰਨ ਤੋਂ ਬਾਅਦ ਕਿੰਨੇ ਸਿਲਵਰ ਕੋਇਨ ਜਿਹੜੇ ਉਹ ਬਣ ਕੇ ਆਣਗੇ। ਇਹਦੇ ਮਤਲਬ ਕੀ ਆ ਦੇਖੋ ਕਿ ਆ ਡਾਈਮੈਂਸ਼ਨ ਦਿੱਤੀਆਂ ਸਾਡੇ ਕੋਲ, ਇਸ ਦਾ ਵਿੱਚ ਇੱਕ ਘਣਾਵ ਦੇ ਲਈ 1.7 ਮੀਟਰ ਜਿਹੜਾ ਡਾਇਆਮੀਟਰ ਹੈ ਐਂਡ 2 mm ਜਿਹੜੀ ਮੋਟਾਈ ਹੈ। ਕਿੰਨੇ ਜਿਹੜੇ ਚਾਂਦੀ ਦੇ ਸਿੱਕਿਆਂ ਨੂੰ ਪਿਘਲਾਣਾ ਪਵੇਗਾ ਜੇ ਅਸੀਂ ਇਸ ਤਰੀਕੇ ਦੀ ਇੱਕ ਡਾਈਮੈਂਸ਼ਨ ਤਿਆਰ ਕਰ। ਸੋ ਦੇਖੋ ਸਟੂਡੈਂਟ ਜਿਹੜੀ ਇਹ ਤੁਹਾਡੇ ਕੋਲ ਸਿੱਕੇ ਦਿੱਤੇ ਨੇ, ਕੋਇਨ ਦਿੱਤੇ ਨੇ, ਇਹ ਕਿਸ ਦੀ ਸ਼ੇਪ ਚ ਹੈ, ਸਿਲੰਡਰ ਦੀ ਸ਼ੇਪ ਚ। ਠੀਕ ਹੈ ਜੀ। ਸੋ ਇੱਥੇ ਕੀ ਦਿੱਤਾ 2 ਮਿਲੀਮੀਟਰ, ਪਹਿਲਾਂ ਅਸੀਂ ਇਸ ਨੂੰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਾਂਗੇ। ਠੀਕ ਹੈ। ਇੱਥੇ ਅਸੀਂ ਲਿਖਾਂਗੇ ਸਿਲੰਡਰ, h ਇਸ ਦੀ ਹੈਗੀ ਆ 2 ਮਿਲੀਮੀਟਰ। ਇਸ ਨੂੰ ਅਸੀਂ ਜਦੋਂ ਡਿਵਾਈਡ ਕਰਾਂਗੇ, ਜਦੋਂ ਅਸੀਂ ਇਸ ਨੂੰ ਸੈਂਟੀਮੀਟਰ ਚ ਬਣਾਵਾਂਗੇ ਤਾਂ ਕੀ ਹੁੰਦਾ ਸਾਡੇ ਕੋਲ 1 ਮਿਲੀਮੀਟਰ ਇਜ਼ ਇਕਲ ਟੂ 1 ਅਪੋਨ 10 ਸੈਂਟੀਮੀਟਰ। ਸੋ ਇਜ਼ ਇਕਲ ਟੂ 2 ਅਪੋਨ 10। ਤਾਂ ਇੱਥੇ ਆਨਸਰ ਕੀ ਆ ਜਾਏਗਾ ਸਾਡੇ ਕੋਲ 0.2 ਸੈਂਟੀਮੀਟਰ। ਇਹ ਇਸ ਦੀ ਹਾਈਟ ਬਣ ਜਾਏਗੀ। ਠੀਕ ਹੈ ਜੀ। ਸੋ D ਕੀ ਆ ਸਾਡੇ ਕੋਲ 1.7 ਸੈਂਟੀਮੀਟਰ। ਸੋ ਸਭ ਤੋਂ ਪਹਿਲਾਂ ਅਸੀਂ ਇਸਦਾ r ਕੱਢਾਂਗੇ ਯਾਨੀ ਰੇਡੀਅਸ 1.75 ਅਪੋਨ 2। ਸੋ 1.75 ਅਪੋਨ 2 ਪੁਆਇੰਟ ਦਾ 1 ਬਣ ਜਾਏਗਾ। ਠੀਕ ਹੈ ਜੀ। ਐਂਡ ਅੱਗੇ 2 ਡਿਜਿਟ ਨੇ ਤਾਂ 2 0 ਲਗਾ ਦਾਂਗੇ। तो ये की बन गया साढ़े कोल 175.2 मल्टीप्लाई 100। इसमें ਅਸੀਂ कटिंग कर देंगे, कटिंग करके जो साढ़े कोल आंसर की आ जाएगा इसका 7/8। ठीक है जी। ये साढ़े कोल R बन के आएगा। ਇੱਥੇ ਅਸੀਂ ਲਿਖਾਂਗੇ वॉल्यूम ऑफ coins is equal to वॉल्यूम ऑफ क्यूबाइड। ये ਅਸੀਂ ਕੀ ਕੱਢਣ ਲੱਗਿਆ ਹੁਣ नंबर ऑफ coins। ठीक है जी। ਇੱਥੇ वॉल्यूम ऑफ coin, वॉल्यूम ऑफ यानी वॉल्यूम ऑफ सिलेंडर ਦਾ ਫਾਰਮੂਲਾ ਪਾਈ r ਸਕੁਅਰ h is equal to वॉल्यूम ऑफ क्यूबाइड ਦਾ l ਮਲਟੀਪਲਾਈ b ਮਲਟੀਪਲਾਈ h। ठीक है जी। पाई की वैल्यू 22.7, r की वैल्यू 7.8, इसका स्केयर है, इस करके इसमें दो बारी वैल्यू लिखांगे। मल्टीप्लाई h की वैल्यू की है 0.2 इज इक्वल टू l की वैल्यू 5.5 मल्टीप्लाई b की वैल्यू 10 मल्टीप्लाई h की वैल्यू 3.5। ठीक है। ਹੁਣ ਇਹਦੇ ਅਸੀਂ ਪੁਆਇੰਟ ਨੂੰ ਖਤਮ ਕਰਾਂਗੇ। ਪੁਆਇੰਟ ਦੇ ਲਈ ਇਸ ਦਾ ਪੁਆਇੰਟ ਦੇ ਲਈ ਕੀ ਬਣ ਜਾਏਗਾ 1, ਇੱਕ ਡਿਜਿਟ ਦਾ ਤਾਂ 0 ਇਜ਼ ਇਕੁਅਲ ਟੂ ਇੱਥੇ ਕੀ ਆ ਪੁਆਇੰਟ ਦਾ ਫਿਰ 1, ਇੱਕ ਡਿਜਿਟ ਹੈ 0, ਫਿਰ ਇਹਦੇ ਨੀਚੇ ਵੀ 10। ਠੀਕ ਹੈ ਜੀ। ਹੁਣ ਅਸੀਂ ਇਸ ਨੂੰ ਕੀ ਕਰਾਂਗੇ, ਜਿਹੜੀਆਂ ਵੈਲਿਊਜ਼ ਹੈ ਇਹ ਜਿਹੜੀ ਵੈਲਿਊਜ਼ ਆ ਦੂਜੀ ਸਾਈਡ ਲੈ ਜਾਾਂਗੇ। ਜਦੋਂ ਇਹ ਵੈਲਿਊ ਦੂਜੀ ਸਾਈਡ ਜਾਣਗੀਆਂ ਤਾਂ ਕੀ ਹੋਣਗੀਆਂ ਰੈਸਿਪਰੋਕਲ ਹੋ ਕੇ ਜਾਣਗੀਆਂ। ਇੱਥੇ ਅਸੀਂ ਲਿਖਾਂਗੇ ਪਹਿਲਾਂ 55.10 ਮਲਟੀਪਲਾਈ 10 ਇਹਦੇ ਨੀਚੇ 1 ਮਲਟੀਪਲਾਈ 35.10 ਮਲਟੀਪਲਾਈ ਹੁਣ ਜਿਹੜੀ ਇਹ ਵੈਲਿਊ ਹੈ 22.7 ਦੂਜੀ ਸਾਈਡ ਜਾ ਕੇ ਕੀ ਹੋ ਜਾਏਗੀ 7.22 ਮਲਟੀਪਲਾਈ 8.7 ਫਿਰ ਮਲਟੀਪਲਾਈ 8.7 ਫਿਰ ਮਲਟੀਪਲਾਈ 10.2। ਠੀਕ ਹੈ। ਜਦੋਂ ਤੁਸੀਂ ਸਾਰਿਆਂ ਨੂੰ ਇਹਨਾਂ ਨੂੰ ਕਟਿੰਗ ਕਰੋਗੇ ਤਾਂ ਕਟਿੰਗ ਕਰਕੇ ਤੁਹਾਡੇ ਕੋਲ ਆਨਸਰ ਕੀ ਆ ਜਾਏਗਾ 400 ਕੋਇਨਸ। 400 ਕੋਇਨ ਜਿਹੜੇ ਨੇ ਉਸਦੇ ਬਣ ਕੇ ਆਉਣਗੇ। 16 ਦਾ ਹੀ ਹੋਰ ਪਾਰਟ ਆ ਸਾਡੇ ਸਾਹਮਣੇ। A cubical block of side 7 cm is surmounted by a hemisphere। ਕਹਿੰਦੇ ਇੱਕ cubical block ਹੈ
ਤੇ ਉਸ ਦੇ ਉੱਪਰ ਕੀ ਆ ਹੈਮੀਸਫੇਅਰ ਜਿਹੜਾ ਸਰਮਾਉਂਟਡ ਹੈ। ਸਰਮਾਉਂਟਡ ਮੀਨਸ ਉਹਦੇ ਉੱਪਰ ਜਿਹੜਾ ਇਹ ਦੇਖੋ ਪਿਕਚਰ ਤੁਸੀਂ ਦੇਖ ਸਕਦੇ ਹੋ ਹੈਮੀਸਫੇਅਰ ਜਿਹੜਾ ਇਹ ਰੱਖਿਆ ਹੋਇਆ ਹੋ। ਠੀਕ ਹੈ ਜੀ। ਵਾਟ ਇਜ਼ ਦਾ ਗ੍ਰੇਟੈਸਟ ਡਾਇਆਮੀਟਰ ਦਾ ਹੈਮੀਸਫੇਅਰ ਕੈਨ ਹੈਵ। ਕਹਿੰਦਾ ਵੀ ਹੁਣ ਕਰਨਾ ਕੀ ਆ, ਅਸੀਂ ਇਹਦਾ ਡਾਇਆਮੀਟਰ ਦੇਖਣਾ ਹੈਮੀਸਫੇਅਰ ਦਾ ਵੱਧ ਤੋਂ ਵੱਧ ਜਿਹੜਾ ਡਾਇਆਮੀਟਰ ਕਿੰਨਾ ਹੋਊਗਾ। ਫਾਈਂਡ ਦਾ ਸਰਫੇਸ ਏਰੀਆ ਆਫ ਦਾ ਸੋਲਿਡ। ਕਹਿੰਦਾ ਇਹਦਾ ਸਰਫੇਸ ਏਰੀਆ ਜਿਹੜਾ ਇਹਦਾ ਫਾਈਂਡ ਕਰਨਾ ਸੀ। ਠੀਕ ਹੈ ਜੀ। ਸੋ ਇਸ ਕੁਐਸਚਨ ਨੂੰ ਦੇਖੋ ਸਟਾਰਟ ਕਰਦੇ ਹਾਂ। ਪਹਿਲਾਂ ਅਸੀਂ ਲਿਖਾਂਗੇ ਇੱਥੇ ਸਰਫੇਸ ਏਰੀਆ ਆਫ ਸੋਲਿਡ। ਇਸ ਨੂੰ ਕੱਢਣ ਲਈ ਅਸੀਂ ਕੀ ਲਿਖਾਂਗੇ, ਪਹਿਲਾਂ ਏਰੀਆ ਆਫ ਕਿਊਬ ਪਲੱਸ CSA ਆਫ ਹੈਮੀਸਫੇਅਰ ਮਾਈਨਸ ਬੇਸ ਏਰੀਆ ਆਫ ਹੈਮੀਸਫੇਅਰ। ਠੀਕ ਹੈ ਜੀ। ਹੁਣ ਆਪਾਂ ਕੀ ਕਰਾਂਗੇ, ਪਹਿਲਾਂ ਏਰੀਆ ਆਫ ਕਿਊਬ ਦਾ ਫਾਰਮੂਲਾ ਲਗਾਵਾਂਗੇ ਇਸ ਦੇ ਨੀਚੇ, ਫਿਰ CSA ਆਫ ਹੈਮੀਸਫੇਅਰ ਦਾ ਉਸਨੂੰ ਪਲੱਸ ਕਰਾਂਗੇ ਤੇ ਮਾਈਨਸ ਕੀ ਕਰਾਂਗੇ ਅਸੀਂ ਬੇਸ ਏਰੀਆ ਆਫ ਹੈਮੀਸਫੇਅਰ। ਇਹ ਜਿਹੜਾ ਹੈਮੀਸਫੇਅਰ ਪਿਆ ਉੱਪਰ ਇਸ ਦਾ ਜਿਹੜਾ ਬੇਸ ਹੈ ਇਸ ਨੂੰ ਅਸੀਂ ਮਾਈਨਸ ਕਰ ਦਾਂਗੇ। ਸੋ ਦੇਖੋ ਅਸੀਂ ਫਾਰਮੂਲਾ ਲਗਾਉਂਦੇ ਆ। ਏਰੀਆ ਆਫ ਕਿਊਬ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ 6 ਸਾਈਡ ਦਾ ਸਕੁਅਰ ਪਲੱਸ CSA ਆਫ ਹੈਮੀਸਫੇਅਰ ਦਾ ਹੁੰਦਾ 2 ਪਾਈ r ਸਕੁਅਰ ਮਾਈਨਸ ਹੁਣ ਬੇਸ ਏਰੀਆ ਆਫ ਸਫੀਅਰ, ਜਿਹੜਾ ਬੇਸ ਹੈ ਏਰੀਆ ਆਫ ਸਫੀਅਰ ਦਾ ਇਸ ਨੂੰ ਕੀ ਲੈਂਦੇ ਆ ਸਰਕਲ ਦੀ ਸ਼ੇਪ ਦੇ ਵਿੱਚ ਗਿਣਦੇ ਆ। ਸੋ ਇਸ ਕਰਕੇ ਇਹਦਾ ਮਾਈਨਸ ਕੀ ਕਰ ਦਾਂਗੇ ਇੱਥੇ ਪਾਈ r ਸਕੁਅਰ, ਯਾਨੀ ਏਰੀਆ ਆਫ ਸਰਕਲ ਇਸ ਤੇ ਮਾਈਨਸ ਕਰ ਦਾਂਗੇ। ਸੋ 6 ਸਾਈਡ ਕੀ ਹੈ ਸਾਡੇ ਕੋਲ ਦਿੱਤੀ ਹੋਈ ਹੈ ਉਸਨੇ 7, ਉਹਦਾ ਸਕੁਅਰ ਲਗਾ ਦਾਂਗੇ। ਹੁਣ ਇੱਥੇ ਕਰਾਂਗੇ ਦੇਖੋ ਅਸੀਂ ਜਿਵੇਂ 2 ਪਾਈ r ਸਕੁਅਰ ਮਾਈਨਸ ਪਾਈ r ਸਕੁਅਰ, ਇਹਦਾ ਮਤਲਬ ਕੀ ਹੋਇਆ ਕਿ 2 ਪਾਈ r ਸਕੁਅਰ ਇਸ ਤੋਂ ਅਸੀਂ ਮਾਈਨਸ ਕਰਾਂਗੇ 1 ਪਾਈ r ਸਕੁਅਰ, ਤਾਂ ਸਾਡੇ ਕੋਲ ਕੀ ਬਚੇਗਾ 1 ਪਾਈ r ਸਕੁਅਰ। ਠੀਕ ਹੈ ਜੀ। तो इतने ਅਸੀਂ ਲਿਖ ਦਾਂਗੇ 1 ਪਾਈ r ਸਕੁਅਰ। 1 ਲਿਖੋ ਜਾਂ ਨਾ ਲਿਖੋ ਇਹ ਤੁਹਾਡੀ ਆਪਣੀ ਮਰਜ਼ੀ ਹੈ। 7 ਨੂੰ ਹੁਣ ਇੱਥੇ ਅੱਗੇ ਕਰਾਂਗੇ 6 7 ਦਾ ਸਕੁਅਰ ਮੀਨਸ 7 ਨੂੰ 7 ਨਾਲ ਹੀ ਮਲਟੀਪਲਾਈ ਕੀਤਾ ਤਾਂ ਆਨਸਰ ਕਿੰਨਾ ਆ ਜਾਏਗਾ ਸਾਡੇ ਕੋਲ 49 ਮਲਟੀਪਲਾਈ 49 ਪਲੱਸ ਪਾਈ ਦੀ ਵੈਲਿਊ 22.7 ਮਲਟੀਪਲਾਈ ਹੁਣ r ਕੀ ਹੈ ਜਿੰਨੀ ਕਿਊਬ ਦੀ ਸਾਈਡ ਹੈ ਉਹੀ ਸਾਡਾ ਹੈਮੀਸਫੇਅਰ ਦਾ ਕੀ ਹੋਇਆ ਡਾਇਆਮੀਟਰ ਬਣ ਗਿਆ। तो ਡਾਇਆਮੀਟਰ ਕੀ ਹੈ ਸਾਡੇ ਕੋਲ, ਇਹਦਾ ਮਤਲਬ 7 ਔਰ ਰੇਡੀਅਸ ਕੀ ਹੋ ਜਾਏਗਾ ਸਾਡੇ ਕੋਲ 7/2। तो ਇੱਥੇ ਅਸੀਂ ਲਗਾ ਦਾਂਗੇ 7/2 ਮਲਟੀਪਲਾਈ 7/2 r ਸਕੁਅਰ ਦਾ, ਇਸ ਕਰਕੇ ਵੈਲਿਊ ਜਿਹੜੀ ਆਪਾਂ ਦੋ ਵਾਰੀ ਪੁੱਟ ਕਰਾਂਗੇ। ਠੀਕ ਹੈ ਜੀ। ਹੁਣ 49 ਨੂੰ 6 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਆਇਆ ਸਾਡੇ ਕੋਲ 294 ਪਲੱਸ ਇੱਥੇ ਅਸੀਂ ਕਟਿੰਗ ਕਰ ਦਾਂਗੇ 7 ਦੀ 7 ਨਾਲ ਕਟਿੰਗ ਕਰਤੀ 2 ਦੇ ਟੇਬਲ 'ਚ 22 ਕਿੱਥੇ ਆ ਰਿਹਾ 11 ਤੇ, तो इस करके इतने की बचा साढ़े को 11 एंड 7 इसनु मल्टीप्लाई किया की आया साढ़े को 77 अपॉन नीचे की बचा 2। हुण तुसीं की करना है जिहड़ा 77 अपॉन 2 है इसनु तुसीं पॉइंटां दे विच इसदा आंसर कढ लेना। 77 अंदर रखोगे और 2 ਨੂੰ बाहर रख के इसनु डिवाइड कर दोगे। देखो 2 3 ਦਾ 6 7 जो 6 गए 1 फिर 7 नीचे आ गया 2 ਦੇ ਟੇਬਲ ਤੇ 70 ਤੋਂ ਘੱਟ ਕੀ ਆਇਆ 16 ਕਿੱਥੇ ਆ ਰਿਹਾ 8 ਤੇ 16 नीचे लगावांगे 1 फिर ऊपर पॉइंट नीचे 0 2 5 का 10। सो साढ़े को आंसर आ गया 38.5 और इस साइड की सीगा 294। तो इसनों प्लस करने के कई बार कन्फ्यूजन हो जाती है स्टूडेंट को, जेडे पॉइंट वाला पॉइंट के कन्फ्यूजन हो जाती है प्लस करने लिए। तो तुम देख लो एक बार किमें करना है 294 जो 38 है इसमें इधर नीचे लिखना है और पॉइंट ਨੂੰ हमेशा बाहर रखना है। ठीक है जी। तो इसके नीचे की करेंगे ਅਸੀਂ प्लस कर देंगे 5 ਦਾ 5 उतर आएगा माइनस 8 और 4 12 9 और 3 12 और 1 13 2 और 1 3 332.5 ਜਿਹੜਾ इसका आंसर आ गया। इसके पीछे सेंटीमीटर स्क्वायर ਤੁਸੀਂ ਜ਼ਰੂਰ ਲਿਖਣਾ है। ਜਦੋਂ ਵੀ ਕੋਈ ਏਰੀਆ ਅਸੀਂ ਫਾਊਂਡ ਕਰਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਸੈਂਟੀਮੀਟਰ ਦੇ ਜਾਂ ਮੀਟਰ ਦੇ ਉੱਪਰ ਕੀ ਲਿਖਦੇ ਹਾਂ ਸਕੁਅਰ। ਜਦੋਂ ਵੋਲੀਅਮ ਫਾਈਂਡ ਕਰਾਂਗੇ ਤਾਂ ਕੀ ਲਿਖਾਂਗੇ Q। ਇਹ ਤੁਸੀਂ ਯਾਦ ਰੱਖੋ। ਨੈਕਸਟ ਸਾਡੇ ਸਾਹਮਣੇ ਕੀ ਹੈ ਜੀ ਪਾਰਟ ਡੀ। ਪਾਰਟ ਡੀ ਦੇ ਵਿੱਚ 17 ਕੁਐਸਚਨ ਆ ਸਾਡੇ ਕੋਲ। ਇਹ ਸਾਰੇ ਕੁਐਸਚਨ ਤੁਹਾਨੂੰ ਹੁਣ 6 ਨੰਬਰ ਦੇ ਆਉਣਗੇ। 17 ਕੁਐਸਚਨ ਆ ਸਾਡੇ ਕੋਲ। ਸ਼ੋ ਦੈਟ ਇਨ ਅ ਰਾਈਟ ਟ੍ਰਾਇੰਗਲ ਦ ਸਕੁਅਰ ਆਫ ਦ ਹਾਈਪੋਟੈਨਸ ਇਜ਼ ਇਕੁਅਲ ਟੂ ਦ ਸਮ ਆਫ ਦ ਸਕੁਅਰ ਆਫ ਦ ਅਦਰ ਟੂ ਸਾਈਡ। ਕਹਿੰਦਾ ਤੁਸੀਂ ਸਿੱਧ ਕਰਨਾ ਹੈ ਕਿ ਜਿਹੜਾ ਰਾਈਟ ਟ੍ਰਾਇੰਗਲ ਹੈ ਉਹਦਾ ਜਿਹੜਾ ਹਾਈਪੋਟੈਨਸ ਦਾ ਸਕੁਅਰ ਹੈ ਉਹ ਇਕੁਅਲ ਹੁੰਦਾ ਹੈ ਜਿਹੜੀਆਂ ਦੋ ਅਦਰ ਸਾਈਡਾਂ ਉਸਦੇ ਸਮ ਦੇ ਇਕੁਅਲ ਹੋ ਜਾਂਦਾ। ਠੀਕ ਹੈ ਜੀ। ਕੀ ਕਰਨਾ ਅਸੀਂ h ਸਕੁਅਰ ਇਜ਼ ਇਕੁਅਲ ਟੂ p ਸਕੁਅਰ ਪਲੱਸ b ਸਕੁਅਰ। ਇਹ ਜਿਹੜੀ ਸਾਡੇ ਕੋਲ ਪਾਈਥਾਗੋਰਸ ਦੀ ਜਿਹੜੀ ਸੋਲਵ ਕਰਨ ਦੀ ਇਕੁਏਸ਼ਨ ਹੁੰਦੀ ਆ ਉਸਨੂੰ ਅਸੀਂ ਪ੍ਰੂਫ ਕਰਕੇ ਦਿਖਾਣਾ। तो इस क्वेश्चन का लिंक ਜਿਹੜਾ ਤੁਹਾਨੂੰ ਉੱਪਰ आई बटन ਦੇ ਉੱਪਰ ਦਿਖ ਰਿਹਾ ਹੋਊਗਾ। ਠੀਕ ਹੈ ਜੀ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਸ ਦੀ ਮੈਂ ਅਲੱਗ ਇੱਕ ਵੀਡੀਓ ਬਣਾਈ ਹੋਈ ਆ। ਸੋ ਨੈਕਸਟ ਅਸੀਂ ਦੇਖਦੇ ਹਾਂ ਇਸ ਦਾ ਔਰ ਪਾਰਟ। ਸ਼ੋ ਦੈਟ ਦਾ ਰੇਡੀਓ ਆਫ ਦਾ ਏਰੀਆਸ ਆਫ ਟੂ ਸਿਮਿਲਰ ਟ੍ਰਾਇੰਗਲ ਇਜ਼ ਇਕੁਅਲ ਟੂ ਦਾ ਸਕੁਅਰ ਆਫ ਦਾ ਰੇਸ਼ੀਓ ਆਫ देयर ਕੋਰਸਪੋਂਡਿੰਗ ਸਾਈਡ। ਸੋ ਇਸ ਕੁਐਸਚਨ ਨੂੰ ਸੋਲਵ ਕਰਨ ਲਈ ਦੇਖੋ ਇਹ ਦੋ ਡਾਇਗਰਾਮ ਮੈਂ ਬਣਾਈ ਹੋਈਆਂ ਇੱਥੇ A B C ਐਂਡ P Q R। ਠੀਕ ਹੈ। ਇਹ ਜਿਹੜਾ ਸਾਈਨ ਹੈ ਸੈਂਟਰ ਦੇ ਵਿੱਚ ਇਹ ਕੀ ਹੈ ਸਿਮਿਲਰ ਦਾ ਸਾਈਨ ਹੁੰਦਾ ਹੈ।
तो चलो इसनू स्टार्ट करते हैं जी। सब तो पहला ਅਸੀਂ ਲਿਖਾਂਗੇ गिवन ਕੀ ਆ ਸਾਡੇ ਕੋਲ ट्रायंगल ABC सिमिलर है ट्रायंगल PQR। ठीक है जी। फिर ਅਸੀਂ ਲਿਖਣਾ ਕਿ टू प्रूव ਅਸੀਂ प्रूफ ਕੀ ਕਰਨ ਲੱਗੇ ਆ एरिया ऑफ ट्रायंगल ABC अपॉन area of triangle PQR is equal to AB upon PQ। ठीक है, A is the corresponding side उसका square। ठीक है जी। फिर अगले नेक्स्ट BC upon QR is the square, फिर is equal to AC upon PR is the square। ये ਅਸੀਂ प्रूफ करना है। ਹੁਣ ਅਸੀਂ प्रूफ स्टार्ट करते हैं। प्रूफ ड्रा altitude AD and PM in triangle ABC and triangle PQR। ठीक है, ਇਹ ਸਾਡੇ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਲਾਈਨ ਹੈ ਇਹ ਕੀ ਆ ਇਹ altitude ਦੀ ਲਾਈਨ ਹੈ। ਠੀਕ ਹੈ, ਆ ਦੋਨੋਂ ਅਸੀਂ ਟ੍ਰਾਇੰਗਲ ਦੇ ਵਿੱਚ ड्रा करके दस। फिर नेक्स्ट ਅਸੀਂ लिखना देखो एरिया ऑफ ट्रायंगल ABC अपॉन एरिया ऑफ ट्रायंगल PQR इज इक्वल टू 1/2 B मल्टीप्लाई H। ये एरिया ऑफ ट्रायंगल ਦਾ फार्मूला ਹੁੰਦਾ है। फिर उसके नीचे उसका भी फिर सेम फार्मूला ये 1/2 मल्टीप्लाई B मल्टीप्लाई ठीक है जी। ਹੁਣ 1/2 ਮਲਟੀਪਲਾਈ ਬੇਸ ਕੀ ਆ ਸਾਡੇ ਕੋਲ BC, ਫਿਰ ਮਲਟੀਪਲਾਈ H ਦੀ ਵੈਲਿਊ ਕਿੰਨੀ ਹੈ AD। ਠੀਕ ਹੈ ਜੀ। ਇਹੀ ਜਿਹੜਾ ਅਲਟੀਟਿਊਡ ਹੈ ਇਸ ਨੂੰ ਹੀ ਅਸੀਂ H ਮੰਨਣਾ ਅਪੋਨ 1/2 ਫਿਰ ਨੀਚੇ PQR ਦੇ ਵਿੱਚ ਦੇਖਣਾ ਹੈ ਬੇਸ ਕੀ ਹੈ QR ਮਲਟੀਪਲਾਈ ਫਿਰ ਇਸ ਦੇ ਵਿੱਚ ਹਾਈਟ ਕੀ ਹੈ PM। ਠੀਕ ਹੈ ਜੀ। ਇਸ ਨੂੰ ਤੁਸੀਂ ਇਕੁਏਸ਼ਨ 1 बना लेना। नेक्स्ट ਅਸੀਂ लिखांगे इन ट्रायंगल ABD एंड ट्रायंगल PMR। ठीक है जी। ਆ ਹੁਣ ਜਿਹੜਾ ਕੀ ਲਿੱਤਾ ਸੀ AB ਐਂਡ D ਆ ਵਾਲਾ ਟ੍ਰਾਇੰਗਲ ਅਸੀਂ ਇੱਕ ਸਾਈਡ ਵਾਲਾ ਲੈ ਲਿਆ ਔਰ ਦੂਜੀ ਸਾਈਡ ਕੀ ਲੈ ਲਿਆ PMR। ठीक है जी। ਇਹ ਜਿਹੜਾ ਟ੍ਰਾਇੰਗਲ ਸਾਡੇ ਕੋਲ ਇੱਕ ਸਾਈਡ ਇਹਦੇ ਵਿੱਚ ਕੀ ਹੈ ਦੇਖੋ ਐਂਗਲ 1 ਇਕੁਅਲ ਐਂਗਲ 2। ਠੀਕ ਹੈ ਜੀ। ਇਸ ਨੂੰ ਅਸੀਂ ਜਿਹੜਾ ਪਰਪੈਂਡੀਕੂਲਰ ਵੱਜਿਆ ਹੋਇਆ ਇਹ ਕੀ ਆ ਇਹ ਐਂਗਲ 1 ਹੈ, ਇਹ ਦੂਜੀ ਸਾਈਡ ਵਾਲਾ ਐਂਗਲ 2 ਹੈ। ਐਂਗਲ 1 ਐਂਗਲ 2 ਇਕੁਅਲ ਹੁੰਦੇ ਆ। ਇਹ ਇਕੁਅਲ ਕਿਉਂ ਹੋ ਗਏ ਕਿਉਂਕਿ 90 ਡਿਗਰੀ ਈਚ ਹੈ, ਪਰਪੈਂਡੀਕੂਲਰ ਵੱਜਿਆ ਹੋਇਆ 90 ਡਿਗਰੀ ਦਾ ਐਂਗਲ ਬਣਾ ਰਹੇ ਨੇ। ਫਿਰ ਅੱਗੇ ਐਂਗਲ B ਇਕੁਅਲ ਹੋ ਜਾਏਗਾ ਐਂਗਲ Q ਦੇ। ਠੀਕ है, ये क्यों हो जाएगा सिमिलर ट्रायंगल। ठीक है, ये सानू गिवन दिता होया उसने सिमिलर ट्रायंगल है। फिर अगे ट्रायंगल ABD सिमिलर ट्रायंगल PMR बाय एंगल। ठीक है, बाय एंगल सिमिलैरिटी दे नाल ਇਹ ਕੀ ਹੋ ਗਿਆ ਦੋਨੋਂ ਜਿਹੜੇ ਟ੍ਰਾਇੰਗਲ ਨੇ ਇਹ ਸਾਡੇ ਕੋਲ ਸਿਮਿਲਰ ਹੋ ਗਏ। ਹੁਣ ਜਦੋਂ ਟ੍ਰਾਇੰਗਲ ਸਿਮਿਲਰ ਹੋ ਗਏ ਤਾਂ ਕੀ ਹੋ ਜਾਂਦਾ ਇਹਦੀ ਜਿਹੜੀ ਕੋਰਸਪੋਂਡਿੰਗ ਸਾਈਡ ਨੇ ਪ੍ਰੋਪੋਰਸ਼ਨਲ ਹੋ ਜਾਂਦੀਆਂ। ਇੱਥੇ ਅਸੀਂ ਲਿਖਾਂਗੇ ਫਿਰ AB upon PQ। ਠੀਕ ਹੈ ਜੀ। ਆ ਇੱਕ AB ਵਾਲੀ ਸਾਈਡ ਐਂਡ PQ ਜਿਹੜੀ ਇਹਦੀ ਕੋਰਸਪੋਂਡਿੰਗ ਸਾਈਡ ਹੈ ਪ੍ਰੋਪੋਰਸ਼ਨ ਹੋ ਜਾਣਗੀਆਂ ਇਜ਼ ਇਕੁਅਲ ਟੂ AD upon PM। ਇਸ ਨੂੰ ਤੁਸੀਂ ਇਕੁਏਸ਼ਨ ਇੱਥੇ ਤੁਸੀਂ ਰੀਜ਼ਨ ਦੇ ਦੇਣਾ ਕੋਰਸਪੋਂਡਿੰਗ ਸਾਈਡ ਆਰ ਪ੍ਰੋਪੋਰਸ਼ਨਲ ਇਨ ਸਿਮਿਲਰ ट्रायंगल। ठीक है, और इसमें दूसरी इक्वेशन ਜਿਹੜੀ ਹੈ ਸੈਕੰਡ ਬਣਾ ਲੈਣਾ। ਫਿਰ ਨੈਕਸਟ ਅਸੀਂ ਲਿਖਾਂਗੇ ट्रायंगल ABC ਸਿਮਿਲਰ ਹੈ ट्रायंगल PQR। ਇਹ ਅਸੀਂ ਲਿਖਾਂਗੇ ਵੀ ਸਾਨੂੰ ਤੁਸੀਂ ਗਿਵਨ ਦਿੱਤਾ ਹੋਇਆ। ਫਿਰ देयरफॉर ਜਦੋਂ ट्रायंगल ਸਿਮਿਲਰ ਹੁੰਦੇ ਫਿਰ ਕੀ ਹੁੰਦੇ ਆ ਉਸਦੀਆਂ ਕੋਰਸਪੋਂਡਿੰਗ ਸਾਈਡ ਵੀ इक्वल हो जाती है। कोरस्पोंडिंग साइड आर इक्वल। फिर ਅਸੀਂ ਲਿਖਾਂਗੇ AB अपॉन PQ इक्वल हो जाएगी किससे BC अपॉन QR इज इक्वल टू AC अपॉन PR। ठीक है जी। ਇਸ ਨੂੰ ਤੁਸੀਂ ਇਕੁਏਸ਼ਨ 3rd ਬਣਾ। ਫਿਰ ਅੱਗੇ ਲਿਖਾਂਗੇ ਫਾਈਨਲ ਦੇ ਵਿੱਚ ਏਰੀਆ ਆਫ ਟ੍ਰਾਇੰਗਲ ABC अपॉन ਏਰੀਆ ਆਫ ਟ੍ਰਾਇੰਗਲ PQR इज इक्वल टू AB अपॉन PQ इज इक्वल टू AB अपॉन PQ। ਹੁਣ ਇਹ BC QR ਦੀ ਜਗ੍ਹਾ ਅਸੀਂ AB upon PQ क्यों लिखा क्योंकि ਅਸੀਂ ਉੱਪਰ ਅਸੀਂ ਦੇਖ ਲਓ ਜਾ ਕੇ ਉੱਪਰ ਅਸੀਂ ਸੋਲਵ ਕੀਤਾ ਹੋਇਆ ਇਸ ਨੂੰ ਪ੍ਰੂਫ ਕੀਤਾ ਹੋਇਆ। ਫਰੋਮ ਇੱਥੇ ਲਿਖਣਾ ਹੋਇਆ ਸੀ ਫਰੋਮ ਇਕੁਏਸ਼ਨ 1 ਐਂਡ 2। ਫਿਰ ਨੀਚੇ ਲਿਖਾਂਗੇ ਇਸ ਤਰ੍ਹਾਂ ਹੀ ਏਰੀਆ ਆਫ ਟ੍ਰਾਇੰਗਲ ABC ਐਂਡ PQR ਇਜ਼ ਇਕੁਅਲ ਟੂ ਹੁਣ AB ਨੂੰ AB ਨਾਲ ਇੱਥੇ ਮਲਟੀਪਲਾਈ ਹੋ ਗਿਆ। ਇਹ ਕੀ ਹੋ ਗਿਆ AB ਦਾ ਸਕੁਅਰ ਫਿਰ ਨੀਚੇ ਕੀ ਹੈ PQ ਦਾ ਸਕੁਅਰ। ਜਦੋਂ ਅਸੀਂ ਇੱਕ ਵੀ ਸਾਈਡ ਜਿਹੜੀ ਇਹਦੀ ਸਕੁਅਰ ਦੇ ਇਕੁਅਲ ਕਰ ਦਿੱਤੀ ਪ੍ਰੂਫ ਕਰਤੀ ਤਾਂ ਹੁਣ ਕੀ ਹੋ ਗਿਆ ਸਿਮਿਲਰਲੀ ट्रायंगल ABC अपॉन ट्रायंगल PQR इज इक्वल टू बाकी ਜਿਹੜੀ ਸਾਈਡਾਂ ਨੇ ਉਸਦੇ ਵੀ ਜਿਹੜੇ ਸਕੁਅਰ ਨੇ ਉਹ
इक्वल हो जाएंगे। ठीक है जी, ए बी पी क्यू इज द स्क्वायर इज इक्वल टू फिर बी सी अपॉन क्यू आर इज द स्क्वायर इज इक्वल टू ए सी अपॉन पी आर इज द स्क्वायर जी, हैंस प्रूव। नेक्स्ट 18 क्वेश्चन है साडे कोल। In a retail market, fruit vendors were selling mangoes kept in packaging boxes। ਕਹਿੰਦੇ ਇੱਕ ਰਿਟੇਲ ਮਾਰਕੀਟ ਵਿੱਚ ਕੀ ਹੋ ਰਿਹਾ ਹੈ ਕਿ ਜਿਹੜੇ ਫਰੂਟ ਵੇਚਣ ਵਾਲੇ ਨੇ ਉਹ ਮੈਂਗੋਜ਼ ਸੇਲ ਕਰ ਰਹੇ ਨੇ, ਬਾਕਸ ਵਿੱਚ ਰੱਖੇ ਹੋਏ ਨੇ। ਥੀਸ ਬਾਕਸਿਸ ਕੰਟੇਨਡ ਵੈਰਿੰਗ ਨੰਬਰ ਆਫ ਮੈਂਗੋਜ਼। ਕਹਿੰਦਾ ਇਹਨਾਂ ਪੇਟੀਆਂ ਵਿੱਚ ਕੀ ਸੀਗੀ, ਜਿਹੜੇ ਅੰਬ ਨੇ, ਮੈਂਗੋਜ਼ ਨੇ, ਉਹਨਾਂ ਦੇ ਜਿਹੜੇ ਗਿਣਤੀ ਹੈ ਉਹ ਅਲੱਗ-ਅਲੱਗ ਹੈ। and the following was the distribution of mangoes according to the number of boxes। ਕਹਿੰਦੇ ਪੇਟੀਆਂ ਦੀ ਸੰਖਿਆ ਅਨੁਸਾਰ ਜਿਹੜੀ ਅੰਬਾਂ ਦੀ ਵੰਡ ਜਿਹੜੀ ਹੈ ਉਹ ਇਸ ਗ੍ਰਾਫ ਦੇ ਵਿੱਚ ਦਿੱਤੀ ਹੋਈ ਆ। find the mean number of mangoes kept in packaging boxes। ਤੁਸੀਂ ਕੀ ਕਰਨਾ ਹੈ, ਇਹਨਾਂ ਦਾ ਮੀਨ ਫਾਈਂਡ ਕਰਨਾ ਹੈ, ਯਾਨੀ ਮੱਧਮਾਨ ਜਿਹੜਾ ਇਹ ਫਾਈਂਡ ਕਰਨਾ। ਇਸ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਇਸ ਦੋਨਾਂ ਵਿੱਚ ਦੇਖਾਂਗੇ ਡਿਫਰੈਂਸ ਕਿੰਨਾ। ਦੇਖੋ 50 ਔਰ 52 ਦੇ ਵਿੱਚ 2 ਦਾ ਡਿਫਰੈਂਸ ਹੈ, ਬਾਕੀ ਸਾਰਿਆਂ ਦੇ ਵਿੱਚ ਵੀ 2 ਦਾ ਡਿਫਰੈਂਸ ਹੋਏਗਾ। ਤੁਸੀਂ ਕਰਨਾ ਪਹਿਲਾਂ ਇੱਥੇ ਕਲਾਸ ਮਾਰਕਸ ਕੱਢਣਾ ਹੈ। ਕਲਾਸ ਮਾਰਕਸ ਇਜ਼ ਇਕੁਅਲ ਟੂ, ਇਸਦਾ ਫਾਰਮੂਲਾ ਕੀ ਹੁੰਦਾ ਹੈ, ਅਪਰ ਕਲਾਸ ਲਿਮਿਟ ਪਲੱਸ ਲੋਅਰ ਕਲਾਸ ਲਿਮਿਟ ਅਪੋਨ 2। ਠੀਕ ਹੈ ਜੀ, ਅਪਰ ਕਲਾਸ ਲਿਮਿਟ ਕਿਹੜੀ, ਜਿਹੜੀ ਹੈ 52 ਅਪਰ ਵਾਲੀ ਐਂਡ ਲੋਅਰ ਵਾਲੀ 50। ਠੀਕ ਹੈ, इन दोनों ਨੂੰ ਤੁਸੀਂ ਪਲੱਸ ਕਰ ਦੇਣਾ, 50 ਔਰ 52 ਨੂੰ ਪਲੱਸ ਕਰਕੇ ਅਪੋਨ 2, ਜਿੰਨਾ ਦਾ ਆਨਸਰ ਆਏਗਾ। ਆਨਸਰ ਕਿੰਨਾ ਆਇਆ ਇਸਦਾ 102 ਅਪੋਨ 2। ਇਸ ਨੂੰ ਅਸੀਂ ਡਿਵਾਈਡ ਕਰਾਂਗੇ ਤਾਂ ਕਿੰਨਾ ਆਨਸਰ ਆਏਗਾ 51। ਔਰ ਉਹੀ ਤੁਸੀਂ ਇੱਥੇ ਲਿਖ ਦੇਣਾ, 51 ਲਿਖ ਦੇਣਾ। ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ ਜਦੋਂ ਬਾਕੀਆਂ ਨੂੰ ਸੋਲਵ ਕਰੋਗੇ ਤਾਂ ਇਹਨਾਂ ਦੀ ਵੈਲਿਊ ਆ ਜਾਏਗੀ ਇੱਥੇ। ਨੈਕਸਟ ਆ ਜਾਏਗੀ ਇਸਦੀ 54, ਫਿਰ ਨੈਕਸਟ ਆ ਜਾਏਗੀ ਇਸਦੀ 57, ਫਿਰ ਨੈਕਸਟ ਆਏਗੀ ਇਸਦੀ 60 ਐਂਡ 63। ਠੀਕ ਹੈ ਜੀ, ਹੁਣ ਇਹਦੇ ਵਿੱਚ ਕੀ ਆ, ਤੁਸੀਂ ਇੱਕ ਗੱਲ ਦੇਖ ਲਓ, ਇਹ ਕੀ ਆ 50 ਔਰ 52। ਠੀਕ ਹੈ, ਨੈਕਸਟ ਜਿਹੜਾ ਵੈਸੇ ਤੁਸੀਂ ਦੂਜੇ ਕੁਐਸਚਨ ਦੇਖੋਗੇ ਤੇ ਨਾਲ ਦੇ ਇੱਥੇ ਕੀ ਹੁੰਦਾ 52 ਤੋਂ ਸਟਾਰਟ ਹੋਣਾ ਚਾਹੀਦਾ ਸੀਗਾ, ਪਰ ਇੱਥੇ ਕੀ ਹੈ 53 ਤੇ ਸਟਾਰਟ ਹੈ। ਪਰ ਤੁਸੀਂ ਹੁਣ ਕੀ ਕਰਨਾ, ਤੁਸੀਂ ਦੋਨਾਂ 'ਚ ਕੀ ਦੇਖਣਾ, ਜਿਹੜਾ ਡਿਫਰੈਂਸ ਆ ਉਹ ਇਸ ਸਾਈਡ ਵਾਲਾ ਦੇਖਣਾ ਹੈ। 3 ਦਾ ਡਿਫਰੈਂਸ ਦੇਖੋ 50 ਔਰ 53 ਦੇ ਵਿੱਚ 3 ਦਾ ਡਿਫਰੈਂਸ ਹੈ, ਫਿਰ ਉਸ ਤੋਂ ਬਾਅਦ ਫਿਰ 3 ਦਾ, ਫਿਰ 3 ਦਾ, ਫਿਰ 3 ਦਾ। ਇਸ ਤਰੀਕੇ ਨਾਲ ਜਿਹੜੀ ਤੁਸੀਂ ਇਹ ਵੈਲਿਊ ਲਿਖੋਗੇ ਇੱਥੇ ਕਲਾਸ ਮਾਰਕਸ ਦੀ, ਉਹਦੇ ਵਿੱਚ ਵੀ ਦੇਖੋ 3 ਦਾ ਡਿਫਰੈਂਸ ਪੈਂਦਾ ਜਾਏਗਾ, 51 54 57 60 ਐਂਡ 63। ਹੁਣ ਤੁਸੀਂ ਕਰਨਾ ਨੈਕਸਟ, ਤੁਸੀਂ ਇੱਕ ਫਾਰਮੂਲਾ ਦੇਖਣਾ di is equal to xi minus a। ਇਹ ਦਾ ਮਤਲਬ ਕੀ ਆ, ਅਜ਼ਿਊਮ, ਵੀ ਤੁਸੀਂ ਅਜ਼ਿਊਮ ਕਰਨਾ ਹੈ ਕਿ ਇਹਦੇ ਵਿੱਚੋਂ ਜਿਹੜੀ ਇਹ ਤੁਸੀਂ xi ਵਾਲੀ ਕਲਾਸ ਮਾਰਕਸ ਵਾਲੀ ਲਾਈਨ ਬਣਾਈ ਆ, ਇਸ ਦੇ ਵਿੱਚ ਤੁਸੀਂ ਅਜ਼ਿਊਮ ਕਰਨਾ ਹੈ। ਅਜ਼ਿਊਮ ਤੁਸੀਂ ਕੀ ਕਰਨਾ, ਹਮੇਸ਼ਾ ਸੈਂਟਰ ਦੇ ਵਿੱਚੋਂ ਕਰਨਾ ਹੈ, ਕੋਈ ਵੀ ਸੈਂਟਰ ਵਾਲਾ ਤੁਸੀਂ ਲੈ ਲੈਣਾ। ਜਿਸ ਤਰ੍ਹਾਂ 57 ਔਰ ਤੁਸੀਂ ਕੀ ਕਰਨਾ, ਜਿਹੜੀ xi ਆ, ਜਿਹੜੀ ਪਹਿਲੀ ਵੈਲਿਊ ਹੈ 51, ਉਸ ਦੇ ਵਿੱਚੋਂ ਤੁਸੀਂ ਅਜ਼ਿਊਮ ਕਰੋਗੇ, ਉਸ ਨੂੰ ਤੁਸੀਂ ਮਾਈਨਸ ਕਰ ਦੇਣਾ। ਫਿਰ ਮਾਈਨਸ ਕਰਕੇ ਕਿੰਨਾ ਆਨਸਰ ਆਇਆ ਦੇਖੋ ਇੱਥੇ -6। ਠੀਕ ਹੈ, ਇੱਥੇ -6 ਲਗਾ ਲਾਂਗੇ। ਫਿਰ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ 54 ਦੇ ਵਿੱਚੋਂ 57 ਮਾਈਨਸ ਕੀਤਾ, ਕਿੰਨਾ ਆਨਸਰ ਆਇਆ -3। ਵੱਡੇ ਅੱਗੇ ਸਾਈਨ ਮਾਈਨਸ ਦਾ, ਇਸ ਕਰਕੇ ਅਸੀਂ ਇੱਥੇ ਮਾਈਨਸ ਲਗਾ ਰਹੇ ਹਾਂ, -3। ਫਿਰ 57 ਚੋਂ 57 ਮਾਈਨਸ ਕੀਤਾ, ਆਨਸਰ 0। ਫਿਰ 60 ਦੇ ਵਿੱਚੋਂ 57 ਮਾਈਨਸ ਕੀਤਾ, ਆਨਸਰ 3। ਫਿਰ 63 ਦੇ ਵਿੱਚੋਂ 57 ਨੂੰ ਮਾਈਨਸ ਕੀਤਾ, ਫਿਰ ਆਨਸਰ ਆ ਗਿਆ ਕਿੰਨਾ ਸਾਡੇ ਕੋਲ 6। ਫਿਰ ਨੈਕਸਟ ਤੁਸੀਂ ਇੱਥੇ ਕਾਲਮ ਬਣਾਉਣਾ ਹੈ FIDI। ਇਸਦਾ ਮਤਲਬ ਕੀ ਹੈ ਕਿ ਜਿਹੜਾ ਤੁਸੀਂ ਇਹ FI ਦੇ ਵਿੱਚ ਲਾਈਨ ਲਿਖੀ ਹੋਈ ਜਿਸ ਨਾਲ 15 ਲਿਖਿਆ ਹੈ, ਇਸ ਨੂੰ ਤੁਸੀਂ 6 ਨਾਲ ਮਲਟੀਪਲਾਈ ਕਰ ਦੇਣਾ। ਠੀਕ ਹੈ ਜੀ, ਹੁਣ ਇੱਥੇ ਮਲਟੀਪਲਾਈ ਕਰਾਂਗੇ 90, ਸਾਈਨ ਲੱਗਿਆ ਹੋਇਆ ਨਾਲ ਮਾਈਨਸ ਦਾ, ਤੁਸੀਂ ਉਹ ਵੀ ਲਗਾਉਣਾ ਹੈ। ਫਿਰ 110 ਨੂੰ ਤੁਸੀਂ 3 ਨਾਲ ਮਲਟੀਪਲਾਈ ਕਰੋਗੇ, ਕਿੰਨਾ ਆਨਸਰ ਆਊਗਾ 330 ਨਾਲ ਮਾਈਨਸ, ਫਿਰ 135 ਦਾ 0, ਫਿਰ 1153 ਦਾ 115 ਦਾ, ਇੱਥੇ ਆਨਸਰ ਆਏਗਾ ਸਾਡੇ ਕੋਲ 345, ਫਿਰ 256 ਦਾ 150। ਠੀਕ ਹੈ ਜੀ, ਇਸ ਨੂੰ ਤੁਸੀਂ ਸੋਲਵ ਕਰ ਦੇਣਾ। ਹੁਣ ਦੇਖੋ -90 ਐਂਡ -33। ਠੀਕ ਹੈ, ਮਾਈਨਸ ਮਾਈਨਸ ਪਲੱਸ ਹੋ ਗਿਆ, 330 ਦੇ ਵਿੱਚ ਅਸੀਂ 90 ਪਲੱਸ ਕਰਾਂਗੇ ਤਾਂ ਕਿੰਨਾ ਆਨਸਰ ਆ ਜਾਏਗਾ ਸਾਡੇ ਕੋਲ 420, ਉਹ ਵੀ ਮਾਈਨਸ ਦਾ, ਕਿਉਂਕਿ ਵੱਡੇ ਅੱਗੇ ਸਾਈਨ ਕੀ ਹੈ ਮਾਈਨਸ ਦਾ। ਫਿਰ ਅੱਗੇ ਲਿਖਾਂਗੇ ਅਸੀਂ 345, ਇਹ ਪਲੱਸ ਦਾ, ਪਲੱਸ ਮਾਈਨਸ ਮਾਈਨਸ ਹੋ ਜਾਏਗਾ। 420 ਦੇ ਵਿੱਚੋਂ ਅਸੀਂ 345 ਨੂੰ ਮਾਈਨਸ ਕਰ ਦਾਂਗੇ ਤਾਂ ਆਨਸਰ ਆਏਗਾ ਸਾਡੇ ਕੋਲ 75, ਉਹ ਵੀ ਮਾਈਨਸ ਦਾ। ਫਿਰ ਅੱਗੇ 150, ਇਹ ਵੀ ਪਲੱਸ ਦਾ, ਪਲੱਸ ਮਾਈਨਸ ਮਾਈਨਸ, 150 ਚੋਂ 75 ਮਾਈਨਸ ਕਰਾਂਗੇ ਤਾਂ ਆਨਸਰ ਆਏਗਾ ਸਾਡੇ ਕੋਲ 75। ਫਿਰ ਅੱਗੇ ਇੱਥੇ ਅਸੀਂ ਮੀਨ ਦਾ ਫਾਰਮੂਲਾ ਲਾਵਾਂਗੇ। ਮੀਨ ਦਾ ਮਤਲਬ ਕੀ ਹੈ, x ਦੇ ਉੱਪਰ ਬਾਰ ਇਜ਼ ਇਕੁਅਲ ਟੂ a ਪਲੱਸ ਸਮੀਸ਼ਨ FIDI ਅਪੋਨ ਸਮੀਸ਼ਨ FI। ਇੱਥੇ ਵੈਲਿਊ ਭਰ ਦਾਂਗੇ। ਦੇਖੋ a ਦੀ ਵੈਲਿਊ ਕੀ ਆਊਗੀ, ਅਜ਼ਿਊਮ a ਦੀ ਜਗ੍ਹਾ ਤੇ ਅਸੀਂ ਕੀ ਲਿਖਾਂਗੇ, ਜੋ ਅਸੀਂ ਅਜ਼ਿਊਮ ਕੀਤਾ ਸੀ। ਅਜ਼ਿਊਮ ਕੀ ਕੀਤਾ ਸੀ ਅਸੀਂ 57 ਪਲੱਸ
सबमिशन FIDI ਇਹ ਦੇਖੋ ਇਹ ਸੀ ਤੁਸੀਂ ਕੱਢਿਆ ਹੋਇਆ FIDI 75 ਅਪੋਨ FI ਇਹ ਜਿਹੜੀ ਆ ਵਾਲੀ ਵੈਲਿਊ ਹੈ ਇਹਦੇ ਨੀਚੇ ਕਿੰਨਾ ਆਇਆ ਸੀ ਪਲੱਸ ਕਰਕੇ 400 ਠੀਕ ਹੈ ਉਸ ਨੂੰ ਤੁਸੀਂ ਨੀਚੇ ਰੱਖ ਲਓਗੇ। ਤੁਸੀਂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਇਸ ਦੇ ਨੀਚੇ 1 ਲਗਾ ਲੈਣਾ ਹੈ ਔਰ ਇਹ ਤੁਸੀਂ ਕਟਿੰਗ ਨਹੀਂ ਕਰ ਸਕਦੇ, ਤੁਸੀਂ ਸਿਰਫ ਇਹ 75 ਔਰ 400 ਇਹਨਾਂ ਦੋਨਾਂ ਦੀ ਆਪਸ ਵਿੱਚ ਕਟਿੰਗ ਕਰ ਸਕਦੇ ਹੋ। ਜਿਵੇਂ ਇੱਥੇ ਪਿੱਛੇ 5 ਲੱਗਿਆ ਇੱਥੇ 0 ਲੱਗਿਆ ਤੇ ਕੀ ਹੋਊਗਾ ਇਹ 5 ਦੇ ਟੇਬਲ ਤੇ ਡਿਵਾਈਡ ਹੋਣਗੇ। ਜਦੋਂ 75 5 ਦੇ ਟੇਬਲ ਤੇ ਕਿੱਥੇ ਆ ਰਿਹਾ 15 ਤੇ ਅਪੋਨ 400 ਕੱਟਾਂਗੇ ਤਾਂ ਕਿੱਥੇ ਆਏਗਾ 80 ਤੇ। ਠੀਕ ਹੈ ਜੀ 5 ਦੇ ਟੇਬਲ 'ਚ 15 ਕਿੱਥੇ ਆਇਆ 3 ਤੇ 5 ਦੇ ਟੇਬਲ 'ਚ 80 ਕਿੱਥੇ ਆਇਆ 16 ਤੇ। ਠੀਕ ਹੈ ਜੀ ਹੁਣ 3 ਨੂੰ ਅੰਦਰ ਰੱਖਾਂਗੇ 16 ਨੂੰ ਬਾਹਰ ਰੱਖਾਂਗੇ ਇਸ ਨੂੰ ਡਿਵਾਈਡ ਕਰ ਦਾਂਗੇ। 16 ਟੇਬਲ 'ਚ 3 ਨਹੀਂ ਆਉਂਦਾ ਇੱਥੇ ਪਹਿਲਾਂ ਪੁਆਇੰਟ ਲਗਾਵਾਂਗੇ ਫਿਰ ਇੱਥੇ 0 फिर 16 1 ਦਾ 16 10 ਚੋਂ 6 ਗਏ 4 2 ਚੋਂ 1 1 ਫਿਰ ਅੱਗੇ 0 ਫਿਰ 16 ਦੇ ਟੇਬਲ ਦੇ 140 ਤੋਂ ਘੱਟ ਦੇਖਾਂਗੇ 16 8 ਦਾ 128 10 ਚੋਂ 8 ਗਏ 2 3 ਚੋਂ 2 1 ਫਿਰ ਅੱਗੇ 0 ਲਗਾਵਾਂਗੇ ਫਿਰ 16 ਦੇ ਟੇਬਲ 'ਚ 120 ਤੋਂ ਲੈਸ ਕੀ ਹੁੰਦਾ 1 1 2 10 ਚੋਂ 2 8 फिर अगे 0 फिर 16 टेबल 80 कितने आ गया 5 ਤੇ। तो आंसर क्या आ गया साडे कोल इत्थे 0.1875 इस साइड की सीगा 57 प्लस हुन 57 और 0.187 ਨੂੰ प्लस कर दांगे तो प्लस करके सो प्लस करन दा इत्थे तरीका की है देखो 57 ऊपर लिख लिया पॉइंट नू बाहर लिख लेना 0 इस साइड एंड 1875 ये सारे नू तुसी बाहर लिख लेना 5781.75 आंसर की आ गया साडे कोल 57.1875 इसदा की आ गया साडे कोल मीन दा आंसर आ। नेक्स्ट क्वेश्चन है साडे कोल इसदा और पार्ट है द फॉलोइंग टेबल गिव्स द इंफॉर्मेशन ऑन द ऑब्जर्व्ड लाइफ टाइम इन आवर्स ऑफ 2 to 5 इलेक्ट्रिकल कंपोनेंट्स डिटरमाइन द मॉडल लाइफ टाइम ऑफ द कंपोनेंट्स। कहना हेठ दिते जेडे तानू आंकड़े दिते गए ने 225 बिजली उपकरणों के जीवन काल ਦੀ ਸੂਚਨਾ ਦਿੰਦੇ ਹਨ ਤੇ ਇਹਨਾਂ ਉਪਕਰਨਾਂ ਦਾ ਤੁਸੀਂ ਕੀ ਕਰਨਾ ਹੈ ਬਹੁਲਕ ਜੀਵਨ ਕਾਲ ਪਤਾ ਕਰਨਾ ਤੁਸੀਂ ਯਾਨੀ ਇਸ ਦਾ ਕੀ ਕਰਨਾ ਮਾਡਲ ਫਾਈਂਡ ਕਰਕੇ ਦੱਸ। ਇਸ ਕੁਐਸਚਨ ਨੂੰ ਸੋਲਵ ਕਰਨ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਮਾਡਲ ਕਲਾਸ ਇਸ ਦੇ ਵਿੱਚ ਫਾਈਂਡ ਕਰਾਂਗੇ। ਮਾਡਲ ਕਲਾਸ ਕਿਹੜੀ ਹੁੰਦੀ ਹੈ ਜਿਸ ਦੇ ਵਿੱਚ ਦੇਖਣਾ ਤੁਸੀਂ ਇਹਦੇ ਵਿੱਚ ਇਹਨਾਂ ਵਿੱਚੋਂ ਹਾਈਐਸਟ ਫ੍ਰੀਕੁਐਂਸੀ ਕਿਹੜੀ ਆ ਉਹ ਕੀ ਹੈ 61 ਇਹੀ ਸਾਡੀ ਮਾਡਲ ਕਲਾਸ ਬਣ ਜੇਗੀ। ਫਿਰ ਇਸ ਹਿਸਾਬ ਨਾਲ ਹੀ ਅਸੀਂ ਲਿਖਣਾ ਪਹਿਲਾਂ ਲੋਅਰ ਲਿਮਟ ਆਫ ਮਾਡਲ ਕਲਾਸ। ਇਸ ਮਾਡਲ ਕਲਾਸ ਦੇ ਵਿੱਚ ਲੋਅਰ ਲਿਮਟ ਕੀ ਆ ਇਹਦੇ ਵਿੱਚ ਤੁਸੀਂ ਦੇਖਣਾ 60 ਔਰ 80 ਲੋਅਰ ਲਿਮਿਟ ਕੀ ਆ 60 ਇੱਥੇ ਲਿਖਾਂਗੇ 60 ਫਿਰ ਅੱਗੇ ਲਿਖਾਂਗੇ ਅਸੀਂ ਫ੍ਰੀਕੁਐਂਸੀ ਆਫ ਮਾਡਲ ਕਲਾਸ ਜਿਸ ਨੂੰ ਅਸੀਂ F1 ਵੀ ਕਹਿ ਦਿੰਦੇ ਆ ਇਜ਼ ਇਕੁਅਲ ਟੂ ਫ੍ਰੀਕੁਐਂਸੀ ਕੀ ਹੋਈ ਜੋ ਅਸੀਂ ਚੂਜ਼ ਕੀਤੀ ਇੱਥੇ 61। ਫਿਰ ਨੈਕਸਟ ਅਸੀਂ ਲਿਖਾਂਗੇ ਫ੍ਰੀਕੁਐਂਸੀ ਆਫ ਪ੍ਰੀਸੀਡਿੰਗ ਕਲਾਸ ਇਜ਼ ਇਕੁਅਲ ਟੂ ਇਸ ਨੂੰ ਅਸੀਂ ਕਹਿ ਦਿੰਦੇ ਆ F0 ਠੀਕ ਹੈ ਜੀ। ਫਿਰ ਅੱਗੇ ਲਿਖਾਂਗੇ F0 ਦਾ ਮਤਲਬ ਕੀ ਆ कि 61 ਤੋਂ ਪਹਿਲਾਂ ਕੀ ਲਿਖਿਆ ਹੋਇਆ ਉਹ ਦੇਖਾਂਗੇ ਅਸੀਂ 52। ਫਿਰ ਫ੍ਰੀਕੁਐਂਸੀ ਆਫ ਸਕਸੀਡਿੰਗ ਕਲਾਸ ਦੇ ਵਿੱਚ ਅਸੀਂ ਲਿਖਾਂਗੇ F2 ਇਜ਼ ਇਕੁਅਲ ਟੂ ਫਿਰ ਨੈਕਸਟ 61 ਤੋਂ ਨੈਕਸਟ ਕੀ ਲਿਖਿਆ 38 ਇਹ ਸਾਡਾ F2 ਹੋ ਜਾਏਗਾ। ਫਿਰ ਅੱਗੇ ਲਿਖਾਂਗੇ ਅਸੀਂ ਕਲਾਸ ਇੰਟਰਵਲ ਮੀਨ ਅਸੀਂ ਇਸ ਨੂੰ ਰਿਪਰੈਜ਼ੈਂਟ ਕਰਦੇ ਹਾਂ H ਦੇ ਨਾਲ ਇਜ਼ ਇਕੁਅਲ ਟੂ 20। ਕਲਾਸ ਇੰਟਰਵਲ ਕੀ ਹੁੰਦਾ ਜੋ ਤੁਹਾਡੇ ਕੋਲ ਉੱਪਰ ਇਹ 0 20 20 to 40 ਇਹਨਾਂ ਵਿੱਚ ਜਿਹੜਾ ਡਿਫਰੈਂਸ ਹੈ ਉਹ ਕਿੰਨੇ ਦਾ ਜਿਸ ਤਰ੍ਹਾਂ ਕਿ 20 ਦਾ ਡਿਫਰੈਂਸ ਹੈ ਇਹੀ ਸਾਡੇ ਕੋਲ ਕਲਾਸ ਇੰਟਰਵਲ ਯਾਨੀ H ਮੰਨਿਆ ਜਾਏਗਾ। ਤੇ ਅਸੀਂ ਮਾਡਲ ਕਲਾਸ ਦਾ ਫਾਰਮੂਲਾ ਲਾਵਾਂਗੇ ਮਾਡਲ ਕਲਾਸ ਇਸ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ L plus F1 minus F0 upon 2F1 minus F0 minus F2 multiply H ठीक है जी। तो L ਦੀ ਵੈਲਿਊ ਕੀ ਹੋਈ ਸਾਡੇ ਕੋਲ ਯਾਨੀ ਲੋਅਰ ਲਿਮਿਟ 60 plus 61 minus 52 upon 261 minus 52 F1 ਦੀ ਵੈਲਿਊ 61 ਫਿਰ F0 ਦੀ ਵੈਲਿਊ 52 minus 38 multiply 20 H ਦੀ ਵੈਲਿਊ ਕੀ ਹੈ 20। ਵੈਲਿਊਜ਼ ਭਰ ਕੇ ਇਸ ਨੂੰ ਅੱਗੇ ਸੋਲਵ ਕਰਾਂਗੇ 60 plus 61 ਚੋਂ 52 ਮਾਈਨਸ ਕੀਤੇ ਤਾਂ ਆਨਸਰ ਕੀ ਆ ਗਿਆ 9 अपॉन फिर अगे 261 ਨੂੰ 2 ਨਾਲ ਮਲਟੀਪਲਾਈ ਕੀਤਾ ਕੀ ਆਇਆ ਸਾਡੇ ਕੋਲ 122 ਮਾਈਨਸ ਹੁਣ ਦੇਖੋ ਇੱਥੇ -52 ਐਂਡ -38 ਇਸ ਨੂੰ ਅਸੀਂ ਮਾਈਨਸ प्लस और ਵੱਡੇ के साइन की आएगा माइनस का तो प्लस करके की आंसर आऊगा साढ़े को 90 बाहर किया साढ़े को मल्टीप्लाई 20 ठीक है जी। फिर अगे 60 plus 9 upon 32 मल्टीप्लाई 20 इसे तुसी कटिंग भी कर सकते हो देखो 2 10 ਦਾ 2 16 ਦਾ ठीक है जी। फिर 2 5 ਦਾ 2 8 ਦਾ
ਹੁਣ 60 प्लस 9 और 5 ਨੂੰ ਮਲਟੀਪਲਾਈ ਕੀਤਾ ਕੀ ਆਇਆ 45 अपॉन 8। ਹੁਣ 45 और 8 ਨੂੰ ਅਸੀਂ ਕੀ ਕਰਾਂਗੇ 45 ਅੰਦਰ 8 ਬਾਹਰ, एक ਨੂੰ ਅਸੀਂ ਡਿਵਾਈਡ ਕਰ ਦਾਂਗੇ 8 5 ਦਾ 45, ਇੱਥੇ ਆਨਸਰ ਬਚ ਗਿਆ 5। ਫਿਰ ਅੱਗੇ ਕੀ ਲਿਖਾਂਗੇ ਪੁਆਇੰਟ, ਫਿਰ 0, ਫਿਰ 8 6 ਦਾ 48, 10 ਚੋਂ 8 ਗਏ 2, ਫਿਰ ਇੱਥੇ 0, ਫਿਰ 8 2 ਦਾ 16, ਫਿਰ 4, ਫਿਰ 0, ਫਿਰ 8 5 ਦਾ 40। ठीक है जी। ਇੱਥੇ ਇਹ ਕੀ ਹੋ ਗਿਆ ਡਿਵਾਈਡ ਹੋ ਗਿਆ 5.625, ਇੱਥੇ ਲਿਖਾਂਗੇ ਅਸੀਂ 60 प्लस 5.625, ਇਸ ਨੂੰ ਪਲੱਸ ਕਰਾਂਗੇ, ਪਲੱਸ ਕਰਕੇ ਆਨਸਰ ਆ ਜਾਏਗਾ ਸਾਡੇ ਕੋਲ 65.625। ਇਹ ਸਾਡਾ ਸੀਗਾ ਫਾਈਨਲ ਕੁਐਸਚਨ ਦਾ ਫਾਈਨਲ ਆਨਸਰ।